ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸੋਮਵਾਰ ਦਾ ਦਿਨ ਹੈ, 23 ਨਵੰਬਰ ਹੈ, ਵਰ੍ਹਾ 2020 ਦਾ, ਹਫ਼ਤੇ ਦਾ ਪਹਿਲਾ ਦਿਨ ਹੈ। ਅੱਜ ਦੇ ਇਸ ਸ਼ੋਅ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਪੰਜਾਬ ਤੋਂ, ਦੇਸ਼ ਪੰਜਾਬ ਦੇ ਝਰੋਖੇ ਚੋਂ 9:20 ਤੇ ਨਵਕਿਨ ਸਿੰਘ ਪੱਤੀ ਸ਼ਾਮਲ ਹੋਣਗੇ। ਪੰਜਾਬ ਦੀਆਂ, ਭਾਰਤ ਦੀਆਂ ਖਬਰਾਂ, ਉਸ ਤੋਂ ਬਾਅਦ ਸਥਾਨਕ ਤੇ ਦੁਨੀਆ ਦੇ ਝਰੋਖੇ ਦੇ ਵਿੱਚੋਂ ਚੋਣਵੀਆਂ ਖਬਰਾਂ ਤੁਹਾਡੇ ਸਨਮੁਖ ਕਰਾਂਗਾ। ਆਖਰੀ ਹਿੱਸੇ 'ਚ 10:10 ਤੋਂ ਲੈ ਕੇ 11 ਵਜੇ ਤੱਕ ਸਰੀ ਪੁਲਿਸ ਡਿਪਾਰਟਮੈਂਟ ਵੱਲੋਂ, ਉਸ ਦੇ ਬੋਰਡ ਵੱਲੋਂ ਚੁਣੇ ਨਵੇਂ ਚੀਫ ਜਿਹੜੇ ਡੈਲਟਾ ਪੁਲਿਸ ਸਰਵਿਸਿਜ਼ ਦੇ ਡਿਪਟੀ ਚੀਫ ਨੇ, ਉਹਨਾਂ ਦੇ ਨਾਲ ਉਹਨਾਂ ਦੀ ਬਾਰੇ ਗੱਲਬਾਤ ਹੋਏਗੀ। ਤਬਾਦਲਾ ਜਿਹੜਾ ਘੋੜਿਆਂ ਦੀ ਪੁਲਿਸ ਤੋਂ ਲੈ ਕੇ ਸਰੀ ਦੀ ਪੁਲਿਸ ਦਾ ਹੋਣਾ ਕੀ ਹੈ, ਕੀਮਤਾਂ, ਕਾਸਟ ਕੀ ਹੋਏਗੀ, ਬਜਟ ਕੀ ਨੇ, ਕੀ ਅਪ੍ਰੈਲ 2021 ਦੇ ਵਿੱਚ ਗੱਲਬਾਤ ਜਿਹੜਾ ਇਹ ਤਬਾਦਲਾ ਮੁੱਕ ਜਾਏਗਾ ਜਾਂ ਸ਼ੁਰੂ ਹੋਏਗਾ। ਕੁਝ ਖਬਰਾਂ ਇਹ ਨੇ ਕਿ 2022 ਦੇ ਆਖਰ ਤੱਕ ਇਹ ਸਮਾਂ ਲੱਗੂਗਾ, 2 ਸਾਲਾਂ ਦੇ ਵਿੱਚ ਟਰਾਂਜੀਸ਼ਨ ਹੋਏਗੀ। IT ਡਿਪਾਰਟਮੈਂਟ ਨਵਾਂ ਸੈੱਟ ਕਰਨਾ, ਉਹਦੀ ਕੀਮਤ, ਉਹਦੀ ਕਾਸਟ ਕੀ ਹੋਏਗੀ, ਇਸ 'ਤੇ ਗੱਲਾਂ ਬਾਤਾਂ ਤੇ ਭਾਈਚਾਰੇ ਦੇ ਨਾਲ ਖੁੱਲ੍ਹੀ ਗੱਲਬਾਤ ਕਿ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਸੀ ਕਿ ਸ਼ਾਇਦ ਕੋਈ ਸਾਡਾ ਪੰਜਾਬੀ ਪੁਲਿਸ ਚੀਫ ਹੋਏਗਾ। ਚਾਹੇ 40% ਦੇ ਕਰੀਬ ਇਹ ਗੱਲ ਜਿਹੜੀ ਮੂਲੋਂ ਸਹੀ ਨਹੀਂ ਸੀ, ਕਿਉਂਕਿ ਅਸੀਂ 40% ਦੇ ਕਰੀਬ ਸਰੀ 'ਚ ਵਸਦੇ ਹਾਂ, 60% ਹੋਰ ਵੀ ਭਾਈਚਾਰਾ। ਆਪਣਾ ਤੇ ਪਰਾਏ ਵਾਲੀ ਗੱਲ ਇਸ ਦੇਸ਼ ਦੇ ਵਿੱਚ ਕਿੰਨੀ ਕੁ ਪੱਕੀ ਹੈ, ਕਿੱਥੋਂ ਇਹ ਗੱਲ ਚੱਲੀ ਕਿ ਅਸੀਂ ਆਪਣਾ ਪੰਜਾਬੀ ਇੱਕ ਪੁਲਿਸ ਚੀਫ ਲਿਆਵਾਂਗੇ, ਕਿਉਂ ਤੁਰੀ ਇਹ ਗੱਲ, ਇਹਦੇ ਪਿੱਛੇ ਕੀ ਕਾਰਨ ਹੈ। ਇਹ ਜਿਹੜੀ ਹੈਂਕੜ ਜਾਂ ਆਪਣੇ ਆਪ ਨੂੰ ਵੱਡਾ ਦਿਖਾਉਣ ਦੇ ਲਈ ਇੱਕ ਜਿਹੜਾ ਇਹ ਪੈਂਤੜਾ, ਤੇ ਹੁਣ ਰਾਤੋਂ ਰਾਤ ਉਹ ਪੰਜਾਬੀ ਪੁਲਿਸ ਵਾਲਾ ਚਾਹ ਵੀ ਉਤਰ ਗਿਆ। ਹੁਣ ਕਹਿੰਦੇ ਨੋਰਮਨ ਲਿਪਿੰਸਕੀ ਜਿਹੜਾ ਬੜਾ ਵਧੀਆ ਬੰਦਾ ਹੈ, ਇਹ ਤਾਂ ਕਹਾਣੀ ਉਹ ਕੋਈ ਨਹੀਂ। ਇਉਂ ਘੁੰਮਦੇ ਨੇ ਲੋਕ, ਗਿਰਗਟ ਵਾਂਗੂ ਰੰਗ ਬਦਲਦੇ ਨੇ, ਪਤਾ ਹੀ ਨਹੀਂ ਕਿਹੜੀ ਨਸਲ ਹੈ। ਇਹ ਕਹਾਣੀ ਤੁਹਾਡੇ ਸਨਮੁਖ ਕਰਾਂਗਾ। ਮੇਰੇ ਨਾਲ ਮੇਰੇ ਮਹਿਮਾਨ ਸ਼ਾਮਲ ਹੋਣਗੇ ਸਰਦਾਰ ਪਰਮਜੀਤ ਸਿੰਘ ਜੀ ਪ੍ਰਵਾਸੀ, ਜਿਨ੍ਹਾਂ ਨੇ ਇਸ 'ਤੇ ਕੰਮ ਕੀਤਾ ਹੈ, ਸਾਰੀ ਕਾਸਟ ਦੀ ਗੱਲ ਕੀਤੀ ਹੈ, ਸੋਚਿਆ ਕਿ ਕੀ ਹੋਵੇਗਾ, ਕਿਸ ਤਰ੍ਹਾਂ ਦਾ ਹੋਵੇਗਾ, ਉਹਨਾਂ ਨਾਲ ਗੱਲਬਾਤ ਹੋਏਗੀ। ਤੁਸੀਂ ਵੀ ਸ਼ਾਮਲ ਹੋਣਾ। 604 204 0600 6042040600 ਔਨ 에ਅਰ ਨੰਬਰ 1 ਹੈ। ਦੂਸਰਾ ਨੰਬਰ 604 242 2890 6042422890। ਸ਼ੇਰੇ ਪੰਜਾਬ radio.ca ਤੇ ਤੁਸੀਂ ਲਿਸਨ ਲਾਈਵ ਸੁਣੋਗੇ ਜਿੱਥੇ ਵੀ ਬੈਠੇ ਹੋ ਦੁਨੀਆ ਦੇ ਵਿੱਚ। ਤੇ ਉਸ ਤੋਂ ਬਾਅਦ ਪ੍ਰੋਗਰਾਮ ਤੇ ਤੁਸੀਂ 604 204 0600 ਤੇ ਫੋਨ ਕਰੋਗੇ, 604204 0600। ਲਗਰੇ ਕੱਚੀਏ ਲਾਲ ਕਰੂੰਬਲ ਗੰਦਲੇ ਸੌਫ ਦੀਏ, ਤੇਰਾ ਸੋਹਜ ਕਰਿੰਦਾ ਖਲਕਤ ਤੇ ਸਰਦਾਰੀ। ਲਗਰੇ ਕੱਚੀਏ ਲਾਲ ਕਰੂੰਬਲ ਗੰਦਲੇ ਸੌਂਫ ਦੀਏ, ਤੇਰਾ ਸੋਹਜ ਕਰਿੰਦਾ ਖਲਕਤ ਤੇ ਸਰਦਾਰੀ। ਤੇਰੀ ਚੁੰਨੀ ਤੇ ਇਉਂ ਲਾਲ ਲਕੀਰਾਂ ਵੱਜੀਆਂ ਨੇ ਬਈ ਜੀਕਣ ਮੂੰਗਫਲੀ ਦੇ ਫੁੱਲਾਂ ਉੱਤੇ ਧਾਰੀ। ਤੇਰੀ ਸੇਲੀ ਤਾਂ ਜੋ ਡਾਰ ਹੋਵੇ ਕੋਈ ਚਿੜੀਆਂ ਦੀ, ਜਿਹੜੀ ਪੱਛੋਂ ਦੇ ਵੱਲ ਉੱਡ ਜਾਏ ਮਾਰ ਉਡਾਰੀ। ਤੈਨੂੰ ਹਵਾ ਦੇ ਬੁੱਲੇ ਨਾਗ ਵਲੇਵਾ ਪਾ ਲੈਂਦੇ, ਚੰਨ ਦਾ ਕੱਕਾ ਚਾਨਣ ਹਿੱਕ ਤੇ ਕਰੇ ਸਵਾਰੀ। ਤੋਪੇ ਧਾਗੇ ਫੁੱਲ ਸਰਾਣੇ ਚੁੱਲ੍ਹੇ ਚਰਖਿਆਂ ਤੇ, ਤੇਰੇ ਹੰਸਣੀਆਂ ਜੇ ਹੱਥਾਂ ਦੀ ਮੁਖਤਿਆਰੀ। ਤੇਰੇ ਸਾਹਾਂ ਦੇ ਵਿੱਚ ਰੋਹੀ ਗਿੱਧਾ ਪਾਉਂਦੀ ਏ, ਨੀ ਕੋਈ ਨਾਗ ਲਾ ਗਿਆ ਅੜੀਏ ਕੰਜ ਕੁਆਰੀ। ਤੇਰੀ ਧੂਣੀ ਜੇੜ ਫਕੀਰੀ ਮੌਤੋਂ ਪਿਆਰੀ ਏ, ਨੀ ਪਾ ਕੇ ਦਰਸ਼ਨ ਹੋ ਗਏ ਧੁੱਪ ਵੀ ਤੜਕਣ ਹਾਰੀ। ਧਨੀਆਂ ਸੁੰਡ ਰਲਾ ਕੇ ਰੁੱਤਾਂ ਖਾਣ ਪੰਜੀਰੀਆਂ, ਓਏ ਮੌਸਮ ਕੰਨ ਪੜਵਾਉਣ ਦੀ ਕਰਦੇ ਫਿਰਨ ਤਿਆਰੀ। ਰੇਤਾ ਟਿੱਬਿਆਂ ਦਾ ਤੂੰ ਮਰੂਏ ਦੇ ਵਿੱਚ ਗੁੰਨਦੀਆਂ, ਜਦ ਵੀ ਜੰਗਲੇ ਓਲੇ ਬੈਠੇ ਕੱਲੀ ਕਾਰੀ। ਜਿਹਦੀ ਯਾਦ ਦਾ ਪਾਣੀ ਬੰਨ ਤੋੜ ਕੇ ਚੜ ਗਿਆ ਨੀ ਮੁੰਡਾ ਕੱਚੀਆਂ ਸੇਬਾਂ ਵਰਗਾ ਸ਼ੈਲ ਖਿਡਾਰੀ। ਪਹਿਲਾਂ ਪੱਤਣਾ ਉੱਤੇ ਸ਼ਮਕਾਂ ਦੇ ਨਾਲ ਕੁੱਟਿਆ ਤੂੰ, ਮਗਰੋਂ ਸਾਧ ਬਣੇ ਨੂੰ ਡਾਉਂਦੀ ਪਲੰਗ ਨਵਾਰੀ। ਕੱਚ ਦੀਆਂ ਵੰਗਾਂ ਲਾ ਕੇ ਅੜੀਏ ਨਰਮ ਕਲਾਈਆਂ ਚੋਂ, ਨੀ ਤੂੰ ਚੁੱਕ ਲੈਂਦੀ ਏ ਕੀਕਣ ਕੁੜੇ ਕਟਾਰੀ। ਨੀ ਤੂੰ ਚੁੱਕ ਲੈਂਦੀ ਏ ਕੀਕਣ ਕੁੜੇ ਕਟਾਰੀ। ਲਗਰੇ ਕੱਚੀਏ ਲਾਲ ਕਰੂੰਬਲ
ਗੰਦਲੇ ਸੌਂਫ ਦੀਏ ਤੇਰਾ ਸੋਹਜ ਕਰੇਂਦਾ ਖਲਕਤ ਤੇ ਸਰਦਾਰੀ। ਹਰਮਨਜੀਤ ਲਿਖਦਾ ਰਾਣੀ ਤੱਤ ਚ। ਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਸਿਹਤ ਠੀਕ ਹੋ ਰਹੀ ਹੈ। ਤੁਹਾਡੇ ਸਾਰਿਆਂ ਲਈ ਵੀ ਜਿੱਥੇ ਤੁਸੀਂ ਬੈਠੇ ਹੋ ਅਰਦਾਸ ਕਰਦਾ ਕਿ ਤੁਸੀਂ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ। ਦੁਨੀਆ ਦੇ ਵਿੱਚ ਦੁੱਖ ਕਲੇਸ਼ਾਂ ਦਾ ਨਾਸ ਰਹੇ, ਸਿਹਤਯਾਬ ਰਹੇ। ਜਿਹਨੂੰ ਵੀ ਇਸ ਬ੍ਰਹਿਮੰਡ ਦੇ ਵਿੱਚ ਜਨਮ ਦਿੱਤਾ ਉਸ ਮਾਲਕ ਨੇ, ਕੋਈ ਵੀ ਉਹ ਜੂਨ ਦੇ ਵਿੱਚ ਹੋਵੇ, ਦੁੱਖਾਂ ਤੋਂ ਬਗੈਰ ਰਹੇ, ਤੰਦਰੁਸਤ ਰਹੇ, ਤੇ ਇਦੋਂ ਵੱਡੀ ਨਿਆਮਤ ਕੋਈ ਨਹੀਂ। ਪੰਜਾਬ ਨੂੰ ਚੱਲੀਏ ਦੇਸ਼ ਪੰਜਾਬ ਦੇ ਝਰੋਖੇ ਚੋਂ ਨਵਕਿਰਨ ਸਿੰਘ ਪੱਤੀ ਮੇਰੇ ਨਾਲ ਨੇ। ਨਵਕਿਰਨ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਧੰਨਵਾਦ ਬਹੁਤ ਬਹੁਤ। ਤੇ ਪਹਿਲੀ ਖਬਰ ਕਿ ਡਾਕਾਂ ਚੱਲ ਪਈਆਂ ਫਿਰ ਪੰਜਾਬ 'ਚ। ਜੀ ਗਿੱਲ ਸਾਹਿਬ, ਪੰਜਾਬ ਦੇ ਵਿੱਚ ਟ੍ਰੇਨਾਂ ਲਗਭਗ 2 ਮਹੀਨੇ ਦੇ ਵਕਫੇ ਤੋਂ ਬਾਅਦ ਫਿਰ ਰੇਲਵੇ ਲਾਈਨਾਂ ਦੇ ਉੱਤੇ ਦੌੜਨ ਲੱਗੀਆਂ ਨੇ। ਅੱਜ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਟ੍ਰੇਨ ਮਾਨਸਾ ਪਹੁੰਚੀ। 70,000 ਦੇ ਲਗਭਗ ਯੂਰੀਏ ਦੇ ਗੱਟੇ ਲੈ ਕੇ ਉਹ ਟ੍ਰੇਨ ਮਾਨਸਾ ਦੇ ਸਟੇਸ਼ਨ ਦੇ ਉੱਤੇ ਪਹੁੰਚੀ। ਉਸ ਤੋਂ ਬਾਅਦ ਪਾਇਆ ਚੰਡੀਗੜ੍ਹ ਮੋਹਾਲੀ ਦੇ ਵਿੱਚ ਪੈਸੇਂਜਰ ਟ੍ਰੇਨ ਆ ਜਿਹੜੀ ਉਹ ਪਹੁੰਚੀ, ਕਿਉਂਕਿ ਕੇਂਦਰ ਵਾਲਿਆਂ ਨੇ ਆਪਦੀ ਜਿੱਦ ਪਕਾਈ ਹੈ। ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਦਬਾਅ ਪਾਇਆ ਕਿ ਜੇਕਰ ਤੁਸੀਂ ਮਾਲ ਗੱਡੀਆਂ ਚਲਾਓਗੇ ਤਾਂ ਨਾਲ ਪੈਸੇਂਜਰ ਟ੍ਰੇਨਾਂ ਵੀ ਆਉਣਗੀਆਂ। ਪੰਜਾਬ ਦੇ ਕਿਸਾਨ ਇਸ ਗੱਲ ਲਈ ਬਜਿੱਦ ਸੀ ਕਿ ਸਿਰਫ ਮਾਲ ਗੱਡੀਆਂ ਚਲਾਈਆਂ ਜਾਣ ਪੰਜਾਬ ਦੇ ਵਿੱਚ ਫਿਲਹਾਲ। ਲੇਕਿਨ ਉਧਰੋਂ ਗਿੱਲ ਸਾਹਿਬ ਕਣਕ ਦੀ ਕੁਛ ਬਿਜਾਈ ਰਹਿੰਦੀ ਸੀ, DAP ਪੂਰਾ ਨਹੀਂ ਸੀ ਹੋ ਰਿਹਾ। ਜਿਹੜੀਆਂ ਕਣਕਾਂ ਹਰੀਆਂ ਹੋ ਗਈਆਂ ਉਹਨਾਂ ਲਈ ਯੂਰੀਏ ਦੀ ਲੋੜ ਸੀ। ਮੀਂਹ ਪੈ ਗਿਆ ਪੰਜਾਬ ਦੇ ਵਿੱਚ, ਯੂਰੀਆ ਫੌਰੀ ਚਾਹੀਦਾ ਸੀ। ਪੰਜਾਬ ਦੇ ਕਿਸਾਨਾਂ ਨੇ ਕੋਸ਼ਿਸ਼ ਕੀਤੀ, ਟਰੈਕਟਰ ਟਰਾਲੀਆਂ ਜੋੜੇ ਕਿ ਹਰਿਆਣੇ 'ਚੋਂ ਆਪਾਂ ਯੂਰੀਆ ਲਿਆਈਏ, ਅੰਬਾਲੇ ਤੱਕ ਟ੍ਰੇਨਾਂ ਆਉਂਦੀਆਂ ਨੇ। ਪਰ ਕੱਲ ਪਰਸੋਂ 2-3 ਦਿਨ ਇਹਨਾਂ ਨੇ ਹਰਿਆਣੇ ਦੇ ਵਿੱਚੋਂ ਜਿਹੜੇ ਕਿਸਾਨ ਯੂਰੀਆ ਲੈਣ ਗਏ ਸੀ ਉਹਨਾਂ ਦੇ ਟਰੈਕਟਰ ਟਰਾਲੀਆਂ ਵੀ ਕੁਛ ਦੀਆਂ ਜ਼ਬਤ ਕਰ ਲਈਆਂ, ਕੁਛ ਤੇ ਕੇਸ ਦਰਜ ਕਰ ਲਏ, ਟਰੱਕਾਂ ਵਾਲੇ ਫੜ ਲਏ ਗਏ ਸੀ। ਔਰ ਹਰਿਆਣਾ ਦਾ ਮੁੱਖ ਮੰਤਰੀ ਬੜੀ ਬੇਸ਼ਰਮੀ ਦੇ ਨਾਲ ਬਿਆਨ ਦੇ ਰਿਹਾ ਸੀ ਕਿ ਪੰਜਾਬ ਦਾ ਕੋਈ ਵੀ ਕਿਸਾਨ ਜੇ ਹਰਿਆਣੇ 'ਚੋਂ ਰੇਹ ਲੈਣ ਆਉਂਦਾ ਉਹਨੂੰ ਰੇਹ ਨਾ ਦਿਓ। ਉਹ ਕਹਿੰਦੇ ਜੇ ਯੂਰੀਆ ਲੈਣ ਆਉਂਦਾ ਤੁਹਾਡੇ ਤੋਂ, ਕਿਸਾਨਾਂ ਤੋਂ ਵੀ ਆਉਂਦੇ ਨੇ ਪੰਜਾਬ ਦੇ ਕਿਸਾਨ, ਉਹਨਾਂ ਨੂੰ ਤੁਸੀਂ ਵੀ ਰੇਹ ਨਾ ਦਿਓ। ਤਾਂ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰੀਕੇ ਦੇ ਨਾਲ ਬਲੈਕਮੇਲ ਕੀਤਾ ਕੇਂਦਰ ਨੇ। ਨਾ ਪੰਜਾਬ ਦੇ ਵਿੱਚ ਕੋਲਾ ਭੇਜਿਆ, ਪੰਜਾਬ ਦੀ ਜਿਹੜੇ ਥਰਮਲ ਨੇ ਉਹ ਬੰਦ ਹੋ ਗਏ। ਪੰਜਾਬ ਦੇ ਜਿਹੜੀ ਸਨਅਤ ਹੈ ਉਹਨੂੰ ਬਹੁਤ ਵੱਡਾ ਧੱਕਾ ਗਾ ਜਿਹੜਾ ਕੇਂਦਰ ਸਰਕਾਰ ਨੇ 2 ਮਹੀਨੇ ਦੇ ਲਗਭਗ ਰੇਲ ਗੱਡੀਆਂ ਬੰਦ ਕਰਕੇ ਲਾਇਆ। ਕੱਚਾ ਮਾਲ ਪੰਜਾਬ ਦੀ ਸਨਅਤ ਨੂੰ ਨਹੀਂ ਮਿਲਿਆ। ਸਾਈਕਲ ਸਨਅਤ ਸਾਡੀ ਲੁਧਿਆਣੇ ਦੀ ਔਰ ਇੰਡਸਟਰੀ ਸਾਡੀ ਗੋਬਿੰਦਗੜ੍ਹ ਦੀ ਜਿਹੜੀ ਪੰਜਾਬ ਦੀ, ਉਹ ਕਾਫੀ ਜ਼ਿਆਦਾ ਮਾਰ ਦੇ ਵਿੱਚ ਆਈ। ਤੋ ਹੁਣ ਰੇਲਾਂ ਚੱਲੀਆਂ ਨੇ। ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਮੰਨੀਆਂ ਨੇ ਕਿ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਪੈਸੇਂਜਰ ਵੀ ਚਲਾ ਦਿਓ, ਮਾਲ ਵੀ ਚਲਾ ਦਿਓ, ਚਲੋ ਅਸੀਂ ਪਾਸੇ ਹਟ ਜਾਂਦੇ ਹਾਂ ਕੁਛ ਦਿਨਾਂ ਦੇ ਲਈ। 15 ਦਿਨ ਦੀ ਇਜਾਜ਼ਤ ਆ ਜਿਹੜੀ ਗਿੱਲ ਸਾਹਿਬ ਦਿੱਤੀ ਆ। ਪਰ ਇੱਕ ਕਿਸਾਨ ਜਥੇਬੰਦੀ ਅਜੇ ਵੀ ਅੜੀ ਹੋਈ ਹੈ। ਅੰਮ੍ਰਿਤਸਰ ਸਾਹਿਬ ਦੇ ਏਰੀਏ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹਨਾਂ ਦੇ ਸਰਬਨ ਸਿੰਘ ਪੰਧੇਰ ਆਗੂ ਨੇ, ਔਰ ਉਹਨਾਂ ਨੇ ਕਿਹਾ ਗਾ ਕਿ ਅਸੀਂ ਜੋ ਮਰਜ਼ੀ ਹੋ ਜਾਏ, ਬਾਕੀ 30 ਕਿਸਾਨ ਜਥੇਬੰਦੀਆਂ ਨੇ ਛੱਡਤੀਆਂ, ਰੇਲਵੇ ਲੈਣਾ ਛੱਡਤੀਆਂ, ਅਸੀਂ ਨਹੀਂ ਛੱਡਾਂਗੇ। ਉਹ ਕਹਿੰਦੇ ਅਸੀਂ ਸਿਰਫ ਤੇ ਸਿਰਫ ਮਾਲ ਗੱਡੀ ਲੰਘਣ ਦੇਵਾਂਗੇ। ਅੱਜ DIG ਬਾਰਡਰ ਰੇਂਜ, IG ਬਾਰਡਰ ਰੇਂਜ, ਇਸ ਤੋਂ ਇਲਾਵਾ SSP DC ਅੰਮ੍ਰਿਤਸਰ ਸਾਹਿਬ, ਉਹਨਾਂ ਦੇ ਨਾਲ ਮੀਟਿੰਗ ਵੀ ਹੋਈ। ਦਬਾਅ ਪਾਉਣ ਦੀ ਵੀ ਕੋਸ਼ਿਸ਼ ਕੀਤੀ ਸਰਕਾਰ ਨੇ, ਪਰ ਉਹ ਅਜੇ ਤੱਕ ਮੰਨੇ ਨਹੀਂ। ਬਾਕੀ ਸਾਰੀਆਂ ਜਥੇਬੰਦੀਆਂ ਮੰਨ ਗਈਆਂ। ਸੋ ਇੱਕ ਵਾਰ ਪੰਜਾਬ ਦੇ ਵਿੱਚ ਟ੍ਰੇਨਾਂ ਪਹੁੰਚ ਗਈਆਂ। 70,000 ਗੱਟਾ ਯੂਰੀਆ ਦਾ ਮਾਨਸਾ ਪਹੁੰਚਿਆ, ਇਹ ਚੰਗੀ ਗੱਲ ਹੈ। ਤੋ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਦੀ ਸਰਕਾਰ ਕੀ ਬਹਾਨਾ ਬਣਾ ਕੇ ਬੰਦ ਕਰਦੀ ਆ, ਜਾਂ ਚੱਲਦੀਆਂ ਰਹਿੰਦੀਆਂ ਨੇ, ਜਾਂ ਕਿਸ ਪਾਸੇ ਨੂੰ ਅਗਲਾ ਟ੍ਰੇਨਾਂ ਦਾ ਮਸਲਾ ਜਾਂਦਾ, ਇਹ ਦੇਖਣਾ ਹੋਊਗਾ ਜੀ ਗਿੱਲ ਸਾਹਿਬ। ਤੇ ਦਿੱਲੀ ਵੱਲ ਅੱਛਾ, ਇਹਦਾ ਸੁਨੇਹਾ ਕੀ ਆ ਜਿਹੜਾ ਕਿਸਾਨਾਂ ਨੇ ਕਹਿਤਾ ਵੀ ਚਲੋ ਖੋਲਦੇ ਆ? ਇਹਦਾ ਸੁਨੇਹਾ ਤੁਸੀਂ ਕੀ ਸੋਚਦੇ ਹੋ ਬਈ ਦਿੱਲੀ ਵਾਲਾ ਮਾਰਚ ਅੱਗੇ ਪੈ ਜੂ, ਜਾਂ ਦਿੱਲੀ ਵਾਲੇ ਮਾਰਚ ਦੇ ਵਿੱਚ ਨਰਮਾਈ ਆ ਜੂ, ਜਾਂ ਕੀ ਹੋਊ, ਜਾਂ ਸਰਕਾਰ ਨਰਮ ਹੋਊ? ਇਹਦਾ ਹੋਊ ਕੀ ਇਸ ਜਿਹੜਾ ਰੇਲਾਂ ਚਲਾਉਣ ਦਾ ਕਾਰਨ ਕੀ ਹੈ? ਗਿੱਲ ਸਾਹਿਬ ਦੇਖੋ, ਇਹਦਾ ਪਿੱਛੇ ਜਿਹੜਾ ਇੱਕ ਕਾਰਨ ਤਾਂ ਪੰਜਾਬ ਦੇ ਜਿਹੜੀ ਸ਼ਹਿਰੀ ਆਬਾਦੀ ਆ, ਜਾਂ ਪੰਜਾਬ ਦੀ ਜਿਹੜੀ ਸਨਅਤਕਾਰ ਕਮਿਊਨਿਟੀ ਆ, ਉਹ ਇਸ ਗੱਲ ਦੇ ਉੱਤੇ ਕਿਸਾਨਾਂ ਤੋਂ ਨਾਰਾਜ਼ ਨਜ਼ਰ ਆਉਣ ਲੱਗੀ ਸੀਗੀ ਕਿ ਪੰਜਾਬ ਲਗਭਗ 30,000 ਕਰੋੜ ਦਾ ਘਾਟਾ ਗਾ ਜਿਹੜਾ ਪੰਜਾਬ ਦੀ ਸਨਅਤ ਨੂੰ ਪਿਛਲੇ ਸਮੇਂ ਦੇ ਵਿੱਚ ਪੈ ਗਿਆ। ਕਿਉਂਕਿ ਇਹ ਤੋਂ ਪਹਿਲਾਂ GST ਦੀ ਮਾਰ, ਕਰੋਨਾ ਕਰਕੇ ਜਿਹੜੀ ਲਾਕਡਾਊਨ ਹੋਇਆ ਉਹਦੀ ਮਾਰ, ਇਹ ਸਾਰਾ ਕੁਛ ਹੁਣ ਕਿਸਾਨਾਂ ਦੇ ਉੱਤੇ ਗੁੱਸਾ ਉਹਨਾਂ ਦਾ
ਆ ਰਿਹਾ ਸੀ। ਇਸ ਤੋਂ ਇਲਾਵਾ ਯੂਰੀਆ ਤੇ DAP ਦੀ ਖਾਦ ਦੀ ਪ੍ਰੋਬਲਮ, ਕੋਲੇ ਦੀ ਸਮੱਸਿਆ। ਇਸ ਤੋਂ ਇਲਾਵਾ ਜਿਹੜਾ ਬੇਸਿਕ ਇੱਕ ਵੱਡਾ ਕਾਰਨ ਜਿਹੜਾ ਮੈਨੂੰ ਨਜ਼ਰ ਆਉਂਦਾ ਉਹ ਇਹ ਲੱਗਦਾ ਗਾ ਕਿ ਪੰਜਾਬ ਦੇ ਕਿਸਾਨਾਂ ਨੇ ਹੁਣ ਰੇਲਵੇ ਲਾਈਨਾਂ ਛੱਡ ਕੇ ਸੜਕਾਂ ਨੱਪਣੀਆਂ ਨੇ। ਹੁਣ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਦਾ ਦਾਣਾ ਪਾਣੀ ਬੰਦ ਕਰਨ ਵਾਲੇ ਪਾਸੇ ਨੂੰ ਜਾਣਾ ਗਾ। ਸੋ ਇਹ ਇੱਕ ਕਾਰਨ ਲੱਗਦਾ। ਇਹ ਨਹੀਂ ਸੌਖਾ ਨਹੀਂ ਸੀ ਗੱਲ ਸਾਹਿਬ ਵੀ 26-27 ਨਵੰਬਰ ਦਾ ਦੇਖੋ ਦਿੱਲੀ ਚੱਲੋ ਅੰਦੋਲਨ ਹੈ। ਪਤਾ ਹੈ ਹਰਿਆਣੇ ਵਾਲਿਆਂ ਨੇ ਟੱਪਣ ਨਹੀਂ ਦੇਣਾ ਹਰਿਆਣਾ। 10-11 ਉਹ ਥਾਵਾਂ ਨੇ ਜਿੱਥੋਂ ਦਿੱਲੀ ਨੂੰ ਐਂਟਰ ਹੋਇਆ ਜਾ ਸਕਦਾ, ਤਾਂ ਉਹ 10-11 ਥਾਵਾਂ ਲਗਭਗ ਦਰਜਨ ਤੇ 10 ਤੋਂ ਲੈ ਕੇ 12 ਤੱਕ ਰਸਤੇ ਨੇ ਜਿਹੜੇ ਰਸਤੇ ਡੱਬ ਵਾਲੀ ਤੋਂ ਲੈ ਕੇ ਖਨੌਰੀ ਬਾਇਆ ਪਾਤੜਾਂ ਸਮਾਣਾ। ਗਿੱਲ ਸਾਹਿਬ ਇੱਧਰ ਦੀ ਤੁਸੀਂ ਆਏ ਵਾਰ ਬਦਲਵੇਂ ਰਸਤੇ ਰਾਹੀਂ ਘੱਟੋ ਘੱਟ ਜਾਂਦੇ ਰਹੇ ਹੋਵੋਗੇ ਏਅਰਪੋਰਟ ਨੂੰ, ਤਾਂ ਇਹ 10-12 ਰਸਤੇ ਨੇ ਜਿਹੜੇ ਰਸਤਿਆਂ ਨੂੰ ਜਾਮ ਕਰਨਾ। ਤਾਂ ਉਹ 10-12 ਰਸਤੇ ਵੀ ਜਾਮ ਹੋਣ, ਪੰਜਾਬ ਦੇ ਵਿੱਚ ਰੇਲਵੇ ਲਾਈਨਾਂ ਵੀ ਜਾਮ ਹੋਣ, ਟੋਲ ਪਲਾਜ਼ੇ ਵੀ ਜਾਮ ਹੋਣ, ਇਸ ਤੋਂ ਇਲਾਵਾ ਜਿੰਨੇ ਵੀ ਰਿਲਾਇੰਸ ਦੇ ਪੈਟਰੋਲ ਪੰਪ ਨੇ ਉਹ ਵੀ ਜਾਮ ਹੋਣ, ਜਿੰਨੇ ਸ਼ਾਪਿੰਗ ਮਾਲ ਨੇ ਮਲਟੀਨੈਸ਼ਨਲ ਕੰਪਨੀਆਂ ਦੇ ਉਹ ਵੀ ਜਾਮ ਹੋਣ। ਐਡਾ ਸੰਘਰਸ਼ ਜਿਹੜਾ ਉਹ ਲਮਕ ਜਾਣਾ ਸੀ। ਤਾਂ ਇਹਦੇ ਚੋਂ ਕਿਸਾਨਾਂ ਨੇ ਟ੍ਰੇਨਾਂ ਛੱਡ ਕੇ ਹੁਣ ਸੜਕਾਂ ਨੱਪਣ ਵਾਲੇ ਪਾਸੇ ਨੂੰ ਜਿਹੜੀ ਤਿਆਰੀ ਹੈ ਉਹ ਕੀਤੀ ਹੈਗੀ, ਵੀ ਟ੍ਰੇਨਾਂ ਛੱਡ ਦਿੱਤੀਆਂ ਨੇ। ਦੂਸਰੀ ਇਹ ਵੀ ਦਿੱਲੀ ਇਹਨਾਂ ਨੇ ਵਾਇਆ ਹਰਿਆਣਾ ਜਾਣ ਨਹੀਂ ਦੇਣਾ। ਇਹ ਵੀ ਹੋ ਸਕਦਾ ਗਿੱਲ ਸਾਹਿਬ ਜਿਹੜੀਆਂ ਟ੍ਰੇਨਾਂ ਅੱਜ ਚੱਲੀਆਂ ਨੇ ਇਹ ਇੱਧਰੋਂ ਭਰੀਆਂ ਹੀ ਜਾਣ ਦਿੱਲੀ ਨੂੰ ਕਿਸਾਨਾਂ ਦੀਆਂ ਧਰਨਾ ਲਾਉਣ ਦੇ ਲਈ। ਇਹ ਵੀ ਇੱਕ ਤਰੀਕਾ ਹੋ ਸਕਦਾ ਗਾ ਜੀ ਗਿੱਲ ਸਾਹਿਬ। ਘੋੜੀ ਵਾਂਗੂ ਉੱਪਰ ਚੜ ਕੇ ਬਹਿ ਜਾਣਾ, ਦੇਖਿਓ ਸਹੀ। ਅੱਛਾ, ਬਾਕੀ ਤਿਆਰੀਆਂ ਹੋ ਰਹੀਆਂ ਸਹੁਰਿਆਂ ਵਾਂਗੂ? ਫਿਰ ਟਰਾਲੀਆਂ ਕਹਿੰਦੇ ਨੇ, ਟਰਾਲੀਆਂ ਗਿੱਲ ਸਾਹਿਬ ਪੁੱਛੋ ਨਾ, ਇੱਥੋਂ ਤਾਂ ਟਰਾਲੀਆਂ ਨੇ ਜਿਹੜੀਆਂ ਨਾ ਉਹ ਜਿਵੇਂ ਤੂੜੀ ਵਾਲੀ ਐਤਕੀ ਹੁਣ ਮਸ਼ੀਨਾਂ ਚੱਲੀਆਂ ਨੇ ਤੂੜੀ ਵਾਲੀਆਂ ਆਪਣੇ ਹੜੰਬਿਆਂ ਦੀ ਥਾਂ ਦੇ ਉੱਤੇ ਪਿਛਲੇ ਲਗਭਗ 1 ਦਹਾਕੇ ਤੋਂ ਚੱਲ ਰਿਹਾ ਕੰਮ। ਉਹ ਜਿਹੜੀਆਂ ਟਰਾਲੀਆਂ ਦੇ ਉੱਤੇ ਲਾਈਆਂ ਹੋਈਆਂ ਨੇ, ਚਾਰੇ ਪਾਸਿਓਂ ਜਿਹੜਾ ਸਕੰਜੇ ਲਾਏ ਹੋਏ ਨੇ ਉਹਦੇ ਉੱਤੇ ਪਾਲੀਆਂ ਤਰਪਾਲਾਂ। ਗਿੱਲ ਸਾਹਿਬ ਦੂਰੇ ਟਾਇਰਾਂ ਵਾਲੀਆਂ ਟਰਾਲੀਆਂ ਮੋਸਟਲੀ, ਔਰ ਉੱਤੇ ਲਾ ਕੇ ਉਹਦੇ ਸਕੰਜੇ ਉੱਤੇ ਲਾ ਕੇ ਤਰਪਾਲਾਂ ਪਾ ਕੇ ਐਂ ਬਣਾ ਲਏ ਘਰ ਦੇ ਵਾਂਗੂ, ਕਿਉਂਕਿ ਠੰਡ ਬਹੁਤ ਆ। 8 ਡਿਗਰੀ ਸੈਲਸੀਅਸ ਦੇ ਆਸ-ਪਾਸ ਟੈਂਪਰੇਚਰ ਰਾਤ ਨੂੰ ਚਲਿਆ ਜਾਂਦਾ ਗਾ। ਤਾਂ ਇੰਨੀ ਠੰਡ ਦੇ ਵਿੱਚ ਫਿਰ ਕਿਸਾਨਾਂ ਨੂੰ ਤਾਂ ਔਖਾ ਹੋ ਜਾਣਾ ਸੀ। ਸੋ ਟਰਾਲੀਆਂ ਦੇ ਵਿੱਚ ਹੀ ਧਰ ਲਿਆ ਗਿੱਲ ਸਾਹਿਬ ਇੱਕ ਗੈਸ ਸਿਲੰਡਰ, ਚੁੱਲ੍ਹਾ, ਖੰਡ, ਆਟੇ ਦੇ ਗੱਟੇ ਧਰ ਲਏ ਪਿਹਾ ਕੇ। ਪੂਰੀ ਦੀ ਪੂਰੀ ਤਿਆਰੀ, ਘੱਟੋ ਘੱਟ 4 ਮਹੀਨਿਆਂ ਦਾ ਰਾਸ਼ਨ ਇੱਕ ਟਰਾਲੀ 'ਚ ਧਰ ਲਿਆ, ਔਰ ਸਾਰਾ ਕੁਛ ਪੂਰਾ ਤਿਆਰ ਹੈ। ਕੁਛ ਨੇ 24 ਨੂੰ ਕੱਲ ਨੂੰ ਚਾਲੇ ਪਾ ਦੇਣੇ ਆ। 25 ਨਵੰਬਰ ਡੇਟ ਮੈਥਲੀ ਕਿ ਦਿੱਲੀ ਘੇਰਨ ਚੱਲਣਾ ਹੈ। ਔਰ ਹੁਣ ਜਿਹੜਾ ਇਹ ਦਿੱਲੀ ਘੇਰਨ ਦਾ ਕਿਸਾਨਾਂ ਦਾ ਐਲਾਨ ਹੈ ਗਿੱਲ ਸਾਹਿਬ, ਇਹ ਦਿੱਲੀ ਦੀਆਂ ਇੱਕ ਵਾਰ ਜੜ੍ਹਾਂ ਹਿਲਾ ਕੇ ਮੁੜੂਗਾ। ਭਾਵੇਂ ਇੱਧਰੋਂ ਕਿਸਾਨ ਅੰਦੋਲਨ ਜਿਉਂ-ਜਿਉਂ ਤਿੱਖਾ ਹੋ ਰਿਹਾ ਗਾ, ਉੱਧਰੋਂ ਕੇਂਦਰ ਦੇ ਵਿੱਚੋਂ ਆਵਾਜ਼ ਆ ਰਹੀ ਹੈ ਵੀ ਕਰੋਨਾ ਬਹੁਤ ਵੱਧ ਗਿਆ ਜੀ, ਕਰੋਨਾ ਬਹੁਤ ਵੱਧ ਗਿਆ ਜੀ। ਔਰ ਇਹ ਗਿੱਲ ਸਾਹਿਬ ਜਿਹੜਾ ਅਸਲ ਦੇ ਵਿੱਚ ਕੱਲ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਿਹੜੇ ਉਹ ਮੀਟਿੰਗ ਕਰਨ ਜਾ ਰਹੇ ਨੇ 8 ਦੇ ਲਗਭਗ ਮੁੱਖ ਮੰਤਰੀਆਂ ਦੇ ਨਾਲ। ਟੈਸਟਿੰਗ ਜਿਹੜੀ ਸਪੀਡ ਹੈ ਕਰੋਨਾ ਵਾਇਰਸ ਦੀ, COVID-19 ਦੀ ਜਿਹੜੀ ਟੈਸਟਿੰਗ ਸਪੀਡ ਆ ਉਹ ਤਿੱਗਣੀ ਕਰਤੀ, ਤਾਂ ਕਿ ਵੱਧ ਤੋਂ ਵੱਧ ਜਿਹੜੇ ਟੈਸਟ ਪੋਜ਼ਿਟਿਵ ਆਉਣ ਔਰ ਲੋਕਾਂ ਨੂੰ ਇਹ ਦੱਸਣ ਦੀ ਗੱਲ ਕੀਤੀ ਜਾਵੇ ਵੀ ਦੇਖੋ ਜੀ ਇੱਥੇ ਤਾਂ ਕਰੋਨਾ ਬਹੁਤ ਫੈਲ ਗਿਆ। ਉਧਰੋਂ ਅਰਵਿੰਦ ਕੇਜਰੀਵਾਲ ਕੇਂਦਰ ਦੀ B ਟੀਮ ਬਣ ਕੇ ਉਦੋਂ ਪਹਿਲਾਂ ਦਹਾਈ ਪਾਈ ਜਾਂਦਾ ਵੀ ਦਿੱਲੀ 'ਚ ਤਾਂ ਕਰੋਨਾ ਬਹੁਤ ਆ ਜੀ। ਉਧਰੋਂ ਹਰਿਆਣੇ ਵਾਲਾ ਮੁੱਖ ਮੰਤਰੀ ਕਹੀ ਜਾਂਦਾ, ਹਿਮਾਚਲ 'ਚ ਦਹਾੜੇ ਪਈ ਜਾਂਦੇ ਨੇ ਵੀ ਕਰੋਨਾ ਬਹੁਤ ਹੋ ਗਿਆ। ਕਿਸਾਨਾਂ ਨੂੰ ਰੋਕਣ ਦੇ ਲਈ ਗਿੱਲ ਸਾਹਿਬ ਥਾਂ ਥਾਂ ਦੇ ਉੱਤੇ ਜਿਹੜੇ ਨੇ ਉਹ ਕੰਡੇ ਵਿਛਾਏ ਜਾ ਰਹੇ ਨੇ, ਪਰ ਕੰਡੇ ਚੁਗਦੇ ਹੋਏ ਇਹ ਦਿੱਲੀ ਤੇ ਪੰਜਾਬ ਦੀ ਲੜਾਈ ਹੈ। ਔਰ ਸੰਤ ਰਾਮ ਉਦਾਸੀ ਨੇ ਗਿੱਲ ਸਾਹਿਬ ਲਿਖਿਆ ਸੀ, ਤੇਰੀ ਕੱਚੀ ਗੜੀ ਚਮਕੌਰ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਤਾਂ ਹੁਣ ਪੰਜਾਬ ਦੇ ਸਪੂਤ ਤੁਰੇ ਨੇ ਟਰਾਲੀਆਂ ਟਰੈਕਟਰ ਲੈ ਕੇ ਤੇ ਕੁੱਲੀ ਕੁੱਲੀ ਨੂੰ ਕਿਲਾ ਬਣਾ ਕੇ ਮੁੜਨਗੇ ਜੀ ਗਿੱਲ ਸਾਹਿਬ। ਧੰਨਵਾਦ। ਤੇ ਇਹ ਦੱਸੋ ਵੀ ਬਠਿੰਡੇ 'ਚ ਜੱਗੋਂ 13ਵੀਂ ਇੱਕ ਸਿਰਫਿਰੇ ਆਸ਼ਿਕ ਨੇ ਕੀਤੀ, ਟੱਬਰੇ ਮਾਰਤਾ ਤੇ ਦੋਸਤ ਕੁੜੀ ਵੀ ਮਾਰ ਕੇ ਆਪ ਵੀ ਮਰ ਗਿਆ, ਹੋਇਆ ਕੀ? ਗਿੱਲ ਸਾਹਿਬ ਬੜੀ ਮੰਦਭਾਗੀ ਘਟਨਾ ਇਹ ਜਿਹੜੀ ਉਹ ਵਾਪਰੀ ਹੈ। ਹੋਇਆ ਇਹ ਵੀ ਅੱਜ ਸਵੇਰੇ ਜਦੋਂ ਬਠਿੰਡੇ ਦੀ ਪੌਸ਼ ਏਰੀਆ ਗਾ ਪੂਨੀਆ ਕਲੋਨੀ, ਉੱਥੇ ਜਦੋਂ ਦੇਖਿਆ ਵੀ ਇੱਕ ਪਰਿਵਾਰ ਦਾ ਗੇਟ ਹੀ ਨਹੀਂ ਖੁੱਲਿਆ, ਔਰ ਜਦੋਂ ਆਂਢੀਆਂ ਗੁਆਂਢੀਆਂ ਨੇ ਦੇਖਿਆ ਤਾਂ ਪਤਾ ਲੱਗਿਆ 3 ਲਾਸ਼ਾਂ ਉਸ ਪਰਿਵਾਰ ਦੇ ਵਿੱਚ ਪਈਆਂ ਸੀ। ਇੱਕ 20 ਕੁ ਸਾਲਾਂ ਦੀ ਲੜਕੀ, ਉਹਦਾ 45 ਕੁ ਸਾਲਾਂ ਦਾ ਬਾਪ ਤੇ 43 ਕੁ ਸਾਲਾਂ ਦੀ ਮਾਤਾ। ਮੁਲਾਜ਼ਮ ਬੈਂਕ ਲੱਗਿਆ ਹੋਇਆ ਸੀ ਗਿੱਲ ਸਾਹਿਬ, ਕੋਆਪਰੇਟਿਵ ਸੁਸਾਇਟੀ ਦੇ ਵਿੱਚ ਸੈਕਟਰੀ ਸੀ। ਔਰ ਉਸ ਦੀ ਲੜਕੀ ਪਤਨੀ ਤੇ ਉਹਦੀ ਹੱਤਿਆ ਤੋਂ ਬਾਅਦ ਪੂਰੇ ਬਠਿੰਡੇ ਦੇ ਵਿੱਚ ਤਹਿਲਕਾ ਮਚ ਗਿਆ ਕਿ ਆਖਰ ਹੋਇਆ ਕੀ, ਆਖਰ ਇਸ ਘਟਨਾਕ੍ਰਮ ਦੇ ਪਿੱਛੇ ਕੀ ਹੋ ਸਕਦਾ ਹੈ।
ਤਾਂ ਉਸ ਤੋਂ ਬਾਅਦ ਦੁਪਹਿਰ ਦੇ ਲਗਭਗ ਕੁਝ ਕੁ ਸਮੇਂ ਬਾਅਦ ਇੱਕ ਵੀਡੀਓ ਗਿੱਲ ਸਾਹਿਬ ਵਾਇਰਲ ਹੋਇਆ, ਔਰ ਉਹ ਸਿਰਫਿਰੇ ਆਸ਼ਿਕ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਦੀ ਵੀਡੀਓ ਬਣਾ ਕੇ ਉਹਨੇ ਦੱਸਿਆ, ਕਹਿੰਦਾ ਮੇਰੇ ਉਸ ਕੁੜੀ ਨਾਲ ਰਿਲੇਸ਼ਨ ਸੀ, ਸਾਡੇ ਸੰਬੰਧ ਸੀ, ਔਰ ਉਹ ਕੁੜੀ ਕਹਿੰਦਾ ਮੈਨੂੰ ਕਹਿ ਰਹੀ ਸੀ ਵੀ ਤੂੰ ਵਿਆਹ ਕਰਵਾ। ਉਹਦੇ ਮਾਂ-ਬਾਪ ਵੀ ਮੇਰੇ ਤੇ ਪ੍ਰੈਸ਼ਰ ਪਾ ਰਹੇ ਸੀ ਵੀ ਤੂੰ ਵਿਆਹ ਕਰਾ। ਕਹਿੰਦਾ ਮੇਰਾ ਪਰਿਵਾਰ ਮੇਰਾ ਵਿਆਹ ਹੋਰ ਥਾਂ ਕਰਨਾ ਚਾਹੁੰਦਾ ਸੀ, ਮੈਂ ਮੰਨ ਨਹੀਂ ਸੀ ਰਿਹਾ। ਉਹ ਕਹਿੰਦੇ ਵੀ ਜੇ ਤੂੰ ਵਿਆਹ ਨਹੀਂ ਕਰਾਉਂਦਾ ਤਾਂ ਫਿਰ ਤੇਰੇ ਤੇ ਜਿਹੜਾ ਬਲਾਤਕਾਰ ਦਾ ਕੇਸ ਆ ਉਹ ਦਰਜ ਕਰਾਵਾਂਗੇ। ਔਰ ਉਸ ਘਟਨਾਕ੍ਰਮ ਤੋਂ ਕਹਿੰਦਾ ਮੈਂ ਆਪਦੇ ਰਿਸ਼ਤੇਦਾਰੀ ਚੋਂ ਕਿਸੇ ਦੀ ਪਿਸਤੌਲ ਚੱਕ ਕੇ ਤਿੰਨਾਂ ਦੇ ਜਾ ਕੇ ਉਹਨਾਂ ਦੇ ਕਤਲ ਕਰਤੇ, ਔਰ ਹੁਣ ਕਹਿੰਦਾ ਮੈਂ ਇਸ ਤੋਂ ਬਾਅਦ ਖੁਦਕੁਸ਼ੀ ਆ ਜਿਹੜੀ ਉਹ ਕਰਨ ਜਾ ਰਿਹਾ। ਤੋ ਇਹ ਬੜੀ ਮੰਦਭਾਗੀ ਗਿੱਲ ਸਾਹਿਬ ਘਟਨਾ ਗਈ। ਔਰ ਜਿਹੜਾ ਇਹ ਮੁੰਡਾ ਹੈਗਾ ਸਿਰਫਿਰੇ ਆਸ਼ਿਕ, ਉਹ ਮਾਨਸਾ ਖੁਰਦ ਦਾ ਰਹਿਣ ਵਾਲਾ, ਉਹਦਾ ਨਾਮ ਸ਼ੁਭਕਰਮ ਸਿੰਘ ਹੈ, ਸੁਰਿੰਦਰ ਸਿੰਘ ਦਾ ਬੇਟਾ ਹੈਗਾ। ਔਰ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹਨੇ ਇੱਕ ਵੀਡੀਓ ਬਣਾ ਕੇ ਉਹਨੂੰ ਵਾਇਰਲ ਕੀਤੀ। ਦੂਜੇ ਬੰਨੇ ਜਿਹੜੇ ਵਿਅਕਤੀ ਦੀ ਮੌਤ ਹੋਈ ਹੈ ਬਠਿੰਡਾ ਦੀ ਕਮਲਾ ਨਹਿਰੂ ਜਿਹੜੀ ਕਲੋਨੀ ਹੈ, ਨਹਿਰੂ ਕਲੋਨੀ ਹੈ, ਉਹਦਾ ਚਰਨਜੀਤ ਸਿੰਘ ਖੋਖਰ ਜਿਹੜਾ ਸਹਿਕਾਰੀ ਸਭਾ ਬੀਬੀ ਵਾਲਾ ਦੇ ਵਿੱਚ ਸਕੱਤਰ ਦੇ ਅਹੁਦੇ ਦੇ ਉੱਤੇ ਤੈਨਾਤ ਸੀ। ਤੋਂ ਬੜੀ ਮੰਦਭਾਗੀ ਘਟਨਾ ਗਈ। ਔਰ ਸਮਾਜਿਕ ਜਿਹੜੇ ਰਿਸ਼ਤੇ ਨੇ ਉਹ ਕਿਸ ਤਰੀਕੇ ਦੇ ਨੇ ਅੱਜ ਕੱਲ੍ਹ, ਜਿਹੜਾ ਸਾਡਾ ਸੱਭਿਆਚਾਰ ਹੈ, ਨਾ ਤਾਂ ਗਿੱਲ ਸਾਹਿਬ ਅਸੀਂ ਪੱਛਮ ਨੂੰ ਅਡੋਪਟ ਕਰ ਪਾ ਰਹੇ ਹਾਂ, ਨਾ ਅਸੀਂ ਸਾਡਾ ਇੱਥੋਂ ਦਾ ਜਿਹੜਾ ਸੱਭਿਆਚਾਰ ਸੀ, ਜਿਹੜੀ ਇੱਥੋਂ ਦੀ ਰਹਿਣ ਸਹਿਣ ਜੀਵਨ ਪ੍ਰਣਾਲੀ ਸੀ, ਨਾ ਹੀ ਉਹਦੇ ਅਨੁਸਾਰ ਜਿਉਂਦੇ ਆ, ਵਿੱਚ ਵਿਚਾਲੇ ਫਸੇ ਹੋਏ ਜਿਉਂ ਰਹੇ ਹਾਂ। ਔਰ ਉਹਦੇ ਵਿੱਚੋਂ ਹੀ ਅਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰ ਰਹੀਆਂ ਨੇ। ਜੀ, ਅੰਮ੍ਰਿਤਸਰ ਦੇ ਕਪਿਲ ਸ਼ਰਮਾ ਨੇ ਵੀ ਜ਼ਿੰਦਗੀ ਜਿਹੜੀ ਬੜੀ ਅਮੀਰ ਕਰ ਲਈ। ਪਿਛਲੇ ਦਿਨੀ ਨਵਜੋਤ ਸਿੱਧੂ ਦੇ ਘਰੇ ਆਇਆ, ਸਿੱਧੂ ਦਾ ਵੀ ਦੇ ਨਾਲ ਉਹਨੇ ਚਾਹ ਪਾਣੀ ਪੀਤੀ ਤੇ ਗਰੀਬੀ ਚੱਕਤੀ ਕਪਿਲ ਸ਼ਰਮਾ ਨੇ। ਪਰ ਭਾਰਤੀ ਸਿੰਘ ਬਾਰੇ ਪਿਛਲੇ ਦਿਨੀ ਪੜ੍ਹ ਕੇ ਬੜਾ ਮਨ ਨੂੰ ਆਇਆ ਵੀ ਯਾਰ ਇੰਨੀ ਗਰੀਬੀ 'ਚ, ਕਿਉਂਕਿ ਉਹਨੂੰ ਕੁਦਰਤ ਨੇ ਵਿਚਾਰੀ ਨੂੰ ਸ਼ਕਲ ਸੂਰਤ ਉਹਦੀ ਸਿਹਤ ਦੇ ਬਾਰੇ ਵੀ ਅਨਿਆਏ ਕੀਤਾ, ਪਰ ਕਿਸ ਤਰ੍ਹਾਂ ਉਹ ਇੱਕ ਗਰੀਬੀ, ਇੱਕ ਕੁੱਲੀਆਂ ਦੇ ਵਿੱਚੋਂ ਮਾਂ ਕੱਪੜੇ ਸਿਉਂ ਕੇ ਜ਼ਿੰਦਗੀ ਕਰਦੀ, ਘੁੱਗੂ ਬੋਲਦੇ ਫੈਕਟਰੀਆਂ 'ਚ ਕੰਮ ਕਰਦੀ, ਪੈਸੇ ਦੇਣ ਲੈਣ ਵਾਲੇ ਗਾਲਾਂ ਕੱਢਦੇ ਦਰਾਂ 'ਚ ਆ ਕੇ, ਤੇ ਅੱਜ ਉਹਦੇ ਕੋਲ ਸਾਰਾ ਕੁਛ ਹੈ। ਪਰ ਨਸ਼ੇ ਵਾਲਿਆਂ ਨੇ, ਇਨਫੋਰਸਮੈਂਟ ਨੇ ਉਸ ਨੂੰ ਤੇ ਉਹਦੇ ਘਰ ਵਾਲੇ ਨੂੰ ਫੜ ਲਿਆ, ਫੜਿਆ ਗਾਂਜੇ 'ਚ। ਗਾਂਜਾ ਹਰੇਕ ਦੇ ਖੀਸੇ 'ਚ। ਦੇਹਰਾਦੂਨ ਤੋਂ ਉੱਪਰ ਚੜ੍ਹ ਜਾਓ, ਦੇਵ ਭੂਮੀ ਜਿਹਨੂੰ ਕਹਿੰਦੇ ਆ, ਹਰ ਪ੍ਰਯਾਗ ਦੇ ਖੂੰਜੇ 'ਚ 60-100 ਸਾਧੂ ਬੈਠਾ ਤੇ ਉਹਨਾਂ ਦੀਆਂ ਪੋਟਲੀਆਂ ਗਾਂਜੇ ਨਾਲ ਭਰੀਆਂ ਪਈਆਂ। ਪਿੰਡਾਂ ਦੇ ਵਿੱਚ ਸ਼ਰੇਆਮ ਮੁੰਡੇ ਸੁੱਖਾ ਬਾਹਰਲੇ ਬੰਨੇ ਹੱਥਾਂ ਨਾਲ ਮਲ ਕੇ ਗਾਂਜਾ ਲਾਉਂਦੇ ਆ। ਇਹ ਚੱਕਰ ਕੀ ਚੱਲ ਰਿਹਾ ਜਿਹੜਾ ਬੰਬੇ 'ਚ ਹੋ ਰਿਹਾ, ਹੋ ਕੀ ਰਿਹਾ ਹੈ? ਗਿੱਲ ਸਾਹਿਬ, ਇਹ ਮਸਲਾ ਅਸਲ ਦੇ ਵਿੱਚ ਇਉਂ ਹੈ ਵੀ ਬਾਲੀਵੁੱਡ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਾਲੀਵੁੱਡ ਦੇ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨੇ ਜਦੋਂ ਖੁਦਕੁਸ਼ੀ ਕੀਤੀ, ਉਦੋਂ ਬਾਅਦ ਉਹਦੀ ਖੁਦਕੁਸ਼ੀ ਤੋਂ ਬਾਅਦ ਪਤਾ ਲੱਗਿਆ ਵੀ ਉਹ ਡਰੱਗ ਲੈਂਦਾ ਸੀਗਾ। ਉਦੋਂ ਬਾਅਦ ਕਿੰਨਿਆਂ ਨੂੰ ਦੀਪਿਕਾ ਪਾਦੂਕੋਣ ਸਮੇਤ ਜਿਹੜੇ ਉਹ ਚਿੱਠੀਆਂ ਕੱਢੀਆਂ, ਦਫ਼ਤਰਾਂ ਦੇ ਵਿੱਚ ਬੁਲਾਇਆ ਗਿਆ, ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰੀਆਂ ਵੀ ਕਾਫੀ ਹੋਈਆਂ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ। ਉਦੋਂ ਬਾਅਦ ਕੰਗਣਾ ਰਣੌਤ ਸਾਹਮਣੇ ਆਈ। ਕੰਗਣਾ ਰਣੌਤ ਨੇ ਕਿਹਾ ਬਾਲੀਵੁੱਡ 'ਚ ਤਾਂ ਆਮ ਹੀ ਚੱਲਦਾ। ਉਹ ਕਹਿੰਦੀ ਬਾਲੀਵੁੱਡ 'ਚ ਸਮੈਕ, ਹੈਰੋਇਨ, ਵੱਡੀਆਂ ਵੱਡੀਆਂ ਪਾਰਟੀਆਂ ਹੁੰਦੀਆਂ, ਪਾਰਟੀਆਂ 'ਚ ਨਸ਼ੇ ਵਰਤਾਏ ਜਾਂਦੇ ਨੇ। ਫਿਰ ਕੁਛ ਕੁ ਦਿਨਾਂ ਬਾਅਦ ਕੰਗਣਾ ਰਣੌਤ ਜਾ ਕੇ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਣ ਲੱਗ ਗਈ। ਔਰ ਫਿਰ ਉਸ ਤੋਂ ਬਾਅਦ ਇਹ ਬਾਲੀਵੁੱਡ ਦੇ ਵਿੱਚ ਅਸਲ 'ਚ ਗਿੱਲ ਸਾਹਿਬ ਪਿਛਲੇ ਸਮੇਂ ਤੱਕ ਵਰਤਾਰਾ ਚੱਲ ਰਿਹਾ। ਵਰਤਾਰਾ ਇਹ ਚੱਲ ਰਿਹਾ ਵੀ ਜਾਂ ਤਾਂ ਤੁਸੀਂ ਸਰਕਾਰ ਨਾਲ ਖੜ ਜਾਓ, ਨਹੀਂ ਤਾਂ ਫਿਰ ਤੁਸੀਂ ਪਾਸੇ ਹੋ ਜਾਓ। ਅਨੁਪਮ ਖੇਰ ਤੋਂ ਲੈ ਕੇ, ਕਿਰਨ ਖੇਰ ਤੋਂ ਲੈ ਕੇ, ਸਨੀ ਦਿਓਲ, ਧਰਮਿੰਦਰ, ਜਯਾ ਬਚਨ, ਹੇਮਾ ਮਾਲਿਨੀ, ਇੱਕ ਪੂਰੀ ਦੀ ਪੂਰੀ ਇਹਨਾਂ ਨੇ ਟੀਮ ਬਣਾਈ ਭਾਰਤੀ ਜਨਤਾ ਪਾਰਟੀ ਦੀ। ਔਰ ਉਸ ਤੋਂ ਬਾਅਦ ਉਹ ਹੇਠਾਂ ਤੱਕ ਸਲਮਾਨ ਖਾਨ ਤੱਕ ਜਿਹੜੇ ਉਹ ਇਸ ਪਾਸੇ ਨੂੰ ਆਏ। ਔਰ ਜਿਹੜੇ ਨਹੀਂ ਤੁਰੇ ਉਹਨਾਂ ਦੇ ਖਿਲਾਫ ਜਿਹੜੀ ਉਹ ਟ੍ਰੋਲਿੰਗ ਵੀ ਕੀਤੀ ਗਈ ਸੋਸ਼ਲ ਮੀਡੀਆ ਦੇ ਉੱਤੇ, ਜਿਨ੍ਹਾਂ 'ਚ ਅਮੀਰ ਖਾਨ ਨੂੰ ਮੁੱਖ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ। ਬਾਲੀਵੁੱਡ ਪਿਛਲੇ ਸਮੇਂ ਤੋਂ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਔਰ ਹੁਣ ਤਾਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਨਸ਼ਿਆਂ ਦੇ ਮਸਲੇ ਦੇ ਵਿੱਚ ਬਾਲੀਵੁੱਡ ਆ ਜਿਹੜੀ ਉਹ ਲਗਾਤਾਰ ਚਰਚਾ ਦਾ ਵਿਸ਼ਾ ਜਿਹੜੀ ਉਹ ਬਣੀ ਹੋਈ ਆ। ਲਗਾਤਾਰ ਛਾਪੇਮਾਰੀਆਂ ਹੋ ਰਹੀਆਂ ਨੇ। ਭਾਰਤੀ ਸਿੰਘ ਦਾ ਜਿਵੇਂ ਤੁਸੀਂ ਦੱਸਿਆ ਗਿੱਲ ਸਾਹਿਬ ਵੀ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਪੈਦਾ ਹੋਈ, ਔਰ ਉਸ ਤੋਂ ਬਾਅਦ ਉਹਨੇ ਆਪਣੇ ਮੋਟਾਪੇ ਤੇ ਆਪਣੇ ਮਧਰੇ ਕੱਦ ਨੂੰ ਆਪਣੀ ਹੀ ਕਲਾ ਬਣਾਇਆ, ਔਰ ਉਸ ਤੋਂ ਬਾਅਦ ਉਹ ਜਾ ਕੇ ਬਾਲੀਵੁੱਡ 'ਚ ਛਾ ਗਈ। ਅੱਜ ਉਹ ਬਾਲੀਵੁੱਡ ਦੀ ਕੁਈਨ ਜਿਹੜੀ ਕਹਿ ਸਕਦੇ ਹੈਗੇ, ਕਮੇਡੀਅਨ ਹੈ, ਕੁਈਨ ਕਮੇਡੀਅਨ ਦੇ ਤੌਰ ਦੇ ਉੱਤੇ ਮਸ਼ਹੂਰ ਹੈ। 36 ਸਾਲਾਂ ਦੀ ਉਹਦੀ ਉਮਰ ਹੈ। ਪਿਛਲੇ 10 ਸਾਲਾਂ ਦੇ ਵਿੱਚ ਕੋਈ ਅਜਿਹਾ ਕਮੇਡੀ ਸ਼ੋਅ ਨਹੀਂ ਹੋਇਆ ਜਿਹਦੇ 'ਚ ਭਾਰਤੀ ਸਿੰਘ ਨਾ ਹੋਈ ਗਈ ਹੋਵੇ। ਔਰ ਭਾਰਤੀ ਸਿੰਘ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਰਹੀ।
ਭਾਰਤੀ ਸਿੰਘ ਨੇ ਇਸ ਤੋਂ ਇਲਾਵਾ ਹੋਰ ਵੀ ਲਾਫਟਰ ਚੈਨਲਾਂ ਦੇ ਉੱਤੇ ਕਮੇਡੀ ਸਰਕਸ ਕੇ ਸੁਪਰਸਟਾਰ, ਕਮੇਡੀ ਸਰਕਸ ਕਾ ਜਾਦੂ, कमेडी सर्कस के तानसेन, कमेडी सर्कस का नया दौर, कहानी कमेडी सर्कस की, ये सारे कासे दे विच उन्हें कमेडी आ जिहड़े शो वो कीते। फिर टीवी डांस शो झलक दिखला जा सीजन 5 दे विच भी भारती सिंह ने आपदी प्रतिभा दा लोहा गा जिहड़ा वो मनाया। उस तो बाद भारती चैनल ते उत्ते काफ़ी फेमस होया बिग बॉस शो, नच बल्लीए शो, उहदे कई सीजन च भी गैसट के तौर के उत्ते वो गई। फिर भारती सिंह दा नां गा जिहड़ा ਉਹ ਕਮੇਡੀ ਖੇਤਰ ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਰਿਹਾ। ਉਹਨੇ ਮਸ਼ਹੂਰ ਟੀਵੀ ਸ਼ੋਅ ਖਤਰੋਂ ਕੇ ਖਿਲਾੜੀ ਦੇ ਵੀ ਕਈ ਸੀਜ਼ਨਾਂ ਦੇ ਵਿੱਚ ਗੈਸਟ ਦੇ ਤੌਰ ਤੇ ਉੱਤੇ ਸ਼ਮੂਲੀਅਤ ਕੀਤੀ। ਫਿਰ 2020 ਦੇ ਵਿੱਚ ਇਸ ਸ਼ੋਅ ਦੇ ਵਿੱਚ ਤੀਸਰੀ ਰਨਰ ਅਪ ਵੀ ਉਹ ਰਹੀ। ਔਰ ਕਪਿਲ ਸ਼ਰਮਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਿਅਕਤੀਆਂ ਦੇ ਨਾਲ ਉਹਨੇ ਸ਼ੋਅ ਨੇ ਜਿਹੜੇ ਉਹ ਕੀਤੇ ਨੇ। ਇਹਨਾਂ ਦਿਨਾਂ ਦੇ ਵਿੱਚ ਉਹ ਆਪਣੇ ਪਤੀ ਦੇ ਨਾਲ ਜਿਹੜਾ ਹਰਸ਼ ਦੇ ਨਾਲ ਇੱਕ ਸ਼ੋਅ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਦਿਸੂਗੀ। ਹਰਸ਼ ਲਿਮਚਿਆ ਜਿਹੜਾ ਗਾ ਉਹਦਾ ਪਤੀ, ਉਹ ਵੀ ਇਸੇ ਤਰੀਕੇ ਦੇ ਬਹੁਤ ਸਾਰੇ ਸ਼ੋਅ ਆ ਜਿਹੜੇ ਹੋਸਟ ਕਰਦਾ ਹੈ। ਖਤਰਾ 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 ਤੇ ਹਮ ਤੁਮ ਔਰ ਕੁਆਰੰਟੀਨ, ਇਹ ਸ਼ੋਅ ਵੀ ਉਹਦੇ ਪਤੀ ਨੇ ਜਿਹੜਾ ਹੋਸਟ ਕੀਤਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਆਜ਼ ਬੈਸਟ ਡਾਂਸਰ ਇਹ ਸ਼ੋਅ ਦੋਨੇ ਪਤੀ ਪਤਨੀ ਹੋਸਟ ਕਰਨ ਜਾ ਰਹੇ ਨੇ। ਸੋ ਉਸ ਤੋਂ ਪਹਿਲਾਂ ਜਿਹੜੀ ਉਹਦੀ ਗ੍ਰਿਫਤਾਰੀ ਹੋਈ ਹੈ, ਗਾਂਜਾ ਬਰਾਮਦ ਹੋਇਆ, ਅੱਜ ਉਹਨੂੰ ਜ਼ਮਾਨਤ ਵੀ ਮਿਲ ਗਈ ਹੈ। ਗਿੱਲ ਸਾਹਿਬ ਵੈਸੇ NDPS ਐਕਟ ਜਿਹੜਾ ਲੱਗਦਾ ਗਾ ਇਹਦੇ 'ਚ ਛੇਤੀ ਕੀਤਿਆਂ ਜ਼ਮਾਨਤ ਮਿਲਦੀ ਨਹੀਂ, ਪਰ ਉਹਨੂੰ ਅੱਜ ਜ਼ਮਾਨਤ ਵੀ ਮਿਲ ਗਈ ਹੈ। ਸੋ ਕਾਫੀ ਕੁਛ ਬਾਲੀਵੁੱਡ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਾਨੂੰ ਸੁਣਨ ਨੂੰ ਮਿਲੂਗਾ ਜੀ। ਭੂਤਾਂ ਵਾਲੇ ਖੂਹ ਦਾ ਪਿੰਡ ਭਗਤੇ ਭਾਈ ਕਿਤੇ ਡੇਰਾ ਪ੍ਰੇਮੀ ਦੇ ਹੋਏ ਕਤਲ ਤੋਂ ਬਾਅਦ ਕੀ ਹਾਲਾਤ ਨੇ ਹੁਣ? ਗਿੱਲ ਸਾਹਿਬ, ਹਾਲਾਤ ਬੜੇ ਤਣਾਅਪੂਰਨ ਬਣੇ ਹੋਏ ਨੇ। ਮਤਲਬ ਪੰਜਾਬ ਦਾ ਜਿਹੜਾ ਰੁੱਖ ਹੈ, ਇੱਕ ਬੰਨੇ ਦਿੱਲੀ ਦੇ ਨਾਲ ਪੰਜਾਬ ਦੀ ਲੜਾਈ ਦਾ ਦੌਰ ਹੈ, ਇੱਕ ਬੰਨੇ ਕੇਂਦਰ ਦੇ ਖਿਲਾਫ ਪੂਰੇ ਪੰਜਾਬ ਦੀ ਇਕਜੁੱਟਤਾ ਦਾ ਦੌਰ ਹੈ। ਗਿੱਲ ਸਾਹਿਬ, ਇਹ ਨਾ ਕਦੇ ਕਦੇ ਹੀ ਹੁੰਦਾ ਗਾ ਕਿ ਪੰਜਾਬ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਸਾਰੇ ਮਜ਼ਦੂਰ, ਸਾਰੇ ਕਿਸਾਨ, ਸਾਰੇ ਦੁਕਾਨਦਾਰ, ਵਪਾਰੀ ਜਦੋਂ ਇੱਕ ਧਾਗੇ 'ਚ ਇੱਕ ਮਾਲਾ 'ਚ ਪਰੋਏ ਜਾਂਦੇ ਨੇ ਨਾ, ਉਦੋਂ ਹਕੂਮਤਾਂ ਦਹਿਲਦੀਆਂ ਨੇ। ਗਦਰ ਪਾਰਟੀ ਵੇਲੇ ਵੀ ਦੇਖੀਏ, ਗਦਰ ਪਾਰਟੀ ਦੇ ਵਿੱਚ ਵੀ ਕਰਤਾਰ ਸਿੰਘ ਸਰਾਭਾ ਵੀ ਆ, ਤੁਸੀਂ ਦੇਖੋ ਲਾਲਾ ਹਰਦਿਆਲ ਵੀ ਹੈ, ਰਹਿਮਤ ਅਲੀ ਵਜੀਦ ਕੇ ਵੀ ਹੈ, ਇਤਫਾਕੁੱਲਾ ਖਾਨ ਵੀ ਹੈ। ਔਰ ਬੜੇ ਉਦੋਂ ਜਿਹੜੇ ਇਹ ਜਦੋਂ ਸਾਰਾ ਕੁਝ ਜੁੜਦਾ ਤਾਂ ਉਦੋਂ ਹੀ ਹਕੂਮਤਾਂ ਕੁਛ ਇੱਦਾਂ ਦੇ ਕਾਰੇ ਕਰਦੀਆਂ ਨੇ ਜਿਹਦੇ ਨਾਲ ਭਾਈਚਾਰਕ ਸਾਂਝਾਂ ਨੇ ਜਿਹੜੀਆਂ ਉਹ ਟੁੱਟਦੀਆਂ ਨੇ। ਸੋ ਅੱਜ ਜਦੋਂ ਪੂਰਾ ਪੰਜਾਬ, ਪੂਰਾ ਮੀਡੀਆ, ਪੂਰੀ ਦੁਨੀਆ ਇੱਕ ਪਾਸੇ ਨੂੰ ਦੇਖ ਰਹੀ ਹੈ ਇਸ ਅੰਦੋਲਨ ਨੂੰ, ਤਾਂ ਉੱਧਰੋਂ ਇੱਕ ਡੇਰਾ ਪ੍ਰੇਮੀ ਦਾ ਜਿਹੜਾ ਕਤਲ ਹੁੰਦਾ ਔਰ ਉਸ ਤੋਂ ਬਾਅਦ ਡੇਰੇ ਨਾਲ ਜੁੜੇ ਹੋਏ ਲੋਕ ਸੜਕ ਤੇ ਲਾਸ਼ ਰੱਖ ਕੇ ਬਹਿ ਜਾਂਦੇ ਨੇ। 3 ਦਿਨ ਹੋ ਗਏ ਗਿੱਲ ਸਾਹਿਬ, ਬਰਨਾਲਾ ਜਿਹੜਾ ਹਾਈਵੇ ਜਾਂਦਾ ਗਾ ਫਰੀਦਕੋਟ ਮੁਕਤਸਰ ਵਾਲੇ ਪਾਸੇ ਨੂੰ ਭਗਤੇ ਭਾਈ 'ਚ ਦੀ, ਉਹ ਬੰਦ ਕੀਤਾ ਹੋਇਆ ਗਾ। ਔਰ ਉੱਥੇ ਸੜਕ ਦੇ ਉੱਤੇ ਡੈਡ ਬੋਡੀ ਰੱਖ ਕੇ ਉਹ ਮੰਗ ਕਰ ਰਹੇ ਨੇ ਕਿ ਜਿਹੜੇ ਕਾਤਲ ਨੇ ਉਹ ਗ੍ਰਿਫਤਾਰ ਕੀਤੇ ਜਾਣ। ਔਰ ਇਸ ਮਸਲੇ ਦੇ ਵਿੱਚ ਇੱਕ ਕੋਈ ਲੰਬੇ ਗਰੁੱਪ, ਸੋ ਕਾਲਡ ਗੈਂਗਸਟਰ ਗਰੁੱਪ ਹੈ, ਉਹਨਾਂ ਨੇ ਜ਼ਿੰਮੇਵਾਰੀ ਫੇਸਬੁੱਕ ਦੇ ਉੱਤੇ ਲਈ ਆ ਵੀ ਅਸੀਂ ਕਤਲ ਕੀਤਾ ਹੈਗਾ। ਹਾਲਾਂਕਿ ਗੈਂਗਸਟਰ ਵੀ ਕਿਸੇ ਨਾ ਕਿਸੇ ਰਾਜਨੀਤਿਕ ਆਗੂ ਦੇ ਪਾਲੇ ਹੁੰਦੇ ਨੇ। ਬਹੁਤ ਸਾਰੇ ਗੈਂਗਸਟਰਾਂ ਨੇ ਬਾਹਰ ਆ ਕੇ ਕਹਾਣੀਆਂ ਦੱਸੀਆਂ ਨੇ। ਆਪਾਂ ਨੂੰ ਵੀ ਪਤਾ ਹੈ ਵੀ ਇਹ ਗੈਂਗਸਟਰ ਸ਼ਬਦ ਤਾਂ ਅੰਗਰੇਜ਼ੀ ਦਾ ਸ਼ਬਦ ਇੱਦਾਂ ਦਾ ਲਿਆ ਕੇ ਪੰਜਾਬ ਦੀ ਜਵਾਨੀ ਨੂੰ ਇੱਕ ਤਰੀਕੇ ਦੇ ਨਾਲ ਜਿਹੜਾ ਉਹ ਪ੍ਰੇਰਿਤ ਕਰਨ ਦੇ ਲਈ ਇਸ ਪਾਸੇ ਨੂੰ ਪਾਇਆ ਗਿਆ। ਉਂਝ ਇਹਨਾਂ ਨੂੰ ਪਹਿਲਾਂ ਬਦਮਾਸ਼ ਜਾਂ 10 ਨੰਬਰੀਏ ਕਹਿੰਦੇ ਹੁੰਦੇ ਸੀ। ਗਿੱਲ ਸਾਹਿਬ, ਗਿੱਲ ਸਾਹਿਬ, ਇਹ ਜਿਹੜਾ ਪੂਰੇ ਦਾ ਪੂਰਾ ਮਸਲਾ ਉਹ ਮੈਨੂੰ ਇਉਂ ਹੀ ਲੱਗਦਾ ਗਾ ਕਿ ਇਹ ਮਸਲਾ ਅਸਲ ਦੇ ਜਿਹੜੀ ਭਾਈਚਾਰਕ ਏਕਤਾ ਅੱਜ ਪੰਜਾਬ ਦੀ, ਉਹਨੂੰ ਕਿਤੇ ਨਾ ਕਿਤੇ ਜਿਹੜਾ ਹੋਰ ਪਾਸੇ ਲਾਉਣ ਦੇ ਲਈ ਕਿਸੇ ਏਜੰਸੀ ਦਾ ਜਾਂ ਕਿਸੇ ਹੋਰ ਇੱਦਾਂ ਦੀ ਜਿਹੜੀ ਚੀਜ਼ ਦਾ ਕੀਤਾ ਹੋਇਆ ਕਾਰਾ ਲੱਗਦਾ। ਅਦਰਵਾਈਜ਼ ਤਾਂ ਜੇ ਕੋਈ ਕਰੇ ਤਾਂ ਉਹ ਫਿਰ ਆਪਦੀ ਜ਼ਿੰਮੇਵਾਰੀ ਵੀ ਲੈਂਦਾ। ਔਰ ਗੈਂਗਸਟਰ ਕਦੋਂ ਕਦੇ ਇੱਦਾਂ ਦੇ ਕੰਮ ਨੇ ਜਿਹੜੇ ਉਹ ਕਰਨ ਲੱਗ ਗਏ। ਸੋ ਇਹ ਕਾਫੀ ਮਸਲਾ ਗਾ ਜਿਹੜਾ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦਾ ਗਾ। ਪਰ ਇੱਕ ਗੱਲ ਸਰਕਾਰ ਦੇ ਉੱਤੇ ਵੀ ਜ਼ਰੂਰ ਜੋੜਦੀ ਆ ਵੀ 3 ਦਿਨ ਤੋਂ ਜਿਹੜੇ ਉਹ ਵਿਅਕਤੀ ਡੈਡ ਬੋਡੀ ਰੱਖੀ ਬੈਠੇ ਨੇ, ਉਹ ਮਸਲਾ ਜਿਹੜਾ ਉਹ ਸਮੇਟਿਆ ਜਾਣਾ ਚਾਹੀਦਾ ਸੀ। ਜਦੋਂ ਪੰਜਾਬ ਦਾ ਦਿੱਲੀ ਦੇ ਨਾਲ ਅੱਜ ਜੰਗ ਚੱਲ ਰਿਹਾ ਹੈਗਾ ਤਾਂ ਉਸ ਪਾਸੇ ਹੀ ਧਿਆਨ ਆ ਜਿਹੜਾ ਉਹ ਲੋਕਾਂ ਦਾ ਕੇਂਦਰਿਤ ਹੋਣਾ ਚਾਹੀਦਾ ਸੀ। ਸੋ ਇਹ ਮਸਲਾ ਵੀ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ ਗਿੱਲ ਸਾਹਿਬ ਕਿ ਕੀ ਕੁਛ ਆ ਜਿਹੜਾ ਉਹ ਚੱਲ ਰਿਹਾ ਹੈਗਾ। ਉੱਧਰੋਂ ਹਰਿਆਣੇ ਵਾਲਿਆਂ ਨੇ ਡੇਰਾ ਮੁਖੀ ਨੂੰ 1 ਦਿਨ ਦੀ ਪੈਰੋਲ ਵੀ ਚੁੱਪ ਚਪੀਤੇ ਦਿੱਤੀ ਔਰ ਉਹਨੂੰ ਬਾਹਰ ਕੱਢਣ ਦੀਆਂ ਵੀ ਗੱਲਾਂ ਗੋਂਦਾਂ ਗੁੰਦੀਆਂ ਜਾ ਰਹੀਆਂ ਨੇ। ਸੋ ਕਾਫੀ ਕੁਛ ਜਿਹੜਾ ਇਸ ਵਿਸ਼ੇ ਦੇ ਉੱਤੇ ਚੱਲ ਰਿਹਾ ਹੈ ਜੀ। ਆਖਰੀ ਖਬਰ ਮੋਤੀਚੂਰ ਦੇ ਲੱਡੂਆਂ ਦੀ, ਕਹਿੰਦੇ ਜਿਹੜਾ ਖਾਂਦਾ ਹੈ ਉਹਨੂੰ ਹਿਚਕੀਆਂ ਆਉਂਦੀਆਂ ਨੇ, ਜਿਹੜਾ ਖਾਂਦਾ ਨਹੀਂ ਉਹਨੂੰ ਥਾਲ 'ਚ ਪੈ ਸੋਹਣੇ ਲੱਗਦੇ ਆ। ਜੀਰਕਪੁਰ ਵੱਲ ਕੋਈ ਕਹਿੰਦੇ ਜਹਾਜ਼ 'ਚ ਵਿਆਹ ਕੇ ਲਿਆਇਆ, ਭਾਊਆਂ ਨੇ ਮੁੰਡਾ ਹੀ ਮੋੜਤਾ, ਕਹਿੰਦਾ ਤੇਰਾ ਭਾਊ ਪੱਕਾ ਰਾਂਗੂ। ਹੋਇਆ ਕੀ ਜੀ? ਗਿੱਲ ਸਾਹਿਬ ਦੇਖੋ,
ਦੋਨੇ ਖਬਰਾਂ ਨੇ ਜਿਹੜੀਆਂ ਉਹ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ। 2 ਵਿਆਹ ਚਰਚਾ ਦਾ ਵਿਸ਼ਾ ਬਣ ਗਏ ਪੰਜਾਬ 'ਚ। ਇੱਕ ਤਾਂ ਲਾਲੜੂ ਨੇੜੇ, ਜੀਰਕਪੁਰ ਨੇੜੇ ਪਿੰਡ ਪੈਂਦਾ ਬਸੌਲੀ, ਉੱਥੋਂ ਦਾ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਸਾਬਕਾ ਵਾਈਸ ਚੇਅਰਮੈਨ ਆ ਗੁਰਿੰਦਰ ਸਿੰਘ ਬਸੌਲੀ, ਉਹਨੇ ਆਪਦਾ ਮੁੰਡਾ ਵਿਆਹ ਕੇ ਲਿਆਂਦਾ। ਉਹ ਗਿੱਲ ਸਾਹਿਬ ਜਹਾਜ਼ ਮੰਗਾਇਆ ਸਪੈਸ਼ਲ, ਔਰ ਜਹਾਜ਼ ਆ ਜਿਹੜਾ ਭਾਵੇਂ 5 ਮਿੰਟਾਂ ਦਾ ਰਸਤਾ ਸੀ ਪੈਲਸ ਤੱਕ ਦਾ, ਪਰ ਉਹ ਮੁੰਡੇ ਨੂੰ ਜਹਾਜ਼ 'ਚ ਵਿਆਹ ਕੇ ਲਿਆਇਆ, ਔਰ ਉਹਦੀ ਕਾਫੀ ਚਰਚਾ ਚੱਲ ਰਹੀ ਆ। ਇੱਧਰ ਅੰਮ੍ਰਿਤਸਰ ਨੇੜੇ ਪਿੰਡ ਪੈਂਦਾ, ਉੱਥੋਂ ਦਾ ਪਹਿਲਾਂ ਕੁੜੀ ਵਾਲੇ ਸ਼ਗਨ ਕਹਿੰਦੇ ਕਰ ਗਏ, ਜਦੋਂ ਮੁੰਡੇ ਵਾਲੇ ਬਰਾਤ ਲੈ ਕੇ ਗਏ ਉਹਨਾਂ ਨੇ ਮੂਹਰੇ ਹੀ ਬਾਜੇ ਗਾਜੇ ਵਾਲੇ ਸੀ ਜਿਹੜੇ, ਪਹਿਲਾਂ ਤਾਂ ਉਹ ਟੱਕਰ ਤੇ ਉਦੋਂ ਬਾਅਦ ਬਰਾਤ ਦੇ ਪਿੱਛੇ ਪੈ ਗਏ। ਕੁੜੀ ਦਾ ਭਰਾ ਕਹਿੰਦਾ ਵੀ ਮੁੰਡੇ ਦਾ ਰੰਗ ਪੱਕਾ ਹੈਗਾ, ਅਸੀਂ ਨਹੀਂ ਕੁੜੀ ਤੋਰਨੀ। ਮਸਲਾ ਥਾਣੇ ਵਗ ਗਿਆ, ਥਾਣੇ ਵਾਲਿਆਂ ਨੇ ਦੋਨੇ ਤਰ੍ਹਾਂ ਬਹਾ ਕੇ ਗੱਲਬਾਤ ਕੀਤੀ, ਕੁੜੀ ਦਾ ਭਰਾ ਨਹੀਂ ਮੰਨਿਆ, ਉਹ ਕਹਿੰਦਾ ਵੀ ਨਹੀਂ ਮੁੰਡੇ ਦਾ ਰੰਗ ਪੱਕਾ। ਹੁਣ ਮੁੰਡੇ ਵਾਲੇ ਇਸ ਗੱਲ ਦੇ ਉੱਤੇ ਅੜ ਗਏ, ਉਹ ਕਹਿੰਦੇ ਵੀ ਪਹਿਲਾਂ ਕਿਹੜਾ ਤੁਹਾਨੂੰ ਪਤਾ ਨਹੀਂ ਸੀਗੇ, ਤੁਸੀਂ ਪਹਿਲਾਂ ਆ ਕੇ ਗਏ ਹੋ, ਦੇਖ ਕੇ ਗਏ ਹੋ। ਤਾਂ ਇਹ ਮਸਲਾ ਕਾਫੀ ਗਿੱਲ ਸਾਹਿਬ ਉਲਝਿਆ ਹੋਇਆ, ਮਸਲਾ ਚਰਚਾ ਦਾ ਵਿਸ਼ਾ ਹੈਗਾ ਜਿਹੜਾ ਉਹ ਬਣਿਆ ਹੋਇਆ ਜੀ। ਧੰਨਵਾਦ ਬਹੁਤ ਬਹੁਤ ਤੁਹਾਡੇ ਸਮੇਂ ਲਈ। ਕੱਲ ਨੂੰ ਫੇਰ 9:20 ਤੇ ਮੇਰੇ ਸਮੇਂ ਤੇ ਤੁਹਾਡੇ 11:45 ਵਜੇ ਦੇਸ਼ ਪੰਜਾਬ ਦੇ ਝਰੋਖੇ ਚੋਂ ਇਸ ਸੈਗਮੈਂਟ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸ਼ੁਭ ਸ਼ਾਮਾਂ ਤੇ ਚੜ੍ਹਦੀ ਕਲਾ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਸਰ ਨਵਕਿਨ ਸਿੰਘ ਪੱਤੀ ਪਿੰਡ ਬਰਨਾਲੇ ਤੋਂ ਗੱਲਬਾਤ ਕਰ ਰਹੇ ਸੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਹਰਦੀਪ ਸਿੰਘ ਨਿੱਜਰ ਗੱਲ ਕਰਨਗੇ। ਜਿਹੜੀ ਗੱਲਬਾਤ ਚੱਲ ਰਹੀ ਹੈ ਕਿ ਪ੍ਰਿੰਟਰ ਮੋੜੋ ਵੀ ਸਾਡੀ ਮਸ਼ੀਨ ਮੋੜੋ, ਅਸੀਂ ਜਵਾਕਾਂ ਨੂੰ ਪ੍ਰਿੰਟਿੰਗ ਕਰਨੀ ਸਿਖਾਉਣੀ ਹੈ, ਹੋਰ ਨਾ ਕੋਈ ਬਣਾਇਓ, ਪ੍ਰਿੰਟਰ ਬਣਾਇਓ। ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਂ ਉਹਨਾਂ ਦੇ ਸਹਾਇਕ ਵੱਲੋਂ ਇੱਕ ਚਿੱਠੀ ਆਈ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਨੂੰ ਕਿ ਜਿਹੜੇ ਬਿਨਾਂ ਅਣਪ੍ਰਵਾਨਿਤ ਗੁਰੂ ਮਹਾਰਾਜ ਦੇ ਸਰੂਪ ਇੱਥੇ ਛਾਪੇ ਗਏ, ਉਹਨਾਂ ਦੇ ਸੰਬੰਧ 'ਚ ਸਿੱਖ ਸੰਗਤ ਨੇ ਜਿਸ ਦਿਨ ਸਰੂਪ ਲੈ ਕੇ ਗਏ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ 'ਚ, ਨਾਲ ਹੀ ਉਹਦਾ ਜਿਹੜਾ ਸਾਜੋ ਸਮਾਨ ਜਿੱਥੋਂ ਪ੍ਰਿੰਟ ਹੁੰਦੇ ਸੀ ਉਹ ਲੈ ਗਏ। ਹੁਣ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਰਹੇ ਨੇ ਵੀ ਮਹਿੰਗੀ ਚੀਜ਼ ਹੈ ਮੋੜੋ, ਉਹਦੇ ਸੰਬੰਧ 'ਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਮੁੱਖ ਸੇਵਾਦਾਰ ਮੇਰੇ ਨਾਲ ਨੇ। ਪਿਛਲੇ ਦਿਨੀ ਢਿੱਲੇ ਹੋਣ ਕਰਕੇ ਆਪਾਂ ਇਸ ਵਿਸ਼ੇ ਤੇ ਗੱਲ ਨਹੀਂ ਕਰ ਸਕੇ। ਉਹ ਦੱਸਣਗੇ ਕਿ ਉਹਨਾਂ ਨੇ ਸਿੱਖ ਸੰਗਤਾਂ ਨਾਲ ਗੱਲਬਾਤ ਕਰਕੇ ਕਿਹੜੀ ਜਗ੍ਹਾ ਤੇ ਗੱਲ ਖੜੀ ਹੈ, ਕਿ ਉਹ ਕੀ ਹੁਣ ਸੋਚਦੇ ਨੇ ਤੇ ਸੰਗਤਾਂ ਕੀ ਸੋਚਦੀਆਂ ਨੇ। ਨਿੱਜਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਬਾਜੀ। ਆਪ ਜੀ ਤੇ ਆਪ ਜੀ ਸਰੋਤਿਆਂ ਦਾ ਧੰਨਵਾਦ ਜੀ। ਅੱਛਾ ਜੀ, ਕੀ ਹੁਣ ਸੰਗਤ ਦਾ ਫੈਸਲਾ ਕੀ ਹੈ ਜੀ? ਇਹ ਜੀ ਅਸੀਂ BC ਸਿੱਖ ਕੌਂਸਲ ਤੇ ਅੰਟਾਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਤੇ ਇੱਥੇ ਜਿੰਨੇ ਵੀ ਲੋਕਲ, ਜਿਸ ਦਿਨ ਆਪਾਂ ਮਹਾਰਾਜ ਦੇ ਸਰੂਪਾਂ ਦੇ ਲਈ ਹਜੇ ਹੁਕਮਨਾਮਾ ਨਹੀਂ ਸੀ ਆਇਆ ਆਦੇਸ਼, ਉਦਣ ਬਾਹਰ ਸਾਡੇ ਮੋਹਰੇ ਫਰੰਟ ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੇ ਪਾਰਕ ਦੇ ਵਿੱਚ 400-500 ਸਿੰਘਾਂ ਦਾ ਇਕੱਠ ਸੀ ਜੀ, ਜਿਸ ਬੱਚੇ ਬੱਚੀਆਂ ਤੇ ਬਜ਼ੁਰਗ ਸਾਰੇ ਸੀ। ਉਹਨਾਂ ਨੇ ਜਦੋਂ ਅਸੀਂ 8 ਸੁਸਾਇਟੀਆਂ ਵਾਲੇ ਅੰਦਰ ਮੀਟਿੰਗਾਂ ਕਰ ਰਹੇ ਸੀ ਤੇ ਬਾਹਰਲੇ ਸਿੰਘਾਂ ਨੇ ਇਹ ਕਿਹਾ ਸੀਗਾ ਵੀ ਜੇ ਇਹ ਛਾਪ ਰਿਹਾ ਵੀ ਇਹਦੇ ਉੱਥੇ ਖਾਲਸਾ ਸਕੂਲ ਮੂਹਰੇ ਮੁਜ਼ਾਹਰਾ ਹੋਵੇ ਤੇ ਇਹਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ। ਇਹ ਸੰਗਤਾਂ ਦਾ ਫੈਸਲਾ ਸੀ, ਨਾ ਕਿ ਸਾਡਾ ਪ੍ਰਬੰਧਕਾਂ ਦਾ ਜੀ। ਅਸੀਂ ਉਸ ਸੰਗਤਾਂ ਦੇ ਫੈਸਲੇ ਤੇ 8 ਸੁਸਾਇਟੀਆਂ ਨੇ ਫੁੱਲ ਚੜਾਏ, ਉਹ ਮੰਨ ਕੇ ਤੇ ਉਸੇ ਰਾਤ ਨੂੰ ਇਹ ਹੁਕਮਨਾਮਾ ਆ ਗਿਆ। ਮੈਂ ਅੱਗੇ ਵੀ ਇਹ ਗੱਲ ਕਰ ਚੁੱਕਾ, ਸਟੇਜ ਤੋਂ ਵੀ ਕਹਿ ਚੁੱਕਾ। ਜਿੱਦਣ ਮੰਨ ਲਓ ਸ਼ਾਮ ਤੱਕ ਇਹ ਗੱਲ ਸੀ 9-9:30 ਵਜੇ ਤੱਕ ਵੀ ਇਸ ਬੰਦੇ ਦੀਆਂ ਲੇਲੜੀਆਂ ਕੱਢਦੇ ਰਹੇ ਇੱਥੇ ਦੇ ਸਿੰਘ, ਬਈ ਇਹਦੀ ਜੀ ਚੱਲਦੀ ਬਹੁਤ ਆ, ਪਹੁੰਚ ਆ, ਕਿਉਂਕਿ ਪੈਸੇ ਦਾ ਤੁਹਾਨੂੰ ਪਤਾ ਜੋ ਉੱਥੇ ਵੀ ਚੱਲਦਾ ਤੇ ਇੱਥੇ ਵੀ ਚੱਲਦਾ। ਜੋ ਇਹਦੀਆਂ ਪਿਛਲੀਆਂ ਬੰਦੇ ਦੀਆਂ ਚਿੱਠਾ ਆ ਉਹ ਸਾਰਿਆਂ ਨੂੰ ਭਲੀ ਭਾਂਤ ਜਾਣੂ ਆ ਵੀ ਇਹ ਬੰਦੇ ਨੇ ਕੀ ਕੀਤਾ। ਤੇ ਉਸ ਦਿਨ ਰਾਤ ਨੂੰ 1:30-2 ਵਜੇ ਉੱਥੋਂ ਆਦੇਸ਼ ਆਇਆ, ਉਹਨਾਂ ਦੇ ਸਹਾਇਕ ਨੇ ਭੇਜਿਆ 5 ਸਿੰਘ ਸਾਹਿਬਾਨਾਂ ਦੇ ਸਿਗਨੇਚਰਾਂ ਹੇਠ। ਉਹਦੇ ਕਹੇ ਤੇ ਕਿਉਂਕਿ ਇੱਥੇ BC ਦੀਆਂ 8 ਸਿੱਖ ਸੁਸਾਇਟੀਆਂ ਜ਼ੋਰ ਲਾ ਹਟੀਆਂ, ਜਿਹੜੇ ਇੱਥੇ ਦੇ 5 ਸਿੰਘ ਸਾਹਿਬਾਨ ਆ ਉਹ ਤੇ ਬਾਕੀ ਸਿੰਘ ਜ਼ੋਰ ਲਾ ਹਟੇ ਇਹਨੂੰ ਵੀ ਤੂੰ ਛਾਪਣਾ, ਤੇਰੇ ਕੋਲ ਕੋਈ ਵੀ ਅਕਾਲ ਤਖਤ ਨੇ ਜਾਂ ਸ਼੍ਰੋਮਣੀ ਕਮੇਟੀ ਨੇ ਤੈਨੂੰ ਛਾਪਣ ਦੀ ਨਹੀਂ ਦਿੱਤੀ ਹੈਗੀ ਅਥਾਰਟੀ, ਤੇ ਤੂੰ ਮਹਾਰਾਜ ਦੇ ਸਰੂਪ ਛਾਪਣ ਡਿਆ। ਇਹ ਕਦੇ ਮੀਟਿੰਗਾਂ ਦੇ ਵਿੱਚ ਬਹੁਤ ਲੰਮਾ ਸਮਾਂ ਫਰਵਰੀ ਤੋਂ ਮੀਟਿੰਗਾਂ ਚੱਲਦੀਆਂ ਸੀ ਇਹਦੇ ਨਾਲ। ਇਹ ਕਦੇ ਕਹਿ ਦਿੰਦਾ ਸੀ ਬੰਦਾ ਐਡਾ ਸ਼ਾਤਰ ਬੰਦਾ, ਕਦੇ 2 ਛਾਪੇ, ਕਦੇ 5 ਛਾਪੇ, ਕਦੇ 10 ਛਾਪੇ, ਕਦੇ 20 ਛਾਪੇ, ਕਦੇ 50 ਛਾਪੇ, ਕੋਈ ਇਹਨੇ ਲੜੀ ਸਿਰਾ ਨਹੀਂ ਫੜਾਇਆ। ਇਹ ਬਾਕੀ ਵੀ ਸੁਸਾਇਟੀਆਂ ਵਾਲੇ ਦੱਸ ਸਕਦੇ ਆ।
ਤੇ ਸਾਡੇ ਬੁਲਾਰੇ ਵੀ BC ਸਿੱਖ ਕੌਂਸਲ ਦੇ ਦੱਸ ਸਕਦੇ ਆ, ਚੇਅਰਪਰਸਨ ਵੀ ਦੱਸ ਸਕਦੇ ਆ ਜੀ ਜੀ ਵੀ ਇਹਨਾਂ ਨੇ ਇਸ ਬੰਦੇ ਨੇ ਮੀਟਿੰਗਾਂ ਦੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆ ਕੇ ਜਦੋਂ ਮਰਜ਼ੀ ਡਿਬੇਟ ਰੱਖ ਲਵੇ, 8 ਸੁਸਾਇਟੀਆਂ ਵਾਲਿਆਂ ਨੂੰ ਵੀ ਸੱਦ ਲਵੇ, 10 ਨੂੰ ਵੀ, ਇਹ ਮਹਾਰਾਜ ਦੀ ਹਜ਼ੂਰੀ 'ਚ ਕਹਿ ਦੇਵੇ ਤੇ 10 ਕਹਿ ਦੇਵੇ, ਜਿਹੜੀ ਸੰਗਤ ਸਜਦੂ ਮੈਂ ਭੁਗਤਣ ਨੂੰ ਤਿਆਰ ਆ ਜੀ। ਇਹ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਝੂਠ ਬੋਲਿਆ। ਅਸੀਂ 5 ਛਾਪੇ, ਰੇਡੀਓ ਤੇ ਜਾ ਕੇ 10 ਛਾਪੇ ਆ ਗਏ, 11 ਥੇ ਇਹਨੇ ਮਹਾਰਾਜ ਦੇ ਸਰੂਪ ਅਗਨ ਭੇਟ ਵੀ ਕੀਤੇ। ਜਿਸ ਦਿਨ ਫਿਰ ਸੰਗਤਾਂ ਦੂਸਰੇ ਦਿਨ ਹੁਕਮਨਾਮਾ ਆਇਆ, ਆਦੇਸ਼ ਆਇਆ, ਤੇ ਇਹਨਾਂ ਨੇ ਕੋਈ ਸਾਨੂੰ ਈਮੇਲ ਨਹੀਂ ਕੀਤੀ, ਕੁਛ ਨਹੀਂ ਕੀਤਾ। ਉਸ ਦਿਨ 1550 AM ਤੇ ਅਸੀਂ ਬੋਲ ਕੇ ਹਟੇ ਤੇ ਮੇਰੇ ਨਾਲ ਇਹਨਾਂ ਦਾ ਕੋਈ ਬੰਦਾ ਗੱਲਬਾਤ ਕਰ ਰਿਹਾ ਸੀ। ਮੈਂ ਉਹਨਾਂ ਨੂੰ ਕਿਹਾ ਵੀ ਜਿੰਨਾ ਚਿਰ ਤੁਸੀਂ ਈਮੇਲ ਨਹੀਂ ਕਰਦੇ ਅਸੀਂ ਨਹੀਂ ਲੈ ਕੇ ਆਵਾਂਗੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕੋਈ ਉੱਥੇ ਲੜਾਈ ਹੋਵੇ, ਕੁਛ ਹੋਵੇ, ਕੱਲ ਨੂੰ ਤੁਸੀਂ ਸਾਡੇ ਤੇ ਚਾਰਜ ਲਵਾਓ। ਇਹਨਾਂ ਨੇ ਈਮੇਲ ਕੀਤੀ ਤੇ ਅਸੀਂ ਲੈਣ ਗਏ, 5 ਸਿੰਘ ਸਾਹਿਬਾਨ, ਸਾਰੀ ਸੰਗਤ ਗਈ ਉੱਥੇ। ਤੁਸੀਂ ਦੇਖਿਆ ਕੋਵਿਡ ਦੇ ਹੁੰਦਿਆਂ ਵੀ ਇਸ ਬੰਦੇ ਨੇ ਸਿੰਘਾਂ ਦੇ ਥਰੂ ਸਾਨੂੰ ਡਰਾਉਣ ਦੀ, ਧਮਕਾਉਣ ਦੀ ਵੀ ਟਰਾਈ ਕੀਤੀ। ਮੈਂ ਬਾਇਲਾ ਨੂੰ ਕਹਿ ਕੇ ਟਿਕਟਾਂ ਦਵਾ ਦੂੰ, ਮੇਰੀ ਜੇਬ ਵਿੱਚ 70 ਤੋਂ 90% ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਆ। ਇਹ ਬਕਾਇਦਾ ਮੈਂ 5 ਸਿੰਘ ਸਾਹਿਬਾਨਾਂ ਨੇ ਵਿੱਚੋਂ ਸਿੰਘਾਂ ਨੇ ਮੈਨੂੰ ਸਪੀਕਰ ਤੇ ਇਹ ਗੱਲ ਕਹੀ ਸੀ ਜਿਸ ਦਿਨ ਆਦੇਸ਼ ਆਉਣ ਤੋਂ ਪਹਿਲਾਂ ਵੀ ਉਹਦੀ ਤਾਂ ਚੱਲਦੀ ਬਹੁਤ ਆ। ਸਾਡਾ ਭਰੋਸਾ ਸਿਰਫ ਤੇ ਸਿਰਫ ਅਕਾਲ ਤਖ਼ਤ ਸਾਹਿਬ ਤੇ ਗੁਰੂ ਪੰਥ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ। ਸਾਡੀ ਤਾਂ ਚੱਲਦੀ ਨੀ ਗੀ। ਅਸੀਂ ਤਾਂ ਗੁਰੂ ਦੇ ਇੱਕ ਗਰੀਬੜੇ ਸਿੱਖ ਆ, ਨਾ ਅਸੀਂ ਧਨਾੜ ਆ। ਇਹ ਧਨਾੜ ਲੋਕਾਂ ਦੀ ਮੈਂ ਗੱਲ ਦੱਸਦਾ ਵੀ ਇਹਨਾਂ ਦੀ ਚੱਲਦੀ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ। ਇਹਨਾਂ ਦੀ ਜੇਬ ਵਿੱਚ ਸਾਡੇ 5 ਸਿੰਘਾਂ ਦੇ ਵਿੱਚ ਇੱਕ ਮੋਹਰਬਾਤ ਸਿੰਘ ਨੇ ਇਹ ਮੈਨੂੰ ਗੱਲ ਕਹੀ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਵੀ ਤੁਹਾਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਯਕੀਨ ਰੱਖੋ, ਜੇ ਸਾਡਾ ਆਪਣਾ ਨਿੱਜੀ ਹੋਊਗਾ ਤੇ ਨਹੀਂ ਮਹਾਰਾਜ ਸੁਣਨਗੇ। ਚਲੋ ਆਦੇਸ਼ ਆ ਗਿਆ ਤੇ ਮਹਾਰਾਜ ਦੇ ਸਰੂਪ ਲੈ ਆਂਦੇ ਜੀ। ਉਹਦੇ ਵਿੱਚ ਇਸ ਬੰਦੇ ਨੇ ਅਕਾਲ ਤਖ਼ਤ ਨੇ ਕਿਹਾ ਸੀ ਵੀ ਕਿਹਨਾਂ ਦੇ ਘਰੇ ਗਏ ਆ, ਇਹਨੇ ਸਿਰਫ ਨਾਂ ਦੱਸੇ, ਕੋਈ ਐਡਰੈਸ ਨਹੀਂ ਦੱਸਿਆ, ਕੋਈ ਫੋਨ ਨਹੀਂ ਦੱਸਿਆ। ਕੋਈ ਅੱਜ ਤੱਕ ਅਕਾਲ ਤਖ਼ਤ ਨੂੰ ਅਸੀਂ ਲੈਟਰ ਲਿਖ ਚੁੱਕੇ ਆ, ਅਕਾਲ ਤਖ਼ਤ ਨੇ ਸਾਨੂੰ ਕੋਈ ਨਹੀਂ ਦੱਸਿਆ ਵੀ ਇਹਦੇ ਤੇ ਕੀ ਕਾਰਵਾਈ ਕੀਤੀ। ਅਸੀਂ ਜਿਹੜੀਆਂ ਚੀਜ਼ਾਂ ਅਕਾਲ ਤਖ਼ਤ ਨੂੰ ਕਿਹੜੀਆਂ ਸੀ ਵੀ ਤੁਸੀਂ ਇਹਨੂੰ ਪੁੱਛਿਆ, ਮੈਂ ਤੁਹਾਨੂੰ ਬਰੀਫਲੀ ਦੱਸ ਦਿੰਦਾ। ਨੰਬਰ ਪਹਿਲਾਂ ਅਸੀਂ ਪੁੱਛਿਆ ਸੀਗਾ ਵੀ ਕੀ ਅਕਾਲ ਤਖ਼ਤ ਵੱਲੋਂ ਹੁਕਮਨਾਮਾ ਦੇ ਉਲੰਘਣਾ ਸੰਬੰਧੀ ਆਪ ਜੀ ਨੂੰ ਸਪਸ਼ਟੀਕਰਨ ਦਿੱਤਾ ਗਿਆ ਜਿਹੜਾ 1998 ਵਾਲਾ ਇਹਨਾਂ ਨੇ। ਉਹਨਾਂ ਦਾ ਅਕਾਲ ਤਖ਼ਤ ਤੋਂ ਸਾਨੂੰ ਕੋਈ ਉਹਦਾ ਜਵਾਬ ਨਹੀਂ ਆਇਆ। ਫਿਰ ਅਸੀਂ ਦੂਸਰਾ ਪੁੱਛਿਆ ਵੀ ਜਿਹੜੇ 2014 ਵਿੱਚ 414 ਪਾਵਨ ਸਰੂਪਾਂ ਦੀ ਬੇਅਦਬੀ ਹੋਈ ਸੀਗੀ ਮੱਲਕੋਟ ਤੇ, ਉਹਦਾ ਤੁਸੀਂ ਪੁੱਛਿਆ? ਨਿੱਜਰ ਸਾਹਿਬ, ਮੈਂ ਖਬਰਾਂ ਦਾ ਸਮਾਂ ਹੁੰਦਾ ਜਾਂਦਾ ਹੈ, ਉਹ ਮੈਂ ਸਾਰੇ ਪੜ੍ਹ ਕੇ ਸੁਣਾਏ ਹੋਏ ਨੇ। ਹੁਣ ਸਿੱਖ ਸੰਗਤ ਦਾ ਫੈਸਲਾ ਕੀ ਹੈ ਪ੍ਰਿੰਟਰ ਮੋੜਨ ਬਾਰੇ, ਇਹਦੇ ਤੇ ਦੱਸੋ ਜੀ ਪਲੀਜ਼। ਸਿੱਖ ਸੰਗਤਾਂ ਨੇ ਜੀ ਅਸੀਂ ਲੈਟਰ ਲਿਖ ਦਿੱਤਾ ਜੀ ਸਿੱਖ ਕੌਂਸਲ ਦੀ ਸਲਾਹ ਦੇ ਨਾਲ ਤੇ ਅੰਟਾਰੀਓ ਗੁਰਦੁਆਰਾ ਸੁਸਾਇਟੀ ਤੇ ਸੰਗਤਾਂ ਦੀ ਸਲਾਹ ਦੇ ਨਾਲ ਅਸੀਂ ਜਥੇਦਾਰ ਜੀ ਨੂੰ ਉਹਨਾਂ ਨੂੰ ਇਹ ਕਿਹਾ ਵੀ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦਿਓ ਵੀ ਇਹ ਬੰਦੇ ਨੇ, ਜਿਸ ਬੰਦੇ ਨੂੰ ਕਿਸੇ ਤੋਂ ਹਥਿਆਰ ਬਰਾਮਦ ਹੋ ਜਾਵੇ, ਜਿੰਨਾ ਚਿਰ ਉਹ ਕੋਰਟ ਦੇ ਵਿੱਚ ਕੇਸ ਚੱਲਦਾ ਉਹਦਾ ਹਥਿਆਰ ਜਾਂ ਨਸ਼ਟ ਕੀਤਾ ਜਾਂਦਾ ਜਾਂ ਕੋਰਟ ਦੇ ਵਿੱਚ ਪਿਆ ਰਹਿੰਦਾ। ਹਜੇ ਅਸੀਂ ਤਾਂ ਮਹਾਰਾਜ ਦੇ ਸਰੂਪਾਂ ਦੀ ਸੁਧਾਈ ਕਰ ਰਹੇ ਹਾਂ, ਲਗਾਤਾਰ ਚੈੱਕ ਕਰ ਰਹੇ ਹਾਂ, ਹਜੇ ਤਾਂ ਕੁਝ ਹੋਇਆ ਹੀ ਨਹੀਂਗਾ ਤੇ ਤੁਸੀਂ ਇਹਨਾਂ ਨੂੰ ਬਿਨਾਂ ਸਜ਼ਾ ਦਿੱਤੇ ਤੋਂ ਇਹਨਾਂ ਨੂੰ ਕਲੀਨ ਚਿੱਟ ਦੇ ਰਹੇ ਹਾਂ। ਤੇ ਹੁਣ ਵੀ ਰੇਡੀਓ ਤੇ ਉਹ ਬੋਲ ਕੇ ਗਏ ਵੀ ਇਹ ਛਾਪਣ ਵਾਸਤੇ ਗੁੱਟ ਕੇ ਬੱਚਿਆਂ ਲਈ। ਅਸੀਂ ਬੱਚਿਆਂ ਨੂੰ ਆਹ ਦੱਸਾਂਗੇ ਵੀ ਅਸੀਂ ਮਸ਼ੀਨਾਂ ਦੇ ਨਾਲ ਗੁੱਟ ਕੇ ਛਾਪਾਂਗੇ, ਕਿਉਂਕਿ ਬੰਦਾ ਛਾਤਰ ਆ, ਹਰੇਕ ਤਰ੍ਹਾਂ ਇਹ ਆਪਣੀ ਛਾਤੀ 'ਚ ਚਲਾਉਂਦਾ ਆ ਵੀ ਅੱਗੇ ਮਹਾਰਾਜ ਛਾਪੇ, ਹੁਣ ਨਿਆਣਿਆਂ ਦੇ ਥਰੂ ਗੁੱਟ ਕੇ ਛਾਪੂਗਾ। ਇਹ ਆਲਰੇਡੀ ਤੁਹਾਡੇ ਰੇਡੀਓ ਤੇ ਬੋਲ ਕੇ ਗਿਆ। ਤੇ ਅਸੀਂ ਅਕਾਲ ਤਖ਼ਤ ਸਾਹਿਬ ਜੀ ਨੂੰ ਲੈਟਰ ਲਿਖੇ ਨੂੰ ਹੋ ਗਏ ਸਾਨੂੰ 4-5 ਦਿਨ, ਹਜੇ ਕੋਈ ਜਵਾਬ ਨਹੀਂ ਆਇਆ। ਅਸੀਂ ਉਹਨਾਂ ਤੋਂ, ਕਿਉਂਕਿ ਗੱਲ ਚੱਲ ਰਹੀ ਆ ਲੈਟਰਾਂ ਦੇ ਥਰੂ, ਵੀ ਸਾਨੂੰ ਦੱਸੋ ਭਾਈ ਇਹਨੂੰ ਕੀ ਸਜ਼ਾ ਦਿੱਤੀ ਤੁਸੀਂ। ਧੰਨਵਾਦ ਬਹੁਤ ਬਹੁਤ, ਸੰਗਤਾਂ ਦੇ ਸਾਹਮਣੇ ਰੱਖਾਂਗੇ। ਧੰਨਵਾਦ ਬਹੁਤ ਬਹੁਤ। ਤੇ ਫਿਰ ਇਸ ਦੀ ਅਪਡੇਟ ਹੋਈ ਫਿਰ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਰਣਜੀਤ ਸਿੰਘ ਨੇ ਮੇਰੇ ਨਾਲ ਜੀ, ਲਾਈਨ ਨੰਬਰ 2, ਤੁਸੀਂ 에ਅਰ ਤੇ ਹੋ। ਹਾਂਜੀ, ਸਤਿ ਸ੍ਰੀ ਅਕਾਲ ਹਰਜੀਤ ਸਿੰਘ ਜੀ। ਸਤਿ ਸ੍ਰੀ ਅਕਾਲ ਜਥੇਦਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਜੀਤ ਸਿੰਘ ਜੀ, ਗੱਲ ਅਸਲ ਵਿੱਚ ਆ ਬਈ ਪਹਿਲੀ ਗੱਲ ਜਿਹੜਾ ਆਦੇਸ਼ ਅਕਾਲ ਤਖ਼ਤ ਸਾਹਿਬ ਤੋਂ ਆਇਆ ਅਸੀਂ ਸਤਿਕਾਰ ਕਰਦੇ ਹਾਂ, ਕੋਈ ਇਹੋ ਜਿਹੀ ਗੱਲ ਨਹੀਂ, ਪਰ ਉਹ ਆਦੇਸ਼ ਸਰੀ ਡੈਲਟਾ ਗੁਰਦੁਆਰੇ ਦੇ ਨਾਂ ਤੇ ਨਹੀਂ ਆਉਣਾ ਚਾਹੀਦਾ, ਉਹ ਆਵੇ ਸੰਗਤਾਂ ਦੇ ਨਾਂ ਤੇ। ਇਹ ਸੰਗਤਾਂ ਦਾ ਫੈਸਲਾ। ਸਰੀ ਡੈਲਟਾ ਵਾਲੇ ਕੌਣ ਨੇ? ਉਹਨਾਂ ਨੂੰ ਕੋਈ ਅਥਾਰਟੀ ਨਹੀਂ। ਇੰਨੀਆਂ ਸੁਸਾਇਟੀਆਂ ਨੇ, ਉਸ ਵੇਲੇ 500 ਬੰਦੇ ਨੇ ਪਾਸ ਕੀਤਾ ਸੀ। ਬਾਕੀ ਉਹ ਝੂਠ ਬੋਲਣ ਦਾ ਮਾਰ ਆ। ਇਹ ਜਿਹੜੀ ਮਸ਼ੀਨ ਆ, ਨਾ ਇਹ ਖਾਲਸਾ ਸਕੂਲ ਦੀ ਆ, ਨਾ ਇਹ ਸਤਨਾਮ ਐਜੂਕੇਸ਼ਨ ਦੀ ਆ। ਇਹਨੇ ਵੱਖਰੀ ਸੁਸਾਇਟੀ ਬਣਾ ਕੇ ਪਹਿਲਾਂ ਹਰਜੀਤ ਸਿੰਘ ਜੀ ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਛਾਪਣਾ, ਤੁਸੀਂ ਉੱਥੇ ਨੰਗੇ ਸਿਰ ਯਾਰ, ਕੁੜੀਆਂ ਉੱਥੇ ਨੰਗੇ ਸਿਰ ਭੱਜੀਆਂ ਫਿਰਦੀਆਂ, ਫਿਰ ਕੋਈ ਗੱਲ ਨਹੀਂ, ਬਾਤ ਨਹੀਂ ਹੋਈ। ਪੁਲਿਸ ਸੱਦੀ, ਪੁਲਿਸ ਜੋੜਿਆਂ ਸਮੇਤ ਉੱਥੇ ਗਈ, ਪਰ ਜਿੱਥੇ ਛਾਪੇ ਜਾ ਰਹੇ ਸੀ ਮਹਾਰਾਜਾ ਸਰੂਪ, ਮੈਂ ਰਾਤ ਨਹੀਂ ਕੱਢ ਸਕਦਾ।
ਜਿੰਨੀ ਉਹ ਪਵਿੱਤਰ ਜਗ੍ਹਾ ਮੈਂ ਤੁਹਾਨੂੰ ਦੱਸ ਰਿਹਾ ਵੀ ਇੰਨੀ ਪਵਿੱਤਰ ਜਗ੍ਹਾ ਰੱਖੀ ਹੋਈ ਯਾਰ, ਉੱਥੇ ਹੀ ਸਾਰਾ ਕੁਝ ਨਾਲ ਹੀ ਕਿਚਨ ਆ, ਨਾਲ ਹੀ ਉੱਥੇ ਅੰਦਰ ਆਈ ਜਾਂਦੇ, ਬਾਹਰ ਜਾਈ ਜਾਂਦੇ ਯਾਰ। ਫਿਰ ਮਹਾਰਾਜ ਦੇ ਸਰੂਪ ਛਾਪੇ ਨੇ। ਪਹਿਲੀ ਗੱਲ ਹੈ, ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਮੰਨਦਾ ਨਹੀਂ, ਇਹਦੇ 1429 ਅੰਗ ਮੰਗਦਾ। ਫਿਰ ਹੁਕਮਨਾਮੇ ਦੀ ਲੰਘਣਾ ਕੀਤੀ ਆ, ਫਿਰ ਇਹਦਾ ਮਤਲਬ ਇਹ ਤਾਂ ਗੱਲ ਹੀ ਕੋਈ ਨਹੀਂ। ਤੁਸੀਂ ਉਹਨੇ ਹੁਕਮਨਾਮੇ ਦੀ ਜਿਹੜੀ ਲੰਘਣਾ ਕੀਤੀ ਆ ਉਹਦਾ ਤੇ ਉਹਨੂੰ ਸਜ਼ਾ ਦਿਓ ਵੀ ਤੂੰ ਕੀ ਸਜ਼ਾ ਦਿੱਤੀ ਉਹਨੂੰ, ਉਹਦੇ ਉੱਤੇ ਪਾਬੰਦੀ ਲਾਓ ਕਿ ਗਾਂ ਤੂੰ ਇਹੋ ਜਿਹੀ ਹਰਕਤ ਨਹੀਂ ਕਰ ਸਕਦਾ, ਹਨਾ। ਉਹਨੂੰ ਉੱਥੇ ਕਚਹਿਰੇ 'ਚ ਖੜਾ ਕਰੋ। ਫਿਰ ਤੁਸੀਂ ਇੱਕ ਬੰਨੇ ਤਾਂ ਤੁਸੀਂ ਸੰਗਤਾਂ ਨੂੰ ਗੁੰਮਰਾਹ ਨਾ ਕਰੋ, ਇੱਕ ਬੰਨੇ ਆਰਡਰ ਕਰਤਾ, ਦੂਜੇ ਬੰਨੇ ਉਹਨਾਂ ਦੀ ਬੇਇੱਜ਼ਤੀ ਕਰਨ ਨੂੰ ਦੂਜਾ ਆਰਡਰ ਕਰਤਾ ਵੀ ਹੁਣ ਤੁਸੀਂ ਉਹਨਾਂ ਦੇ ਘਰ ਛੱਡਣ ਜਾਓ। ਇਹ ਕੋਈ ਗੱਲ ਨਹੀਂ ਬਣਦੀ। ਜਥੇਦਾਰ ਜੀ ਨੂੰ ਅਸੀਂ ਇਹੀ ਇਹਨਾਂ ਨੇ ਲਿਖੀ ਹੈ ਚਿੱਠੀ, ਉਹ ਪਹਿਲਾਂ ਜਥੇਦਾਰ ਜੀ ਨੇ ਜਿਹੜਾ ਉੱਥੋਂ ਆਦੇਸ਼ ਭੇਜਣਾ ਉਸ ਸੰਗਤ ਦੇ ਨਾਂ ਭੇਜਣ। 8 ਗੁਰਦੁਆਰਿਆਂ ਦੀ ਸੁਸਾਇਟੀ ਸਾਰੀ ਕੈਨੇਡਾ ਦੀ ਪੂਰੀ ਸੰਗਤ ਨੇ ਫੈਸਲਾ ਲਿਆ। ਬਿਲਕੁਲ ਸਰੀ ਡੈਲਟਾ ਨੂੰ ਪਹਿਲੀ ਚਿੱਠੀ ਗਲਤ, ਜਥੇਦਾਰ ਜੀ ਨੇ ਜਿਹੜੀ ਚਿੱਠੀ ਭੇਜੀ ਆ ਉਹ ਗਲਤ ਭੇਜੀ ਹੈ। ਉਹਨਾਂ ਨੂੰ ਚਾਹੀਦਾ ਉਹ ਭੇਜੇ ਸੰਗਤ ਦੇ ਨਾਂ ਤੇ ਵੀ ਸੰਗਤ ਜੀ ਆਹ ਫੈਸਲਾ ਅਸੀਂ ਲਿਆ ਹੈ, ਆਹ ਐਂ ਹੋਣਾ ਚਾਹੀਦਾ। ਫਿਰ ਸੰਗਤ ਉਹਨਾਂ ਨੂੰ ਜਵਾਬਦੇਹ ਹੋਊਗੀ। ਇਹ ਸਰੀ ਡੈਲਟਾ ਕੋ ਤੇ ਕੋਈ ਅਥਾਰਟੀ ਨਹੀਂ, ਸਰੀ ਡੈਲਟਾ ਦਾ ਤਾਂ ਇਸ਼ੂ ਹੀ ਨਹੀਂ। ਇਹ ਇਸ਼ੂ ਹੈਗਾ ਪੂਰੀ ਕੈਨੇਡਾ ਦੀ ਈਸਟ ਤੋਂ ਵੈਸਟ ਦਾ ਜਿਹੜਾ ਹੈ ਇਹ ਫੈਸਲਾ। ਬਾਕੀ ਇਹਨੇ ਝੂਠ ਬੋਲਿਆ, ਕਿੰਨੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅਦਬੀ ਕੀਤੀ, ਕਿੰਨੇ ਸਰੂਪ ਨੇ ਆਪਣੇ ਆਪ ਹੀ ਅਗਨ ਭੇਟ ਕਰ ਦਿੱਤੇ। ਸੋ ਇੱਕ ਨਹੀਂ ਅਨੇਕਾਂ ਹੀ ਇਸ ਬੰਦੇ ਨੇ ਗਲਤੀ, ਫਿਰ ਝੂਠ ਬੋਲਿਆ। ਫਿਰ ਇੱਕ ਬੰਦਾ ਖੰਡਾ ਸਿਰ ਤੇ ਲਾ ਕੇ, ਕਿਰਪਾਨ ਗਲ ਵਿੱਚ ਪਾ ਕੇ, ਖੁੱਲਾ ਦਾੜਾ ਛੱਡ ਕੇ ਕਹਿ ਰਿਹਾ ਚੋਰ ਨੇ ਤੇ ਚੋਰੀ ਕਰਨੀ। ਯਾਰ ਅਸੀਂ ਕੀ ਇਮੇਜ ਦੇਣਾ ਚਾਹੁੰਦੇ ਹਾਂ। ਸੋ ਇਸ ਬੰਦੇ ਨੇ ਇੱਕ ਨੇ ਬਹੁਤ ਸਾਰੀਆਂ ਨੇ ਗਲਤੀਆਂ ਕੀਤੀਆਂ ਜਿਹਦੇ ਨਾਲ ਸਿੱਖ ਕੌਮ ਦਾ ਜਾਂ ਅੱਗੇ ਦੀ ਪਿਛਲੀ ਹਿਸਟਰੀ ਦਾ ਵੀ ਸਾਰਿਆਂ ਨੂੰ ਪਤਾ ਹੈ। ਹੁਣ ਵੀ ਇਹਨੇ ਜੋ ਕੁਝ ਕੀਤਾ ਹੈ ਇਹ ਨਾ ਅਸਹਿਣਯੋਗ ਨਹੀਂਗਾ। ਮਸ਼ੀਨ ਨੂੰ ਇਹ ਨਹੀਂ ਮਸ਼ੀਨ ਕਬਜ਼ਾ ਕੀਤਾ ਹੈ। ਮਸ਼ੀਨ ਜਿਹੜੀ ਆ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਿੰਟ ਕਰਨ ਲਈ ਵੱਖਰੀ ਤੌਰ ਤੇ ਖਰੀਦ ਕੇ ਲਿਆਂਦੀ ਸੀ। ਇਹ ਦੇਖੋ ਸਮਾਰ ਕਿੰਨਾ, ਇਹਨੇ ਆਪਣਾ ਨਾਂ ਨਹੀਂ ਉਸ ਸੁਸਾਇਟੀ ਵਿੱਚ ਪਾਇਆ। ਇਹ ਵੀ ਇਹਨੇ ਉਸ ਸੁਸਾਇਟੀ ਹੈ ਨਹੀਂ, ਉਹ ਕਿਸੇ ਦੇ ਨਾਂ ਤੇ ਵੱਖਰੀ ਸੁਸਾਇਟੀ ਬਣਾ ਕੇ ਸਾਰਾ ਇਹਨੂੰ ਬਹੁਤ ਚਿਰ ਤੋਂ ਰੋਕਿਆ ਗਿਆ। ਫਿਰ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮੇ ਕਾਹਦੇ ਲਈ ਜਾਰੀ ਕਰਦੇ? ਜਦੋਂ ਇਹਨੇ ਹੁਕਮਨਾਮਾ ਲੰਘਣਾ ਕੀਤੀ ਆ, ਤੁਸੀਂ ਫਿਰ ਉਸ ਬੰਦੇ ਦੀ ਪੱਖਪਾਤ ਵਿੱਚ ਆ ਰਹੇ। ਇਹ ਜਿਹੜੀ ਪਹਿਲੀ ਜਥੇਦਾਰ ਜੀ ਆਪਣੀ ਜਿਹੜੀ ਚਿੱਠੀ ਆ ਉਹ ਦੁਬਾਰਾ ਸਾਧ ਸੰਗਤ ਨੂੰ ਸੰਬੋਧਨ ਕਰਕੇ ਭੇਜਣ ਕਿ ਅਸੀਂ ਆਹ ਫੈਸਲਾ ਲਿਆ। ਸਰੀ ਡੈਲਟਾ ਵਾਲੇ ਕੌਣ ਹੁੰਦੇ ਫੈਸਲਾ ਲੈਣ ਵਾਲੇ? ਇਹਨਾਂ ਨੂੰ ਕੋਈ ਹੱਕ ਨਹੀਂਗਾ। 8 ਸੁਸਾਇਟੀਆਂ ਨੇ ਮੀਟਿੰਗ ਕੀਤੀ ਆ, ਫਿਰ ਸਾਰੇ ਤਕਰੀਬਨ ਨਾਰਥ ਅਮਰੀਕਾ ਦੇ ਗੁਰਦੁਆਰਿਆਂ ਦੀ ਇਹ ਮੀਟਿੰਗ, ਇਹਦੇ ਵਿੱਚ ਸਾਰੇ ਸ਼ਾਮਲ ਨੇ। ਉਹ ਬਾਹਰਲੀਆਂ ਸੰਗਤਾਂ ਨੂੰ ਸੰਦੇਸ਼ ਕਰਕੇ ਭੇਜਣ ਵੀ ਆਹ ਇਸ ਬੰਦੇ ਨੇ ਗਲਤੀ ਕੀਤੀ ਸੀ, ਆਹ ਇਹਨੂੰ ਸਜ਼ਾ ਦਿੱਤੀ ਗਈ ਆ, ਆਹ ਫੈਸਲਾ ਹੋਇਆ, ਇਸ ਕਰਕੇ ਦੀ ਮਸ਼ੀਨ ਵਾਪਸ ਦਿੱਤੀ ਜਾਵੇ। ਉਹ ਕੋਈ ਢੰਗ ਤੇ ਹੋਵੇ ਤੇ ਥੋੜਾ ਚੁੱਕ ਕੇ ਮਸ਼ੀਨ ਵਾਪਸ ਕਰ ਦਿਓ ਜੀ। ਧੰਨਵਾਦ ਜੀ ਜਥੇਦਾਰ ਜੀ, ਮੇਰੇ ਕੋਲ ਸਮਾਂ ਥੋੜਾ ਜਿਹਾ ਘਟ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਹੁਣ ਜਥੇਦਾਰ ਰਣਜੀਤ ਸਿੰਘ ਜੀ ਤੇ ਮੁੱਖ ਸੇਵਾਦਾਰ ਕਹਿ ਗਏ ਨੇ, ਗੱਲ ਵੀ ਠੀਕ ਹੈ। ਸਾਰੀ ਕਮਿਊਨਿਟੀ ਦਾ ਡਿਸੀਜਨ ਸੀ ਸਿੱਖ ਕੌਮ ਦਾ, ਤੇ ਉਹ ਸਿੱਖ ਕੌਮ ਨੂੰ ਗੱਲਬਾਤ ਹੋਵੇ। ਹੁਣ ਖਬਰਾਂ ਦਾ ਸਮਾਂ ਹੋ ਗਿਆ ਜੀ। ਖਬਰਾਂ ਦੇ ਸਮੇਂ ਤੋਂ ਬਾਅਦ ਅਗਲੇ ਹਿੱਸੇ ਸਰੀ RCMP ਤੇ ਸਰੀ ਪੁਲਿਸ ਦੀ ਗੱਲ ਹੋਏਗੀ। ਇਸ ਵਿਸ਼ੇ ਤੇ ਵੀ ਕੁਝ ਮੈਂ 1-2 ਕਾਲਸ ਲੈ ਸਕਦਾ। ਕੁਝ ਕਾਲਰ ਨੇ ਪਹਿਲੇ ਵਿਸ਼ੇ ਬਾਰੇ ਗੱਲਬਾਤ ਕਰਨੀ ਚਾਹੁੰਦੇ। ਰਾਜਸਥਾਨੀ ਸਾਹਿਬ ਜੀ, ਲਾਈਨ ਨੰਬਰ 1, ਤੁਸੀਂ 에ਅਰ ਤੇ ਹੋ। ਹਾਂਜੀ, ਸਤਿ ਸ੍ਰੀ ਅਕਾਲ ਵੈਂਕਟ ਸਾਹਿਬ। ਸਤਿ ਸ੍ਰੀ ਅਕਾਲ ਰਾਜਸਥਾਨੀ ਸਾਹਿਬ, ਸਤਿ ਸ੍ਰੀ ਅਕਾਲ। ਹਾਂਜੀ, ਦੇਖੋ ਮੈਂ ਸਵੇਰੇ ਵੀ ਟਾਕ ਸ਼ੋ ਹੋਇਆ ਸੀ, ਗੁਰੂ ਗ੍ਰੰਥ ਸਾਹਿਬ ਦਾ ਕੋਈ ਗੱਲਬਾਤ ਚੱਲੀ ਸੀਗੀ ਜੀ। ਇਹ ਮਤਲਬ ਭਿੰਨ ਜਿਹੜਾ ਗੁਰੂ ਗ੍ਰੰਥ ਸਾਹਿਬ ਹੈਗਾ ਆਪਣੇ ਜਿਉਂ ਇਹ ਇਤਿਹਾਸ ਜਿਹੜਾ ਹੈਗਾ ਨਾ, ਇਹ ਦੱਸਦਾ ਹੈਗਾ ਵੀ ਕਈ ਬੀੜਾਂ ਹੈਗੀਆਂ, ਜਿੱਦਾਂ ਦਮਨਦੀਪ ਟਕਸਾਲ ਬਾਬਾ ਦੀਪ ਸਿੰਘ ਨੇ ਲਿਖੀਆਂ, ਗੁਰੂ ਗੋਬਿੰਦ ਸਿੰਘ ਨੇ ਲਿਖਵਾਈਆਂ, ਮਨੀ ਸਿੰਘ ਜੀ ਦੀਆਂ ਲਿਖੀਆਂ ਹੋਈਆਂ, ਕਰਤਾਰਪੁਰ ਬੀੜ ਹੈ ਇੱਕ, ਤੇ ਕਿੰਤੂ ਪ੍ਰੰਤੂ ਹੁੰਦਾ ਰਹਿੰਦਾ। ਉੱਥੇ ਕਈ ਉਹਨਾਂ ਸਮਿਆਂ 'ਚ ਗੁਰੂ ਗੋਬਿੰਦ ਸਿੰਘ ਕੋਲੇ ਵੀ ਬੀੜਾਂ ਲੈ ਕੇ ਗਏ ਸੀ ਛਾਪ ਲਿਖ ਕੇ ਜੀ। ਤੋ ਇੱਕ ਕਹਾਣੀ ਹੈ ਇਹ। ਤੋ ਇਹ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਆਪਣਾ ਦੁਨੀਆ ਦਾ ਹੱਥ ਲਿਖਤਾ ਹੈਗਾ, ਮਤਲਬ ਇੱਕ ਰਿਕਾਰਡ ਹੈ ਵਿਸ਼ਵ ਦੇ ਵਿੱਚ, ਵਰਲਡ ਦੇ ਵਿੱਚ ਵੀ ਹੱਥ ਦਾ ਲਿਖਿਆ ਹੋਇਆ, ਯਾਨੀ ਵੀ ਸਾਨੂੰ ਮਾਣ ਹੈ ਇਸ ਚੀਜ਼ ਦੇ ਉੱਤੇ ਜੀ। ਤੇ ਇਹਦੇ 'ਚ ਉੱਥੇ ਵੀ ਕਈ ਵਾਰ ਰੌਲੇ ਪੈ ਜਾਂਦੇ ਆਪਣੇ ਇੰਡੀਆ 'ਚ ਵੀ ਕਿੱਥੋਂ ਲਿਆਂਦਾ ਹੈ, ਕਿਹਨੇ ਛਾਪਿਆ ਹੈ। ਤਾਂ ਉਹਦੇ 'ਚ ਸ਼੍ਰੋਮਣੀ ਕਮੇਟੀ ਦੀ ਮੋਹਰ ਲੱਗਦੀ ਹੈਗੀ ਆ ਵੀ ਇਹ ਮਨਜ਼ੂਰ ਕੀਤਾ ਜਾਂਦਾ ਹੈ। ਉੱਥੋਂ ਫਿਰ ਅਸੀਂ ਲੈ ਕੇ ਆਉਂਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਜਾਂ ਜਿੱਥੇ ਵੀ ਗਾਂਹ ਡਿਸਟਰੀਬਿਊਟ ਹੁੰਦੇ ਹੈਗੇ ਆ। ਹੁਣ ਇੱਥੇ ਹੁਣ ਅਸੀਂ ਚਾਹੀਦਾ ਤਾਂ ਸਾਨੂੰ ਇਹ ਹੈਗਾ ਵੀ ਦੇਖੋ ਮਹਾਰਾਜ ਅਸੀਂ ਤਾਂ ਹੋਣਾ ਹੀ ਨਹੀਂਗਾ, ਸ਼ਾਇਦ ਤੁਸੀਂ ਵੀ ਨਾ ਹੋ ਵੀ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਵਿਗਿਆਨ ਹਜੇ ਬਹੁਤ ਬਾਹਲਾ ਪ੍ਰਚਾਰ ਨਹੀਂ ਹੋਇਆ, ਹਜੇ ਹੋਣਾ ਹੈ ਨਹੀਂ, ਕਿਉਂਕਿ ਦੂਸਰੇ ਗ੍ਰੰਥ ਸਦੀਆਂ ਤੋਂ ਚੱਲਦੇ ਆ ਰਹੇ ਹੈਗੇ ਆ। ਇਹ ਨਵਾਂ ਗ੍ਰੰਥ ਹੈਗਾ, ਇਹ ਵਿਸ਼ਵ ਨੂੰ ਮਿਲਣਾ ਹੈਗਾ, ਬਹੁਤ ਵੱਡੀ ਚੀਜ਼ ਹੈਗੀ ਹੈ ਗੁਰੂ ਗ੍ਰੰਥ ਸਾਹਿਬ। ਤੇ ਇਹਦੇ ਬਾਰੇ ਜਿੱਦਾਂ ਵੀ
ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਵੀ ਜਿੱਦਾਂ ਮੇਰਾ ਤਾਂ ਇਹ ਵਿਚਾਰ ਹੈ ਵੀ ਇਹਦੇ ਤੇ ਮੋਹਰ ਲੱਗ ਜਾਵੇ ਸ਼੍ਰੋਮਣੀ ਕਮੇਟੀ ਦੀ, ਤੇ ਜੇ ਛਾਪਣ ਦਾ ਤਾਂ ਏਦਾਂ ਹੁਣ ਵੀ ਜੇ ਕੋਈ ਇਹੋ ਮਨਜ਼ੂਰੀ ਦਿੰਦੀ ਹੈ ਸ਼੍ਰੋਮਣੀ ਅਕਾਲ ਤਖਤ ਜਾਂ ਜਥੇਦਾਰ ਜਾਂ ਜਿਵੇਂ ਪ੍ਰਾਵਧਾਨ ਹੈਗਾ ਤਾਂ ਕੋਈ ਮਾੜੀ ਗੱਲ ਨਹੀਂ ਹੈ। ਤੇ ਇਹਦੇ ਵਿੱਚ ਇਹ ਹੈਗਾ ਵੀ ਜੇ ਘਰ ਘਰ ਜਿਸ ਤਰ੍ਹਾਂ ਕਹਿੰਦੇ ਵੀ ਘਰ ਘਰ ਇਹਦੀ ਮਾਨਤਾ ਹੋਊਗੀ, ਉਹ ਤਾਂ ਹੈ ਹੀ। ਖਰ ਪ੍ਰਚਾਰ ਤਾਂ ਇਹਦਾ ਹਜੇ ਨਹੀਂ ਹੋਇਆ ਇੰਨਾ, ਪਰ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਵਿਸ਼ਵ ਦੇ ਵਿੱਚ ਜਿਹੜੇ ਜਾਗਰਤ ਇਹਨੂੰ ਗਾਂਹ ਪ੍ਰਚਾਰ ਹੋਊਗਾ ਤੇ ਦੁਨੀਆ ਇੱਕ ਨਿਵੇਕਲੀ, ਕਿਉਂਕਿ ਵਿਸ਼ਵ ਨੂੰ ਦਿੱਤੀ ਇਹ ਚੀਜ਼ ਹੈ, ਇਹਦੇ ਵਿੱਚ ਗਿਆਨ ਬਹੁਤ ਹੈਗਾ ਆਪਣੇ, ਤੁਹਾਨੂੰ ਤਾਂ ਪਤਾ ਹੀ ਹੈ ਸਾਰਾ ਜੀ। ਤਾਂ ਸਿੱਖ ਜਗਤ ਨੂੰ ਮੇਰੀ ਤਾਂ ਇਹ ਅਪੀਲ ਹੈਗੀ ਵੀ ਇਹ ਤੇ ਝਗੜਾ ਨਾ ਕਰੋ ਤੇ ਇਹਨੂੰ ਪੜ੍ਹਨ ਦੀ ਕੋਸ਼ਿਸ਼ ਕਰੋ। ਤੇ ਜੇ ਕੋਈ ਗਲਤ ਹੈਗਾ ਤਾਂ ਉਹ ਸ਼੍ਰੋਮਣੀ ਕਮੇਟੀ ਨੂੰ ਆਪਣਾ ਉੱਥੇ ਦਰਖਾਸਤ ਲਾਓ ਵੀ ਇਹ ਗਲਤ ਛਾਪਿਆ ਜਾਂ ਇਹਦੇ ਚ ਗਲਤ, ਜੇ ਸਹੀ ਛਾਪਿਆ ਤਾਂ ਫਿਰ ਕੋਈ ਮਾੜੀ ਗੱਲ ਨਹੀਂ, ਤਾਂ ਉੱਥੇ ਉਹਦੇ ਸਾਈਨ ਕਰਾ ਲਿਓ ਉੱਥੋਂ ਅੰਮ੍ਰਿਤਸਰੋਂ। ਧੰਨਵਾਦ ਜੀ, ਧੰਨਵਾਦ ਜੀ ਰਾਜਸਥਾਨੀ ਸਾਹਿਬ। ਸਟਾਰ ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 2। ਵਾਹਿਗੁਰੂ ਜੀ ਫਤਿਹ। ਹਾਂਜੀ ਸਿੰਘ ਸਾਹਿਬ, ਦੇਖੋ ਆਪਾਂ ਦੂਜਾ ਕਈ ਵਾਰੀ ਦੇਖਦੇ ਹਾਂ ਜਿਹੜੀ ਕੈਨੇਡਾ ਦੀ ਪਾਰਲੀਮੈਂਟ ਆ, ਜਦੋਂ ਕਾਰਵਾਈ ਸ਼ੁਰੂ ਹੁੰਦੀ ਤਾਂ ਉਹਦੀ ਇੱਕ ਰਸਮ ਹੈਗੀ ਆ, ਉਹਦੇ ਵਿੱਚ ਬਕਾਇਦਾ ਜਿਹੜਾ ਆ ਉਹ ਜਿਹੜੇ ਵੀ ਉਹਨਾਂ ਦੀ ਰਸਮ ਆ ਉਹਦੇ ਅਨੁਸਾਰ ਉਹਦੀ ਸ਼ੁਰੂਆਤ ਕੀਤੀ ਜਾਂਦੀ ਆ, ਪੂਰਾ ਮਾਣ ਤਾਣ ਕੀਤਾ ਜਾਂਦਾ। ਜਦ ਕਿ ਬੰਦੇ ਜਿਹੜੇ ਸਾਡੇ ਵਿੱਚੋਂ ਤੁਰੇ ਫਿਰਦੇ ਉੱਥੇ ਜਾ ਕੇ ਉਹ ਜਿਹੜੇ ਆ ਕੋਈ ਪ੍ਰਧਾਨ ਮੰਤਰੀ ਬਣ ਜਾਂਦਾ, ਕੋਈ MLA ਬਣ ਜਾਂਦਾ, MP ਬਣ ਜਾਂਦਾ, ਪਰ ਉਹਨਾਂ ਦਾ ਮਾਣ ਸਤਿਕਾਰ ਹੁੰਦਾ। ਤੇ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਮਾਣ ਸਤਿਕਾਰ ਹੈਗਾ ਆ, ਇਹ ਸਰਵਉੱਚ ਜਿਹੜਾ ਸਾਡਾ ਜਾਗਤ ਜੋਤ ਗੁਰੂ ਆ, ਤੇ ਉਹਦਾ ਇੱਕ ਸਤਿਕਾਰ ਜਿਹੜਾ ਆ ਸਿੱਖੀ ਮਰਜ਼ਾਦਾ ਅਨੁਸਾਰ ਹੈਗਾ ਆ, ਜਿਹਦੇ ਵਿੱਚ ਸਿੰਘ ਸਾਹਿਬ, ਪ੍ਰਭਜੋਤਪਾਲ ਸਿੰਘ ਜੀ ਲਾਈਨ ਡਿਸਕਨੈਕਟ ਹੋ ਗਈ ਜੀ। ਸਰ ਗੁਰਮੁਖ ਸਿੰਘ ਦਿਓਲ ਜੀ, ਲਾਈਨ ਨੰਬਰ 3। ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਚਲੋ ਅੱਗੇ ਵੀ ਪਹਿਲਾਂ ਗੱਲ ਕੀਤੀ ਕਿ ਮੈਂ ਦੇਖੋ ਜਿਹੜੀਆਂ ਥੋੜੀਆਂ ਬੁਨਿਆਦੀ ਜਿਹੇ ਨੁਕਤਿਆਂ ਤੇ ਮੈਂ ਗੱਲ ਕਰਨੀ ਚਾਹੁੰਦਾ ਵੀ ਇੱਕ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਹਰ ਜਿਹੜੀ ਗੱਲ ਆ, ਜਿਹੜਾ ਆਦੇਸ਼ ਆ ਅਕਾਲ ਤਖਤ ਸਾਹਿਬ ਤੋਂ ਆਉਂਦਾ ਉਹ ਹੁਕਮਨਾਮਾ ਨਹੀਂ ਹੁੰਦਾ। ਮੇਰਾ ਕਹਿਣ ਤੋਂ ਭਾਵੇਂ ਬਹੁਤ ਸਾਰੇ ਜਿਹੜੇ ਮਸਲੇ ਹੁੰਦੇ ਆ, ਮਸਲਿਆਂ ਦੇ ਉੱਤੇ ਆਦਾਨ ਪ੍ਰਦਾਨ ਹੁੰਦਾ, ਚਿੱਠੀਆਂ ਦੇ ਰਾਹੀਂ ਹੁੰਦਾ ਜਾਂ ਉੱਤੇ ਮੀਟਿੰਗਾਂ ਹੁੰਦੀਆਂ, ਉਹਨਾਂ ਤੋਂ ਬਾਅਦ ਜਦੋਂ ਸਮੂਹ ਸੰਗਤ ਹੋ ਕੇ ਗੁਰਮਤੇ ਕਰਨ ਤੋਂ ਬਾਅਦ ਉਹ ਕਿਸੇ ਵੱਡੇ ਫੈਸਲੇ ਤੇ ਫੈਸਲਾ ਲਿਆ ਜਾਂਦਾ, ਫਿਰ ਉਹ ਜਾ ਕੇ ਗੁਰਮਤਾ ਬਣਦਾ, ਉਹ ਫੇਰ ਹੁਕਮਨਾਮਾ ਬਣਦਾ। ਕਿਉਂਕਿ ਅਸੀਂ ਹਰ ਚਿੱਠੀ ਨੂੰ ਹੁਕਮਨਾਮੇ ਵਾਂਗੂ ਵਰਤ ਲੈਂਦੇ ਆ ਵੀ ਜਾਂ ਆਦੇਸ਼ ਆ ਗਿਆ ਜੀ ਹੁਕਮਨਾਮਾ, ਏਦਾਂ ਨਹੀਂ ਹੁੰਦੀ। ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਜੇ ਕਿਸੇ ਨੂੰ ਇਤਿਹਾਸਕ ਮਰਿਆਦਾ ਦਾ ਪਤਾ, ਜਾਂ ਮੇਰਾ ਕਹਿਣ ਤੋਂ ਭਾਵ ਆ ਕਿਉਂਕਿ ਖਾਸ ਕਰਕੇ ਉਸ ਤੋਂ ਬਾਅਦ, ਕਿਉਂਕਿ ਆਪਾਂ ਮੈਂ ਤਾਂ ਕਹਿੰਦਾ ਵੀ ਕਿਉਂਕਿ ਧੜਿਆਂ ਦੇ ਨਾਲ ਜੁੜੇ ਬਹੁਤ ਮਸਲੇ ਆ ਜਿਹੜੇ ਉਹ ਮੰਨ ਲਓ ਉੱਥੋਂ ਸ਼੍ਰੋਮਣੀ ਕਮੇਟੀ ਤੋਂ ਆਮ ਹੀ ਤੁਹਾਨੂੰ ਪਤਾ ਆਉਂਦੇ ਆ ਤੇ ਉਹ ਫਿਰ ਕਿਸੇ ਤੇ ਲਾਗੂ ਹੋ ਜਾਂਦੇ ਆ। ਖਾਸ ਕਰਕੇ ਸਾਡੇ ਇਤਿਹਾਸਕ ਗ੍ਰੰਥਾਂ ਨਾਲ ਜਾਂ ਕੈਲੰਡਰ ਨਾਲ ਜਾਂ ਇਦਾਂ ਦੇ ਮਸਲਿਆਂ ਨਾਲ ਛਪਾਈ ਨਾਲ ਸੰਬੰਧਿਤ ਇਹ ਚੀਜ਼ਾਂ ਨੂੰ ਬਹੁਤ ਮੰਨ ਲਓ ਇਹ ਸਿਰਫ ਉਸੇ ਮਾਨਸਿਕਤਾ ਨੂੰ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਜਿਹੜੀ ਸਿਧਾਂਤਕ ਤੋਂ ਜਿਹੜੀ ਗੰਭੀਰ ਆ, ਜਿਹਨਾਂ ਨੂੰ ਇਹਨਾਂ ਬਾਰੇ ਮਸਲਿਆਂ ਬਾਰੇ ਪਤਾ ਆ। ਕਿਉਂਕਿ ਅਸੀਂ ਧੜਿਆਂ ਦੇ ਤੌਰ ਤੇ ਜੁੜ ਜਾਂਦੇ ਆ ਵੀ ਨਹੀਂ ਹੁਣ ਸਾਡੇ ਧੜੇ ਦਾ ਮਸਲਾ ਆ ਗਿਆ ਤਾਂ ਹੁਣ ਇਹਨੂੰ ਇਹੀ ਇਦਾਂ ਨਹੀਂ ਕਦੇ ਹੋਣੀ। ਤੇ ਦੂਜੀ ਗੱਲ ਇਹ ਆ ਵੀ ਮੈਂ ਕਹਿੰਦਾ ਵੀ ਘੱਟੋ ਘੱਟ ਛਪਾਈ ਦਾ ਵੀ ਮਸਲਾ ਜੇ ਹੋਣਾ ਹੋਵੇ, ਘੱਟੋ ਘੱਟ ਉਸ ਸੰਸਥਾ ਜਾਂ ਉਸ ਕਿਰਦਾਰ ਦਾ ਇੰਨਾ ਉੱਚਾ ਸੁੱਚਾ ਕਿਰਦਾਰ ਹੋਵੇ ਜਿਹਨੂੰ ਮੰਨ ਲਓ ਸੰਗਤ ਆਪਣੇ ਆਪ ਉਹ ਅੱਗੇ ਕਵੇ ਹੋ ਕੇ ਵੀ ਆਹ ਬੰਦੇ ਨੂੰ ਜਾਂ ਆਹ ਸੰਸਥਾ ਨੂੰ ਇਹਦਾ ਮੌਕਾ ਦਿਓ। ਹੁਣ ਮੈਂ ਮਲਕ ਸਾਹਿਬ ਨੂੰ ਇਹ ਕਹਿੰਦਾ ਵੀ ਇਹ ਸਾਬਤ ਕਰ ਦੇਣਾ ਸੰਗਤੀ ਰੂਪ ਦੇ ਵਿੱਚ ਵੀ ਮੈਂ ਇਹਦੇ ਕਾਬਲ ਆ, ਮੈਂ ਕੋਈ ਦੋਸ਼ ਨਹੀਂ ਲਾਉਣਾ ਵੀ ਇਹਨਾਂ ਨੂੰ ਚਾਹੀਦਾ ਵੀ ਮੇਰੇ ਨਾਲ ਸਰੀ ਜਾਂ ਨਾਰਥ ਅਮਰੀਕਾ ਦੀ ਸੰਗਤ ਆ, 2-4 ਬੰਦਿਆਂ ਦੇ 50-100 ਦੇ ਘਰ ਬੈਠਿਆਂ ਦੇ ਨਾਂ ਲੈ ਲੈਣੇ ਪਿਆ ਮੰਗਦੇ, ਇਹ ਨਹੀਂ ਹੁੰਦਾ ਵੀ ਉਹ ਸਾਬਤ ਕਰ ਦੇਣ, ਉੱਚਾ ਸੁੱਚਾ ਕਿਰਦਾਰ ਸ਼ਾਮਿਲ ਕਰ ਦੇਣ, ਤੇ ਮੈਂ ਕਹਿੰਦਾ ਇਹਨਾਂ ਨੂੰ ਦੇ ਦੇਣਾ ਚਾਹੀਦਾ ਜੇ ਸਾਬਤ ਕਰ ਦੇਣ। ਤੇ ਜੇ ਤੁਸੀਂ ਸਿਰਫ ਇੱਕ ਪੈਸੇ ਦੇ ਜ਼ੋਰ ਤੇ ਹੀ ਹਾਲੇ ਕਿਰਦਾਰ ਹੀ ਹਾਲੇ ਤਾਂ ਤੁਹਾਡੇ ਦੇ ਜਿਹੜੇ ਪਹਿਲੇ ਇਲਜ਼ਾਮ ਲੱਗੇ ਝੂਠੇ ਜਾਂ ਸੱਚੇ, ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਹਾਲੇ ਸੰਬੋਧਨ ਹੋਣ ਦੀ ਤੁਹਾਡੇ 'ਚ ਹਿੰਮਤ ਹੈਗੀ ਵੀ ਤੁਸੀਂ ਉਹਨਾਂ ਨੂੰ ਕਹਿ ਸਕੋ ਵੀ ਇਹ ਘਿਨਾਉਣਾ ਕਾਰਾ ਅਸੀਂ ਨਹੀਂ ਸ਼ਾਮਲ ਸੀਗੇ ਜਾਂ ਕਿਹਨੇ ਕੀਤਾ। ਉਸੇ ਸਟੇਟ ਨਾਲ ਤੁਸੀਂ ਬਹਿੰਦੇ ਆ। ਪਰ ਮੈਂ ਤਾਂ ਕਹਿੰਦਾ ਵੀ ਇਹ ਗੱਲਾਂ ਕੋਈ ਤੁਸੀਂ ਕਿਤਾਬਾਂ ਛਾਪਣ ਲਈ ਉੱਥੇ ਜਿਹੜੀ ਚਿੱਠੀ ਆਈ ਉਹਦੇ ਵਿੱਚ ਗੁਰਮੁਖੀ ਦੀਆਂ ਕਿਤਾਬਾਂ ਛਾਪਣ ਲਈ ਲਿਖਿਆ ਆ, ਇਹ ਕਹੀ ਜਾਂਦੇ ਸੀ ਪ੍ਰਿੰਟਿੰਗ ਪ੍ਰੈਸ ਅਸੀਂ ਉਹ ਬੱਚਿਆਂ ਨੂੰ ਸਿਖਾਉਣੀ। ਘੱਟੋ ਘੱਟ ਪਹਿਲਾਂ ਆਪਣੇ ਬਿਆਨ ਮੇਰੇ ਖਿਆਲ ਨਾਲ ਮੇਲ ਲੈਣੇ ਚਾਹੀਦੇ ਆ। ਤੇ ਦੂਜੀ ਗੱਲ ਜਿਹੜੀ ਖਾਲਸਾ ਜੀ ਨੇ ਸਵੇਰੇ ਕੀਤੀ ਕਿ ਤੁਹਾਡੇ ਨਾਲ ਵੀ ਇੱਕੋ ਸੁਸਾਇਟੀ ਉਹ ਗੁਰਦੁਆਰੇ ਨਾਲ ਵੀ ਮੰਨ ਲਓ ਉੱਥੇ ਉਹ ਵੱਖਰਾ ਨਾਂ ਥੱਲੇ ਛਪਾਈ ਕਰ ਰਹੀ ਹੈ ਤੇ ਦੂਜੇ ਪਾਸੇ ਸਕੂਲ ਦੇ ਨਾਲ ਉਹ ਸੰਬੰਧਿਤ ਆ। ਇੱਥੇ ਕਹਿੰਦੇ ਸਕੂਲ ਦੀਆਂ ਕਿਤਾਬਾਂ ਉਹ ਕਿੱਦਾਂ ਇੱਕ ਰਿਲੇਟਡ ਹੋ ਗਈ। ਤੁਸੀਂ ਇਹ ਕਿ ਬਿਜ਼ਨਸ ਦੇ ਤੌਰ ਤੇ ਨਾ ਸੋਚੋ ਮਾਲਕ ਸਾਹਿਬ, ਜਾਂ ਮੈਂ ਆਮ ਦੀ ਸੰਗਤ ਨੂੰ ਕਹਿੰਦਾ ਹਰ ਮਸਲੇ ਨੂੰ
ਕੁਝ ਮਸਲਿਆਂ 'ਚ ਅਸੀਂ ਕਹਿ ਦਿੰਦੇ ਇਹਨਾਂ ਵਿਵਾਦ ਖੜੇ ਹੋ ਜਾਂਦੇ। ਵਿਵਾਦ ਨਹੀਂ, ਕੁਝ ਮਸਲੇ ਇੰਨੇ ਸਾਡੇ ਇਤਿਹਾਸ ਨਾਲ ਜੁੜੇ ਹੁੰਦੇ ਆ, ਉਹਨਾਂ ਮਸਲਿਆਂ ਦੇ ਉੱਤੇ ਤੁਸੀਂ ਇਹ ਨਿੱਜੀ ਹੋ ਕੇ ਜਾਂ ਧੜੇ ਨਾਲ ਸੋਚਾਂਗੇ। ਮੈਂ ਤਾਂ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਵੀ ਜੇ ਕੱਲ ਨੂੰ ਗਲਤ ਫੈਸਲਾ ਲੈਂਦੀਆਂ ਤੇ ਮੈਂ ਤਾਂ ਇਹਨਾਂ ਨੂੰ ਵੀ ਉਨਾ ਹੀ ਸਵਾਲ ਕਰੂੰਗਾ ਵੀ ਤੁਸੀਂ ਮੈਨੂੰ ਸਿਧਾਂਤਕ ਤੌਰ ਤੇ ਦੱਸ ਦਿਓ ਵੀ ਕਿੱਦਾਂ ਗੱਲ ਸਹੀ ਆ। ਤੇ ਮੇਰੇ ਖਿਆਲ ਨਾਲ ਪਹਿਲਾਂ ਇਹ ਉਸ ਬੰਦੇ ਨੂੰ ਆਪਣਾ ਕਿਰਦਾਰ ਉੱਚਾ ਸੁੱਚਾ ਸਿੱਧ ਕਰਨ ਦੀ ਲੋੜ ਆ। ਇਹ ਤੇ ਘੱਟੋ ਘੱਟ ਫੇਰ ਅਸੀਂ ਫੈਸਲਾ ਕੀਤਾ ਜਾ ਸਕਦਾ ਕਿਹਨੂੰ ਮਿਲਣਾ ਚਾਹੀਦਾ ਅਧਿਕਾਰ, ਕਿਹੜਾ ਨਹੀਂ। ਠੀਕ ਹੈ, ਧੰਨਵਾਦ ਜੀ। ਬਹੁਤ ਵਧੀਆ ਇੱਕ ਗੱਲ ਸਰਾਰ ਦਿਓਲ ਨੇ ਕੀਤੀ ਵੀ ਠੀਕ ਹੈ, ਅਦਾਲਤਾਂ ਦੇ ਵਿੱਚ ਕੁਝ ਦੋਸ਼ ਨੇ ਜਿਹੜੇ ਉਹ ਸਾਬਤ ਨਹੀਂ ਹੁੰਦੇ, ਸਬੂਤਾਂ ਦੀ ਘਾਟ ਕਰਕੇ ਲਿਖਿਆ। ਕੀ ਮੇਰੇ 'ਚ ਉਹਨਾਂ ਯੁਰਕਾ ਹੈ ਕਿ ਮੈਂ ਸੰਗਤਾਂ ਦੇ ਸਾਹਮਣੇ ਹੋ ਕੇ ਕਹਿੰਦਾ ਮੈਂ ਲਓ ਜੀ ਬੈਠਾ ਤੇ ਪੁੱਛੋ ਮੈਨੂੰ ਕੀ ਪੁੱਛਣਾ। ਬਹੁਤ ਵਜ਼ਨ ਹੈ ਦਿਓਲ ਸਾਹਿਬ ਦੀ ਗੱਲ 'ਚ। ਲਾਈਨ ਨੰਬਰ 1 ਪ੍ਰਭਜੋਤਪਾਲ ਸਿੰਘ ਜੀ, ਤੁਸੀਂ ਏਅਰ ਤੇ ਹੋ। ਹਾਂਜੀ, ਮਾਫ ਕਰਿਓ, ਕੋਈ ਨਾ ਜੀ, ਕੋਈ ਨਾ। ਕੱਟੀ ਗਏ ਸੀ। ਹਾਂਜੀ, ਮੈਂ ਜਿਹੜੀ ਗੱਲ ਉੱਥੋਂ ਹੀ ਜਾਰੀ ਰੱਖਦਾ। ਦੇਖੋ, ਇਹ ਜਿਹੜੇ ਹੁਣ ਜਿਹੜੇ ਜੇ ਤੇ ਇੱਕ ਇੱਥੇ ਭਾਵੇਂ ਦੀ ਕੈਨੇਡੀਅਨ ਅਦਾਲਤਾਂ 'ਚ ਜੋ ਮਰਜ਼ੀ ਹੋ ਗਿਆ ਹੈਗਾ, ਪਰ ਹਿੰਦੁਸਤਾਨ ਦੀ ਸਰਕਾਰ ਨੇ ਸਿੱਧਾ ਇਲਜ਼ਾਮ ਲਾਇਆ ਸੀ ਇਹਨਾਂ ਤੇ, ਤਾਂ ਇਹਨਾਂ ਨੂੰ ਮੁੜ ਕੇ ਜਾ ਕੇ ਉੱਥੇ ਰੈੱਡ ਕਾਰਪੇਟ ਦੀ ਮਾਨ ਸਨਮਾਨ ਦਿੱਤਾ ਗਿਆ। ਦੂਸਰੇ ਪਾਸੇ ਸਾਡੇ ਇੱਥੇ ਤਾਂ ਜੋ ਇਹ ਕਰ ਹੀ ਰਹੇ ਆ, ਜਿਹੜਾ ਸਰੀ ਦੀਆਂ ਡੌਕਾਂ ਤੇ ਹੋਇਆ ਜਾਂ ਹੋਰ ਜਿਹੜੀਆਂ ਬੇਅਦਬੀਆਂ ਹੋ ਹੀ ਰਹੀਆਂ, ਤੇ ਇਹਨਾਂ ਦਾ ਮਨ ਇਹੋ ਹੀ ਆ ਵੀ ਅਸੀਂ ਜਿਹੜਾ ਆ ਲੋਕਾਂ ਦੇ ਜਿਹੜੇ ਟੇਬਲਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਪਹੁੰਚਾਉਣੇ ਆ। ਸਾਡਾ ਜਿਹੜਾ ਉਹ ਜਿਹੜਾ ਹੈਗੀ ਆ ਇੱਕ ਮਰਜ਼ਾਦਾ ਹੈਗੀ ਆ, ਸਤਿਕਾਰ ਹੈਗਾ ਆ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਉਹ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਇਹੋ ਜਿਹੇ ਲੋਕਾਂ ਤੋਂ। ਤਾਂ ਉੱਥੇ ਵੀ ਜਿਹੜਾ ਹੁਣ ਇਹ ਜੋ ਕੁਝ ਕੀਤਾ ਜਾ ਰਿਹਾ ਇਸੇ ਕਰਕੇ ਕੀਤਾ ਜਾ ਰਿਹਾ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਨਿਰੰਤਰ ਜਿਹੜੀਆਂ ਬੇਅਦਬੀਆਂ ਹੋ ਰਹੀਆਂ, ਜੇ ਇਹ ਵਾਕਿਆ ਹੀ ਇਹਨਾਂ ਦੇ ਦਿਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਇੰਨਾ ਸਤਿਕਾਰ ਹੋਵੇ ਤੇ ਇਹੋ ਜਿਹੀਆਂ ਗਲਤੀਆਂ ਜਿਹੜੀਆਂ ਪਹਿਲਾਂ ਇਹ ਨਹੀਂ ਕੀਤੀਆਂ ਤਾਂ ਹੁਣ ਜੋ ਕਰ ਰਹੇ ਆ ਇਹ ਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ। ਸੋ ਇਹ ਜਿਹੜਾ ਆ ਇਹਨਾਂ ਨੂੰ ਬਿਲਕੁਲ ਰੋਕਣਾ ਬਣਦਾ ਆ। ਤੇ ਜਿਹੜੀ ਇੱਥੇ ਦੀ ਸੰਗਤ ਹੈਗੀ ਆ ਜਿਹੜਾ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ, ਉਹ ਜਾਇਜ਼ ਹੈਗਾ ਆ। ਸਾਡਾ ਆਪਣਾ ਰਾਜ ਨਹੀਂ, ਅਸੀਂ ਦੂਜਿਆਂ ਦੇ ਮੁਹਤਾਜ ਆ। ਤੇ ਸਾਡੇ ਤੇ ਜਿਹੜਾ ਆ ਜਿਹੜੇ ਦੂਜਿਆਂ ਦੇ ਰਾਜਾਂ ਦਾ ਜਿਹੜਾ ਆ ਸਾਡੇ ਧਰਮ ਦੇ ਉੱਤੇ ਕੁੰਡਾ ਰੱਖ ਕੇ ਜਦੋਂ ਕੋਈ ਗੱਲ ਕਰਦਾ ਆ ਤੇ ਉਹ ਗੱਲ ਸਹੀ ਨਹੀਂ ਹੋਣੀ। ਜਿਹੜੀਆਂ ਸਾਡੇ ਸਿੱਖ ਰਹਿਤ ਮਰਜ਼ਾਦਾ ਹੈਗੀ ਆ, ਰੋਹ ਰੀਤਾਂ ਆ, ਉਹਨਾਂ ਦੇ ਅਨੁਸਾਰ ਹੀ ਇਹੋ ਗੱਲ ਅੱਗੇ ਚੱਲਣੀ ਆ ਤੇ ਹੋਣੀ ਆ। ਜੋ ਮਰਜ਼ੀ ਹੋ ਜਾਵੇ, ਜਿਸ ਦਿਨ ਉੱਥੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਜੋ ਭਾਵੇਂ ਦੀ ਕਮੇਟੀਆਂ ਜੋ ਮਰਜ਼ੀ ਕਰ ਰਹੀਆਂ, ਜਿਹੜੀ ਸੰਗਤ ਸੀ ਉਹ ਇਸ ਗੱਲ ਤੇ ਵਿਜੇਦ ਸੀ। ਮੈਂ ਵੀ ਉੱਥੇ ਸ਼ਾਮਲ ਸੀ ਵੀ ਜਿਹੜਾ ਇਹਨੂੰ ਨਹੀਂ ਇਹੋ ਦੂਜਾ ਕਿ ਨਾ ਛਪਵਾਈ ਹੋਣੀ ਚਾਹੀਦੀ, ਇਹਦਾ ਵਿਰੋਧ ਹੋਣਾ ਚਾਹੀਦਾ ਆ। ਤੇ ਉਸੇ ਗੱਲ ਤੇ ਮੇਰਾ ਖਿਆਲ ਅੱਜ ਵੀ ਸੰਗਤ ਆ ਜਿਹੜੀ ਉਹ ਕਾਇਮ ਹੈਗੀ ਆ, ਤਾਂ ਹੋਣੀ ਵੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲੇ ਸੁਸਾਇਟੀਆਂ, ਕੌਂਸਲਾਂ, ਉਹਨਾਂ ਤੋਂ ਉੱਪਰ ਗੁਰੂ ਦੀ ਸੰਗਤ ਹੈ, ਸਿੱਖ ਸੰਗਤ 500 ਦੇ ਕਰੀਬ ਸੀ। ਗੱਡੀਆਂ ਦੇ ਵਿੱਚ ਉਹ ਸਤਿਕਾਰ ਦੇ ਨਾਲ ਗੁਰੂ ਮਹਾਰਾਜ ਦੇ ਸਰੂਪ ਲੈ ਕੇ ਆਏ। ਅੱਖਾਂ ਨਮ ਸੀ। ਹਾਂ, ਕੁਝ ਖਚਰੇ ਹੱਸਦੇ ਵੀ ਸੀ ਵਿੱਚ ਤੁਰੇ ਫਿਰਦੇ, ਜਿਹੜੇ ਡਿਬਿੱਡੇ ਨੇ ਕਦੇ ਉੱਧਰ ਜਾ ਬੜੇ ਹੱਥ ਜੋੜ ਕੇ, ਕਦੇ ਇੱਧਰ, ਉਹ ਨਜ਼ਾਰੇ ਲੈਂਦੇ ਸੀ। ਪਰ ਸੰਗਤਾਂ ਸੇਜ਼ਲ ਅੱਖਾਂ ਦੇ ਨਾਲ ਬਹੁਤ ਸਤਿਕਾਰ ਨਾਲ ਗੁਰੂ ਮਹਾਰਾਜ ਦੇ ਸਰੂਪ ਲੈ ਕੇ ਆਏ ਤੇ ਇਹ ਗੱਲ ਕਹਿ ਕੇ ਕਿ ਦੂਜੇ ਵੱਲੋਂ ਕੁਝ ਵੀ ਹੋ ਜਾਵੇ, ਕੁਝ ਗਲਤ ਨਹੀਂ ਕਰਨਾ। ਆਖਰੀ ਕਾਲਰ ਇਸ ਵਿਸ਼ੇ ਤੇ ਉਸ ਤੋਂ ਬਾਅਦ ਸਰੀ ਪੁਲਿਸ ਡਿਪਾਰਟਮੈਂਟ ਦੀ ਗੱਲਬਾਤ ਹੋਏਗੀ। ਸਰ ਕੁਲਵਿੰਦਰ ਸਿੰਘ ਜੀ, ਲਾਈਨ ਨੰਬਰ 2। ਹਾਂਜੀ ਅਜੀਤ ਸਿੰਘ ਜੀ, ਮੈਂ ਇੱਕ ਗੱਲ ਦੱਸਣੀ ਚਾਹੁੰਦਾ ਸੀ ਜੀ, ਜਿਹੜੀ ਮੈਂ ਧਿਆਨ 'ਚ ਲਿਆਉਣਾ ਚਾਹੁੰਦਾ ਸੀ। ਦੇਖੋ, ਹੁਣ ਪ੍ਰਭਜੋਤ ਹੋਣੀ ਕਹਿ ਕੇ ਗਏ ਆ ਵੀ ਰੈੱਡ ਕਾਰਪੇਟ ਇਹਨਾਂ ਨੂੰ ਵਿਸ਼ਾ ਸੇ ਜੋ ਦਿੱਲੀ ਗਏ ਜਾਂ ਕਿਸੇ ਵੀ। ਦੂਸਰੀ ਗੱਲ ਇਹ ਆ ਵੀ ਜਿਹੜੇ ਇੱਕ ਤੁਸੀਂ ਦੱਸੀ ਅੱਜ ਵੀ ਡੇਰਾ ਮੁਖੀ ਦੇ ਕਿਸੇ ਬੰਦੇ ਦਾ ਹੋ ਗਿਆ ਵੀ, ਕਿਉਂਕਿ ਉਧਰੋਂ ਕਿਸਾਨ ਅੰਦੋਲਨ ਆ, ਇਹਨਾਂ ਨੂੰ ਇਹਨਾਂ ਗੱਲਾਂ ਦੇ ਵਿੱਚ ਲਿਆ ਕੇ ਅਟੈਂਸ਼ਨ ਜਿਹੜੀ ਉਹ ਇੱਧਰ ਲਿਆਈ ਜਾ ਰਹੀ ਆ ਮੇਰੇ ਹਿਸਾਬ ਨਾਲ। ਇਹ ਵੀ ਪੋਸੀਬਲ ਹੋ ਸਕਦਾ ਗੱਲਾਂ ਕਰਕੇ। ਸੋ ਇਹ ਸੀ ਜੀ ਮੁੱਖ ਸੇਵਾਦਾਰ ਗੱਲਬਾਤ ਕਰਕੇ ਗਏ ਜਥੇਦਾਰ ਰਣਜੀਤ ਸਿੰਘ ਜੀ, ਗੁਰਮੁਖ ਸਿੰਘ ਦਿਓਲ, ਪ੍ਰਭਜੋਤਪਾਲ ਸਿੰਘ ਜੀ, ਰਾਜਸਥਾਨੀ ਜੀ। ਤੁਸੀਂ ਵਿਚਾਰ ਸੁਣੇ ਨੇ। ਇਹ ਇੱਕ ਬਹੁਤ ਸੰਜੀਦਾ ਵਿਸ਼ਾ ਹੈ। ਇਹ ਕਿਤਾਬਾਂ ਦੀ ਦੁਕਾਨ ਨਹੀਂ ਹੈ ਵੀ ਛਾਪ ਲੀਆਂ, ਵੇਚ ਲੀਆਂ। ਜਾਗਤ ਜੋਤ ਚਬਰ ਤਖਤ ਦਾ ਮਾਲਕ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਠੀਕ ਹੈ, ਲੋਕਾਂ ਦੇ ਵਿੱਚ ਤੁਸੀਂ ਦਾੜੀ ਦਾ ਵਾਲ ਇੱਕ ਕਿਰਿਆ ਕਲੀਨਿਕਸ ਦੇ ਵਿੱਚੋਂ ਇਕੱਠਾ ਕਰਕੇ ਖੀਸੇ 'ਚ ਪਾ ਸਕਦੇ ਹੋ। ਇਹ ਜਿਹੜੀ ਛੜਯੰਤਰ ਨੇ, ਛਲਾਵੇ ਨੇ, ਇਹ ਨਿੱਜੀ ਜ਼ਿੰਦਗੀ 'ਚ ਹੋ ਸਕਦੇ ਨੇ, ਕੁਛ ਕਰਦੇ ਰਹੋ ਤੁਸੀਂ, ਪਰ ਇੱਕ ਜ਼ਿੰਦਗੀ ਉਹ ਹੈ ਜਿਹੜੀ ਲੋਕਾਂ ਨੂੰ ਨਹੀਂ ਦਿਖਦੀ। ਕੀ ਜ਼ਰੂਰਤ ਹੈ ਕਿਸੇ ਕੋਲ ਜਿਹੜਾ ਇਸ ਲੈਵਲ ਤੇ ਜਿਉਣਾ ਚਾਹੁੰਦਾ ਕਿ ਮੈਂ ਮੁਖੀ ਦੇ ਤੌਰ ਤੇ, ਸੇਵਾਦਾਰ ਦੇ ਤੌਰ ਤੇ ਰਹਿਣਾ, ਕਿ ਲੋਕਾਂ ਦੇ ਖੁੱਲ੍ਹੇ ਇਕੱਠ 'ਚ ਲੋਕਾਂ ਦੇ ਸਾਹਮਣੇ ਬਹਿ ਸਕਦੇ ਹਾਂ ਅਸੀਂ? ਸ਼ੀਸ਼ੇ ਮੂਹਰੇ ਖੜਨ ਦੀ ਲੋੜ ਹੈ। ਵਪਾਰਕ ਸੰਦੇਸ਼ਾਂ ਤੋਂ ਬਾਅਦ ਸਰਦਾਰ ਪਰਮਜੀਤ ਸਿੰਘ ਪ੍ਰਵਾਸੀ ਮੇਰੇ ਨਾਲ ਸ਼ਾਮਲ ਹੋਣਗੇ।
ਜਿਹੜੇ ਪ੍ਰਵਾਸੀ ਨਿਊਜ਼ਪੇਪਰ ਵੈਨਕੂਵਰ ਦੇ ਐਡੀਟਰ ਸਨ ਜਾਂ ਸ਼ੁਰੂ ਹੋਇਆ, ਜਰਨਲਿਸਟ ਨੇ, ਹਲੇ ਵੀ ਲਿਖਦੇ ਨੇ ਤੇ ਉੱਗੇ ਵਪਾਰੀ ਨੇ, ਬਿਜ਼ਨਸਮੈਨ ਨੇ। ਹੁਣੇ ਮੁੜ ਕੇ ਕੈਨੇਡਾ ਦੀ ਨੈਸ਼ਨਲ ਪੁਲਿਸ ਤੋਂ ਲੈ ਕੇ ਸਰੀ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਸਫ਼ਰ ਹੈ, ਤਬਾਦਲਾ ਜਿਹੜਾ ਘੋੜਿਆਂ ਵਾਲੀ ਪੁਲਿਸ ਤੋਂ ਸਰੀ ਪੁਲਿਸ ਦੀ ਗੱਲ, ਉਹਦੀ ਸ਼ੁਰੂਆਤ ਤਾਂ 18 ਦੀ ਇਲੈਕਸ਼ਨ ਜਿੱਤਦੇ ਅਕਤੂਬਰ ਦੇ ਵਿੱਚ ਹੋ ਗਈ ਸੀ, ਕਿਉਂਕਿ ਇਹਨਾਂ ਮੈਨੀਫੈਸਟ ਤੇ ਮੇਅਰ ਡਗ ਮਕੱਲਮ ਨੇ ਚੋਣ ਜਿੱਤੀ, ਲੋਕਾਂ ਨੇ ਫਤਵਾ ਦਿੱਤਾ। ਉਸ ਤੇ ਅਮਲ ਜਿਹੜਾ ਸ਼ੁਰੂ ਹੋਇਆ ਪਿਛਲੇ ਆਲਮੋਸਟ 7-8 ਮਹੀਨੇ ਤੋਂ। ਉਹਦੀਆਂ ਵਰਦੀਆਂ, ਉਹ ਗੱਡੀਆਂ ਕਿਹੋ ਜਿਹੀਆਂ ਹੋਣਗੀਆਂ, ਫਿਰ ਬੋਰਡ ਜਿਹੜਾ ਸੂਬਾ ਬਣਾਉਂਦਾ, ਸੂਬੇ ਵੱਲੋਂ ਪ੍ਰਵਾਨਗੀ, ਉਸ ਤੋਂ ਬਾਅਦ ਸਰੀ ਪੁਲਿਸ ਦਾ ਜਿਹੜਾ ਚੀਫ, ਬੜੀ ਚਰਚਾ ਸੀ ਵੀ ਕੌਣ ਹੋਊ, ਪੰਜਾਬੀ ਹੋਊ ਕੋਈ ਜਾਂ ਕੀ ਹੋਏਗਾ। ਪਰ ਐਡਮਿੰਟਨ ਪੁਲਿਸ, ਉਸ ਤੋਂ ਬਾਅਦ RCMP 'ਚ ਅਸਿਸਟੈਂਟ ਕਮਿਸ਼ਨਰ, ਉਸ ਤੋਂ ਬਾਅਦ ਡੈਲਟਾ ਪੁਲਿਸ ਦੇ ਡਿਪਟੀ ਹੁਣ ਨੋਰਮਨ ਲਿਪਿੰਸਕੀ, ਜਿਹੜੇ ਸਰੀ ਪੁਲਿਸ ਡਿਪਾਰਟਮੈਂਟ ਦੇ ਅਗਲੇ ਪਹਿਲੇ ਚੀਫ ਹੋਣਗੇ। ਉਹਨਾਂ ਦੇ ਬਾਰੇ, ਤਬਾਦਲੇ ਬਾਰੇ, ਕੋਸਟ ਬਾਰੇ, ਲੋਕਾਂ ਦੀ ਰਾਏ ਕੀ ਹੈ, ਇਸ ਦੇ ਬਾਰੇ ਮੇਰੇ ਨਾਲ ਸਰਦਾਰ ਪਰਮਜੀਤ ਸਿੰਘ ਪ੍ਰਵਾਸੀ ਸ਼ਾਮਲ ਹੋ ਰਹੇ ਨੇ। ਉਹਨਾਂ ਨੇ ਇਸ ਵਿਸ਼ੇ 'ਤੇ ਖੋਜ ਕੀਤੀ। ਉਹਨਾਂ ਨੇ ਉਹ ਇਸ ਗੱਲ ਦੇ ਧਾਰਨੀ ਨੇ ਕਿ ਲੋਕਾਂ ਕੋਲ ਤੱਥ ਅਸਲ ਜਾਣੇ ਚਾਹੀਦੇ ਨੇ। ਠੀਕ ਹੈ, ਡਿਸੀਜ਼ਨ ਹੋ ਚੁੱਕਿਆ, ਕੁਝ ਵੀ ਵਾਪਸ ਨਹੀਂ ਜਾਣੀ ਗੱਲ, ਪਰ ਫਿਰ ਵੀ ਲੋਕਾਂ ਤੱਕ ਦੋਨੇ ਤਰ੍ਹਾਂ ਦੀ ਗੱਲ ਪਹੁੰਚਣੀ ਚਾਹੀਦੀ ਹੈ। ਸਰਦਾਰ ਪਰਮਜੀਤ ਸਿੰਘ ਜੀ, ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ, ਤੁਹਾਨੂੰ, ਤੁਹਾਡੀ ਸਾਰੀ ਟੀਮ ਨੂੰ ਤੇ ਮੇਰੇ ਸਾਰੇ ਸਰੋਤਿਆਂ ਨੂੰ, ਆਪਣੇ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਨੋਰਮਨ ਲਿਪਿੰਸਕੀ ਹੋਣੀ ਪਹਿਲੇ ਪੁਲਿਸ ਚੀਫ ਹੋਣਗੇ ਤੇ ਗੱਲ ਭਾਈਚਾਰੇ ਦੇ ਵਿੱਚ, ਦੇਖੋ ਗੱਲਾਂ ਤਾਂ ਸਦਾ ਹੀ ਚੱਲਦੀਆਂ ਰਹਿੰਦੀਆਂ ਨੇ। ਹੁਣ ਸਰਕਾਰ ਬਣਨੀ ਹੈ, ਸਰਕਾਰ ਦੇ ਵਿੱਚ ਭਾਈਚਾਰਾ ਕਹਿੰਦਾ ਸਾਡੇ 4 ਮਿਨਿਸਟਰ ਹੋਣਗੇ, ਕੀ ਉਹ 4 ਹੋਣਗੇ ਜਾਂ ਨਹੀਂ। ਲਿਪਿੰਸਕੀ ਉਹਨਾਂ ਦੇ ਨਾਲ ਸਟੀਵ ਰਾਏ ਉਹਨਾਂ ਦਾ ਬੜਾ ਨਾਂ ਚੱਲਿਆ, ਬੜੇ ਕਾਬਲ ਅਫਸਰ ਨੇ, ਡਿਪਟੀ ਚੀਫ ਨੇ, ਕਿ ਉਹ ਆਉਣਗੇ। ਭਾਈਚਾਰਾ ਬਹੁਤ ਗਿਣਤੀ 'ਚ ਵੱਸਦਾ, ਪਰ ਤੱਥ ਇਹ ਹੈ ਕਿ ਅਸੀਂ 40% ਆ ਸਰੀ 'ਚ। ਨੋਰਮਨ ਲਿਪਿੰਸਕੀ ਉਹਨਾਂ ਬਾਰੇ, ਉਹਨਾਂ ਦੀ ਨਿਯੁਕਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਸ਼ੁਰੂ 'ਚ? ਦੇਖੋ, ਪੁਲਿਸ ਚੀਫ ਤਾਂ ਚਾਹੇ ਕੋਈ ਵੀ ਹੋਵੇ, ਸਾਨੂੰ ਉਸ ਗੱਲ ਨਾਲ ਮਤਲਬ ਨਹੀਂ ਹੈ। ਗੱਲ ਉੱਠੀ ਸੀ ਇੱਕ ਵਿਵਾਦਤ ਜਿਹੀ, ਜਿਹੜਾ ਕਿ ਬੜਾ ਮਤਲਬ ਉਹਦਾ ਰੌਲਾ ਵੀ ਪਿਆ, ਆਪਾਂ ਉਸ ਗੱਲ ਦੇ ਮਗਰ ਜੇ ਨਾ ਜਾਈਏ। ਪੁਲਿਸ ਚੀਫ ਨੇ ਕੰਮ ਕਰਨਾ ਹੈਗਾ ਕਿ ਉਹਨੂੰ ਕਿਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਦਿੱਤਾ ਜਾਂਦਾ ਹੈ ਤੇ ਕਿਸ ਤਰ੍ਹਾਂ ਦੀ ਉਹਦੀ ਕਾਸਟ ਇਫੈਕਟਿਵ ਕਿਵੇਂ ਹੈਗੀ ਹੈ ਤੇ ਸਰੀ ਦੇ ਲੋਕਾਂ ਤੇ ਕੀ ਉਹਦਾ ਬੋਝ ਪਊਗਾ। ਇਕੱਲੇ ਪੁਲਿਸ ਚੀਫ ਦੀ ਗੱਲ ਨਹੀਂ ਹੈ, ਗੱਲ ਸਾਰੀ ਓਵਰਆਲ ਸਟਰਕਚਰ ਦੀ ਹੈ ਜਿਹਨੂੰ ਚੇਂਜ ਕਰਨ ਜਾ ਰਹੇ ਹਾਂ। ਹੁਣ ਉਹਦੇ ਵਿੱਚ ਦੇਖੋ, ਪੁਲਿਸ ਚੀਫ ਨੇ, ਜਿਵੇਂ ਤੁਸੀਂ ਗੱਲ ਕੀਤੀ ਹੈ, ਇੱਕ ਬੜੀ ਵਧੀਆ ਗੱਲ ਹੈ ਕਿ ਚਲੋ ਮਤਲਬ ਇਹਦੀ ਚੋਣ ਉਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵੀ ਕੋਈ ਵੀ ਖਦਸ਼ਾ ਨਾ ਜਾਵੇ ਜਾਂ ਕੋਈ ਭੁਲੇਖਾ ਨਾ ਜਾਵੇ। ਪਰ ਜੇਕਰ ਆਪਾਂ ਸਟਰਕਚਰ ਦੀ ਗੱਲ ਕਰੀਏ ਨਾ, ਦੇਖੋ ਗਿੱਲ ਸਾਹਿਬ, ਇਹਦੀ ਥੋੜੀ ਜਿਹੀ ਬੈਕਗਰਾਉਂਡ ਦੇ ਵਿੱਚ ਆਪਾਂ ਨੂੰ ਜਾਣਾ ਪਊਗਾ। ਜੇ ਟਾਈਮ ਹੈ ਤਾਂ ਮੈਂ ਜੀ ਬਿਲਕੁਲ ਗਿੱਲ ਸਾਹਿਬ, ਇਸ ਤਰ੍ਹਾਂ ਹੈ ਵੀ ਸਭ ਤੋਂ ਪਹਿਲਾਂ ਜਿਹੜੇ ਵੀ ਲੋਕ ਹੁੰਦੇ ਆ, ਲੋਕ ਜਾਂ ਐਕਟਿਵਿਸਟ, ਕਮਿਊਨਿਟੀ ਦੇ ਐਕਟਿਵਿਸਟ, ਉਹ ਜਦੋਂ ਵੀ ਕੋਈ ਪ੍ਰੋਬਲਮ ਉੱਠਦੀ ਹੈ ਨਾ, ਉਹਨੂੰ ਉਭਾਰਦੇ ਆ ਤਾਂ ਕਿ ਉਸ ਪ੍ਰੋਬਲਮ ਦਾ ਸਮਾਧਾਨ ਹੋਵੇ। ਠੀਕ, ਜਿਹੜਾ ਕਿ ਸਾਡੀ ਕਮਿਊਨਿਟੀ 'ਚ ਵੀ ਉਸ ਤਰ੍ਹਾਂ ਵਾਪਰਿਆ, ਕੋਈ ਵੀ ਕਮਿਊਨਿਟੀ ਹੋਵੇ ਇਸੇ ਤਰ੍ਹਾਂ ਹੀ ਵਾਪਰੂਗਾ। ਉਸ ਤੋਂ ਬਾਅਦ ਉਸ ਦਾ ਸਮਾਧਾਨ ਜਾਂ ਹੱਲ ਕਰਨਾ ਹੈ, ਉਹ ਗਵਰਨਮੈਂਟਾਂ ਨੇ ਕਰਨਾ ਹੈ, ਲੋਕਲ ਐਡਮਿਨਿਸਟ੍ਰੇਸ਼ਨ ਨੇ ਕਰਨਾ ਹੈ। ਪਰ ਲੋਕਲ ਐਡਮਿਨਿਸਟ੍ਰੇਸ਼ਨ ਨੇ ਇਹ ਦੇਖਣਾ ਹੁੰਦਾ ਹੈ ਕਿ ਇਸ ਨੂੰ ਕਿਸ ਤਰੀਕੇ ਨਾਲ ਕੀਤਾ ਜਾਵੇ ਤਾਂ ਕਿ ਇਹਦੀ ਕਾਸਟ, ਇਹਦਾ ਵਰਕ, ਇਹਦੀ ਇਫੈਕਟਿਵ ਜਿਹੜੀ ਵਰਕਿੰਗ ਆ ਇਫੈਕਟਿਵ ਹੋਵੇ, ਸਾਰਾ ਕੁਝ ਹੋਵੇ। ਸਾਰੇ ਮਸਲਿਆਂ ਨੂੰ ਧਿਆਨ 'ਚ ਰੱਖ ਕੇ ਉਹ ਹੋਣਾ ਚਾਹੀਦਾ ਹੈ ਜੀ। ਇਸੇ ਤਰ੍ਹਾਂ ਇਹ ਮਸਲਾ ਸਰੀ ਦੇ ਵਿੱਚ ਵਾਪਰਿਆ, ਕਿਉਂਕਿ ਬੜਾ ਉਸ ਟਾਈਮ ਦੇ ਤੇ ਸੈਂਸਿਟਿਵ ਇਸ਼ੂ ਸੀ ਔਰ ਉਠਾਉਣੇ ਲਾਜ਼ਮੀ ਸੀ। ਜੇਕਰ ਨਹੀਂ ਉਠਾਏ ਜਾਂਦੇ ਸੀ ਤਾਂ ਬਿਲਕੁਲ ਸਿਸਟਮ ਸੁੱਤਾ ਪਿਆ ਸੀਗਾ ਤੇ ਅਸੀਂ ਉਸ ਦੇ ਵਿੱਚ ਅਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਹੋਈ ਜਾਣਾ ਸੀ। ਤਾਂ ਉੱਥੇ ਆ ਕੇ ਜੋ ਗੱਲ ਉੱਭਰ ਕੇ ਸਾਹਮਣੇ ਆਈ ਕਿ RCMP ਸਾਨੂੰ ਮਨਜ਼ੂਰ, ਹੁਣ ਜੇ RCMP ਸਾਨੂੰ ਮਨਜ਼ੂਰ ਨਹੀਂ, ਲੋਕਾਂ ਨੂੰ ਪ੍ਰੋਗਰਾਮ ਇਸ ਤਰ੍ਹਾਂ ਦਾ ਦਿੱਤਾ ਗਿਆ, ਤਾਂ ਐਡਮਿਨਿਸਟ੍ਰੇਸ਼ਨ ਦਾ ਫਰਜ਼ ਬਣਦਾ ਸੀ ਕਿ ਜੇ RCMP ਮਨਜ਼ੂਰ ਨਹੀਂ ਤਾਂ ਉਹਦੇ ਵਿੱਚ ਕੀ ਕੀ ਨੁਕਸ ਹਨ, ਉਹ ਜਿਹੜੇ ਨੁਕਸ ਹੈ ਉਹਨਾਂ ਦਾ ਸੁਧਾਰ ਕੀਤਾ ਜਾਂਦਾ, ਜਾਂ ਜੇ ਨਵੀਂ ਫੋਰਸ ਲਿਆਉਣੀ ਹੈ ਤਾਂ ਕਿੰਨੀ ਕਾਸਟ ਇਫੈਕਟਿਵ ਹੋਊਗੀ, ਉਹਦਾ ਫਾਇਦਾ ਹੋਊਗਾ ਕਿ ਨਹੀਂ ਹੋਊਗਾ, ਉਹ ਚੀਜ਼ਾਂ ਲੋਕਾਂ ਦੇ ਸਾਹਮਣੇ ਲਿਆਉਣੀਆਂ ਬਣਦੀਆਂ।
ਔਰ ਅੱਜ ਵੀ ਇਹ ਚੀਜ਼ਾਂ ਮੰਗ ਕਰਦੀਆਂ ਕਿ ਕਿਤੇ ਇਹ ਨਾ ਹੋਵੇ ਕਿ ਜੇ ਅਸੀਂ ਸੇਮ ਸਪੇਸ ਦਾ ਹੀ ਘਰ ਖਰੀਦਣ ਜਾ ਰਹੇ ਹਾਂ ਤੇ ਫਿਰ ਨਵਾਂ ਕਿਉਂ ਖਰੀਦਦੇ ਆ? ਮੌਰਗੇਜ ਉੱਪਰ ਸਿਰ ਦੇ ਉੱਤੇ ਕਿਉਂ ਵੱਧ ਪਾਉਣੇ ਆ? ਜੇ 3000 ਸਕੁਅਰ ਫੁੱਟ ਦੇ ਵਿੱਚ ਹੀ ਰਹਿਣਾ ਹੈ ਤੇ ਉਹ ਫਿਰ ਨਵਾਂ ਖਰੀਦਣ ਦਾ ਕੀ ਮਤਲਬ ਹੋਇਆ? ਜੇ ਉਹੀ ਘਰ ਹੈ, ਉਹੀ ਉਹਦੇ ਸਟੈਂਡਰਡ ਆ, ਉਹੀ ਸਾਰਾ ਕੁਝ ਹੈ, ਤਾਂ ਫਿਰ ਨਵਾਂ ਕਿਉਂ? ਆਪਣਾ ਮਕਸਦ ਇਹ ਨਹੀਂ ਹੈ ਕਿ ਅਸੀਂ RCMP ਦੇ ਵਿਰੋਧ 'ਚ ਹੈ ਜਾਂ ਅਸੀਂ RCMP ਦੇ ਹੱਕ 'ਚ ਹੈ। ਸਾਡਾ ਮਕਸਦ ਤਾਂ ਇੰਨਾ ਹੀ ਹੈ ਕਿ ਲੋਕਾਂ ਦਾ ਮਸਲਾ ਹੱਲ ਹੋਵੇ, ਤੇ ਉਹ ਕਿਵੇਂ ਲੋਕਾਂ ਦਾ ਮਸਲਾ ਹੱਲ ਹੁੰਦਾ ਹੈ ਔਰ ਕਾਸਟ ਇਫੈਕਟਿਵ, ਲੋਕਾਂ ਤੇ ਬਹੁਤ ਜ਼ਿਆਦਾ ਪੈ ਕੇ ਕਿਤੇ ਅਸੀਂ ਸੇਮ ਸਿਚੁਏਸ਼ਨ ਤਾਂ ਨਹੀਂ ਰਹਿ ਜਾਵਾਂਗੇ। ਹੁਣ ਜੇਕਰ ਇਹ ਸਾਰੇ ਕਾਸੇ ਨੂੰ ਦੇਖਿਆ ਜਾਵੇ, ਜੀ ਕੰਟੀਨਿਊ ਕਰੋ ਜੀ। ਜੇ ਸਾਰੇ ਕਾਸੇ ਨੂੰ ਦੇਖਿਆ ਜਾਵੇ ਤਾਂ ਸਰੀ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ 1200 ਪੁਲਿਸ ਅਫੀਸਰ ਚਾਹੀਦੇ ਆ, 1200, ਜਦ ਕਿ ਸਰੀ ਦੀ ਪਾਪੂਲੇਸ਼ਨ ਹਰ ਰੋਜ਼ ਵੱਧ ਰਹੀ ਹੈ, ਬਿਲਕੁਲ ਹਰ ਮੰਥ ਵੱਧ ਰਹੀ ਹੈ ਜੀ। ਉਸ ਨੂੰ ਮੀਟ ਵਿਦ ਕਰਨ ਵਾਸਤੇ ਐਡ ਆਨ ਕਰਨੇ ਪੈਣਗੇ ਹੋਰ ਜ਼ਿਆਦਾ, ਪਰ ਅੱਜ ਜੇ ਮੀਟ ਵਿਦ ਕਰੀਏ ਤਾਂ 1200 ਪੁਲਿਸ ਅਫੀਸਰ ਚਾਹੀਦੇ ਆ ਜੀ। ਪਰ ਜਿਹੜੇ ਨਵੇਂ ਹਾਇਰ ਹੋਣ ਜਾ ਰਹੇ ਉਹ 835 ਹੋ ਰਹੇ ਆ ਤੇ ਪਹਿਲਾਂ ਵੀ 800 ਹੀ ਹੈ। ਫਿਰ ਹੁਣ ਉਹਦੇ ਵਿੱਚ ਫਰਕ ਕੀ ਰਹਿ ਗਿਆ ਕਿ ਜੇ 800 ਨਵੇਂ ਲਿਆ ਕੇ 800 ਦੀ ਬਜਾਏ 835 ਨਵੇਂ ਲਿਆ ਕੇ ਕਰਨੇ ਆ ਤਾਂ ਉਹਦੇ ਨਾਲ ਐਫੀਸ਼ੀਐਂਸੀ ਕਿਵੇਂ ਵਧੂਗੀ? ਠੀਕ ਹੈ ਜੀ। ਹੁਣ ਉਸ ਤੋਂ ਅੱਗੇ ਆ ਜਾਓ ਵੀ ਜਿਹੜੀ ਨਵੀਂ ਪੁਲਿਸ ਫੋਰਸ ਆਉਣੀ ਆ ਉਹ ਯੂਨੀਅਨਾਈਜ਼ਡ ਹੋਣੀ ਹੈ, ਜਿਹੜੀ ਸਰੀ ਪੁਲਿਸ ਹੋਣੀ ਹੈ। ਯੂਨੀਅਨਾਈਜ਼ਡ ਫੋਰਸਾਂ ਦੇ ਵਿੱਚ ਇਹ ਹੈ ਕਿ ਇੱਕ ਕਾਰ ਦੇ ਵਿੱਚ 2 ਅਫੀਸਰ ਹੋਣੇ ਜ਼ਰੂਰੀ ਆ। ਹੁਣ ਸਾਡੇ ਕੋਲੇ 800 ਕਾਰ ਚੱਲ ਰਹੀ ਹੈ ਅੱਜ ਸਟਰੀਟ ਦੇ ਉੱਤੇ, ਜਦ ਕਿ 800 ਦੇ ਨਾਲ ਅਸੀਂ ਮੀਟ ਵਿਦ ਨਹੀਂ ਕਰ ਪਾ ਰਹੇ, ਪਰ ਫੇਰ ਕਿੰਨੀ ਚੱਲੂਗੀ? 400 ਕਾਰ ਸਟਰੀਟਾਂ ਤੇ ਰਹੂਗੀ। ਜੇ 400 ਕਾਰ ਸਟਰੀਟਾਂ ਤੇ ਰਹੂਗੀ ਤੇ ਇਹਦਾ ਮਤਲਬ ਵੀ 400 ਕਾਰ ਸਟਰੀਟ ਤੇ ਰਹੂਗੀ ਤੇ ਦੱਸੋ ਪੈਟਰੋਲਿੰਗ ਵਧੂਗੀ ਕਿ ਘਟੂਗੀ? ਬਿਲਕੁਲ ਠੀਕ। ਇਹ ਚੀਜ਼ਾਂ ਜਵਾਬ ਮੰਗਦੀਆਂ। ਉਸ ਤੋਂ ਅੱਗੇ ਆ ਜਾਂਦੀ ਜੀ ਕੁਆਲਿਟੀ ਟ੍ਰੇਨਿੰਗ ਕਿਸ ਤਰ੍ਹਾਂ ਦੀ ਹੈਗੀ ਹੈ? ਟ੍ਰੇਨਿੰਗ ਸਾਰਿਆਂ ਥਾਵਾਂ ਤੇ ਸੇਮ ਆ, ਸਾਰੇ ਕੈਨੇਡਾ ਦੇ ਵਿੱਚ ਪੁਲਿਸ ਅਫੀਸਰ ਦੀ ਸੇਮ ਆ। ਕੋਈ ਇਹ ਨਹੀਂ ਵੀ ਸਰੀ ਪੁਲਿਸ ਦੀ ਟ੍ਰੇਨਿੰਗ ਵਧੀਆ ਹੋਊਗੀ ਜਾਂ RCMP ਦੀ ਘਟੀਆ ਹੋਊ, ਜੋ RCMP ਦੀ ਵਧੀਆ ਜਾਂ ਉਹਦੀ ਘਟੀਆ, ਉਹ ਸੇਮ ਆ। ਇਸ ਕਰਕੇ ਸੇਮ ਟ੍ਰੇਨਿੰਗ ਹੋਣ ਦੇ ਨਾਲ ਪੁਲਿਸ ਦੀ ਕੁਆਲਿਟੀ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪੈ। ਇਸ ਤੋਂ ਅੱਗੇ ਆ ਜਾਓ, ਜੇਕਰ ਅਸੀਂ ਇਹ ਗੱਲ ਕਰੀਏ ਜੀ, ਇਹਨੂੰ ਕੌਂਸਲ ਹੈ ਜਿਹੜੀ ਗਵਰਨ ਕਰੂਗੀ, ਬਿਲਕੁਲ ਐਬਸੋਲੂਟਲੀ ਇਨਕਰੈਕਟ ਗੱਲ ਹੈ। ਸਰੀ ਪੁਲਿਸ ਇਹਨੂੰ ਗਵਰਨ ਨਹੀਂ ਕਰੂਗੀ। ਸਰੀ ਪੁਲਿਸ ਤਾਂ ਇੱਕ ਵੇਖੋ ਪੁਲਿਸ ਬੋਰਡ ਹੈ, ਪ੍ਰੋਵਿੰਸ ਇਹਨੂੰ ਗਵਰਨ ਕਰਦੀ ਹੈ ਬੋਰਡ ਨੂੰ, ਜਿਹਦੇ ਵਿੱਚ ਸਰੀ ਪੁਲਿਸ ਦੇ ਸਿਰਫ ਦੋ ਮੈਂਬਰ ਹੁੰਦੇ ਆ। ਠੀਕ ਹੈ ਜੀ। ਗਵਰਨ ਉਹਨੇ ਕਰਨਾ, ਸਿਰਫ ਪੁਲਿਸ ਨੇ ਤਾਂ ਰਿਪੋਰਟਿੰਗ ਕਰਨੀ ਹੈ। ਜਿਹੜੀ ਸੇਫਟੀ ਕਮੇਟੀ ਬਣਾਈ ਹੁੰਦੀ ਹੈ ਸਿਟੀ ਆਫ ਸਰੀ ਦੀ, ਜਿਹੜੀ ਸੇਫਟੀ ਕਮੇਟੀ ਬਣਾਈ ਹੋਊਗੀ, ਉਹਨੂੰ ਪੁਲਿਸ ਨੇ ਰਿਪੋਰਟਿੰਗ ਕਰਨੀ। ਠੀਕ ਹੈ, ਉਹ ਰਿਪੋਰਟਿੰਗ ਅੱਜ ਵੀ ਹੋ ਰਹੀ ਹੈ, ਉਹ RCMP ਵੀ ਕਰ ਰਹੀ ਹੈ। ਔਰ ਈਵਨ RCMP ਤਾਂ ਸਗੋਂ ਅੱਜ ਸੇਫਟੀ ਅਫੀਸਰ ਨੂੰ ਸੇਫਟੀ ਕਮੇਟੀ ਨੂੰ ਛੱਡ ਕੇ ਮੇਅਰ ਸਾਹਿਬ ਨੂੰ ਡਾਇਰੈਕਟਲੀ ਰਿਪੋਰਟ ਕਰ ਰਹੀ ਹੈ। ਸਿਰਫ ਫਰਕ ਕੀ ਰਹਿ ਗਿਆ? ਗੱਲ ਫਰਕ ਜਾਣਨ ਦੀ ਹੈ। ਇਸੇ ਤਰ੍ਹਾਂ ਜੇ ਹੁਣ ਆਪਾਂ ਕਾਸਟ ਵਾਲੇ ਪਾਸੇ ਆ ਜਾਈਏ ਗਿੱਲ ਸਾਹਿਬ ਜੀ, ਤਾਂ ਕਾਸਟ ਵਾਲੇ ਪਾਸੇ ਤਾਂ ਸਾਨੂੰ ਦੇਖਣਾ ਪਊਗਾ 129 ਮਿਲੀਅਨ ਸਿਰਫ ਇਹਦੀ ਟ੍ਰਾਂਜੀਸ਼ਨ ਤੇ ਮਤਲਬ ਖਰਚਾ ਹੋ ਰਿਹਾ। 800 ਬੰਦੇ ਜਾ ਰਹੇ ਆ ਤੇ 800 ਹੀ ਆ ਰਹੇ ਆ। 2018 ਦੇ ਜੇ ਅੰਕੜੇ ਦੇਖ ਲਈਏ ਨਾ ਤੇ ਸਰੀ ਦੇ ਵਿੱਚ $284 ਪਰ ਕੈਪੀਟਾ ਖਰਚਾ ਹੋ ਰਿਹਾ ਸੀ, ਜਦ ਕਿ ਵੈਨਕੂਵਰ ਪੁਲਿਸ ਦੇ ਵਿੱਚ $458 ਦਾ ਖਰਚਾ ਹੋ ਰਿਹਾ ਸੀਗਾ ਜੀ। ਆਲਮੋਸਟ ਦੁੱਗਣੇ ਤੋਂ ਥੋੜਾ ਜਿਹਾ ਘੱਟ ਮਤਲਬ ਖਰਚਾ ਉੱਥੇ ਜ਼ਿਆਦਾ ਹੋ ਰਿਹਾ। ਉੱਥੇ ਸਿਟੀ ਪੁਲਿਸ ਹੈ, ਸਾਡੇ ਇੱਥੇ RCMP ਹੈ। ਉਸ ਤੋਂ ਅੱਗੇ ਆ ਜਾਓ ਕਿ ਜੇਕਰ ਸਾਨੂੰ 400 ਬੰਦਾ ਹੋਰ ਨਹੀਂ ਮਿਲਦਾ ਜੀ ਤਾਂ ਸਾਡਾ ਅਸੀਂ ਮੀਟ ਵਿਦ ਨਹੀਂ ਕਰਦੇ ਆਪਣੀਆਂ ਜੋ ਅੱਜ ਦੀਆਂ ਸਾਡੀਆਂ ਲੋੜਾਂ ਹੈਗੀਆਂ। ਤਾਂ ਜੇ 400 ਬੰਦਾ ਅਸੀਂ ਵੱਧ ਕਰਦੇ ਹਾਂ ਤੇ ਫਿਰ ਸਾਡਾ ਖਰਚਾ ਹੋਰ ਜ਼ਿਆਦਾ ਕਿੰਨਾ ਵਧੂਗਾ? ਠੀਕ ਹੈ ਜੀ। ਚਲੋ ਇਹ ਸਾਨੂੰ RCMP 'ਚ ਵੀ ਕਰਨਾ ਪੈਣਾ ਤੇ ਅਸੀਂ ਸਿਟੀ ਪੁਲਿਸ 'ਚ ਵੀ ਕਰਨਾ ਪੈਣਾ। ਬੰਦੇ ਵਧਾਉਣੇ ਨੇ, ਬਿਲਕੁਲ ਠੀਕ ਹੈ। 400 ਸਾਨੂੰ ਉੱਧਰ ਵੀ ਐਡ ਕਰਨਾ ਪੈਂਦਾ, ਇੱਧਰ ਵੀ ਐਡ ਕਰਨਾ ਪੈਂਦਾ। ਬਿਲਕੁਲ ਠੀਕ ਹੈ। ਗੱਲ ਆ ਜਾਂਦੀ ਹੈ 2 ਪੁਲਿਸ ਅਫੀਸਰਾਂ ਦੀ ਇੱਕ ਕਾਰ ਦੇ ਵਿੱਚ ਰਹਿਣਾ, ਜਿੱਥੇ ਕਹਿ ਕੇ 50% ਐਫੀਸ਼ੀਐਂਸੀ ਰਹਿ ਜਾਂਦੀ। ਇਸ ਤੋਂ ਅੱਗੇ ਆ ਜਾਈਏ ਜੇ ਆਪਾਂ ਗੱਲ ਕਰੀਏ ਪੇ ਦੀ, ਪੇ ਘੱਟੋ ਘੱਟ ਸਿਟੀ ਪੁਲਿਸ ਦੀ 15 ਤੋਂ 20% ਜ਼ਿਆਦਾ ਹੁੰਦੀ ਹੈ RCMP ਨਾਲ।
ਹੁਣ ਜੇ 15 ਤੋਂ 20% ਪੇ ਅੱਜ ਜ਼ਿਆਦਾ ਹੋਵੇ ਤੇ ਜੇ ਇਹਨੂੰ ਕੈਲਕੂਲੇਟ ਕੀਤਾ ਜਾਵੇ ਤੇ ਇਹ ਹਿਊਜ ਐਕਸਪੈਂਸ ਬਣ ਜਾਂਦਾ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ RCMP ਨੂੰ 10% ਸਬਸਿਡੀ ਫੈਡਰਲ ਗਵਰਨਮੈਂਟ ਦਿੰਦੀ ਹੈ ਉਹਦੀਆਂ ਤਨਖਾਹਾਂ ਦੇ ਵਿੱਚ, ਉਹਦੇ ਖਰਚੇ ਦੇ ਵਿੱਚੋਂ ਜੀ, ਵੀ ਜਿਹੜਾ ਕਿ ਸਬਸਿਡਾਈਜ਼ ਕੀਤਾ ਜਾਂਦਾ ਸਿਟੀ ਆਫ ਸਰੀ ਨੂੰ 10%। ਜਦੋਂ ਕਿ ਸਿਟੀ ਪੁਲਿਸ ਸਾਡੀ ਆ ਗਈ ਤਾਂ ਉਹ 10% ਸਾਡਾ ਖਤਮ ਹੋ ਜਾਊਗਾ। ਟ੍ਰਾਂਜੀਸ਼ਨ ਕਾਸਟ ਇਸ ਤੋਂ ਵੱਖਰੀ ਰਹੇਗੀ। ਹੁਣ ਇਸ ਤੋਂ ਅੱਗੇ ਸਭ ਤੋਂ ਵੱਡਾ ਇਸ਼ੂ ਹੈ ਪੈਨਸ਼ਨ ਦਾ, ਵੀ RCMP ਨੇ ਸਾਨੂੰ 70 ਸਾਲ ਸੇਵਾਵਾਂ ਦਿੱਤੀਆਂ, 70 ਈਅਰ। 1935 ਦੇ ਵਿੱਚ RCMP ਫੈਡਰਲ ਗਵਰਨਮੈਂਟ ਨੇ ਇਹਨੂੰ ਕੰਟਰੈਕਟ ਸ਼ੁਰੂ ਕੀਤੇ ਸੀ ਮਿਊਨਿਸਪਲ ਕਮੇਟੀਆਂ ਦੇ ਨਾਲ ਜੀ, ਤੇ 1950 ਦੇ ਵਿੱਚ ਪਲੈਬਸਾਈਟ ਹੋਇਆ ਸੀ। ਇਹਨੂੰ ਵੀ ਇੱਕ ਤਰ੍ਹਾਂ ਦਾ ਤੁਸੀਂ ਆਪਾਂ ਨਾਂ ਦੇ ਸਕਦੇ ਆ, ਲੋਕ ਜਨਮਤ ਕਹਿ ਲਓ, ਬਿਲਕੁਲ। ਉਦੋਂ ਲੋਕਾਂ ਨੇ ਫੈਸਲਾ ਦਿੱਤਾ ਸੀ ਕਿ RCMP ਹੋਣੀ ਚਾਹੀਦੀ ਹੈ ਜੀ। ਤਾਂ 70 ਸਾਲ ਉਹ ਸੇਵਾਵਾਂ ਸਾਨੂੰ RCMP ਨੇ ਦਿੱਤੀਆਂ, ਪਰ ਹੁਣ ਇੰਨਾ ਚਿਰ ਜਿਹੜੀ ਉਹਦੀ ਪੈਨਸ਼ਨ ਬਣਨੀ ਹੈ ਉਹਦੀ ਲਾਇਬਲ ਸਿਟੀ ਆਫ ਸਰੀ ਹੋਣਾ, ਉਹਦਾ ਨੈਗੋਸ਼ੀਏਸ਼ਨ ਉਹਦੀ ਕਿਵੇਂ ਹੁੰਦੀ ਹੈ, ਕੀ ਨਹੀਂ ਹੁੰਦੀ ਹੈ, ਉਹ ਇੱਕ ਬਹੁਤ ਵੱਡਾ ਇਸ਼ੂ ਹੈ। ਠੀਕ ਹੈ, ਉਹ ਸਾਰਾ ਕੁਝ ਦੇਣਾ ਪੈਣਾ ਹੈ। ਇਹ ਸਾਰਾ ਕੁਝ ਦੇ ਕੇ ਅੱਜ ਵੀ ਪ੍ਰਪੋਜ਼ਲ ਦੇ ਵਿੱਚ ਸਾਡੇ 835 ਅਫੀਸਰ ਆ, ਤਾਂ ਇੰਨਾ ਕੁਝ ਦੇ ਲੈ ਕੇ ਇੰਨੀਆਂ ਤਨਖਾਹਾਂ ਵੱਧ ਦੇ ਕੇ, ਕਿਉਂਕਿ ਦੇਖੋ ਇੱਕ ਬੰਦਾ ਤੁਹਾਡੇ ਕੋਲੇ ਕੰਮ ਕਰ ਰਿਹਾ ਜੀ, ਜੇ ਉਹਨੂੰ ਬੰਦੇ ਨੂੰ ਤੁਸੀਂ ਆਫਰ ਕਰੋਗੇ ਵੱਧ ਪੇ, ਤਾਂ ਹੀ ਤੁਹਾਡੇ ਕੋਲੇ ਆਊ, ਨਹੀਂ ਤਾਂ ਆਲਰੇਡੀ ਜਿੱਥੇ ਕੰਮ ਕਰ ਰਿਹਾ ਉਹਨੂੰ ਪੈਨਸ਼ਨ ਵੀ ਮਿਲ ਰਹੀ ਹੈ, ਸਭ ਕੁਝ ਮਿਲ ਰਿਹਾ, ਉੱਥੇ ਕੰਮ ਕਰੀ ਜਾਊਗਾ। ਤਾਂ ਸਾਨੂੰ ਉਹ ਬੰਦਿਆਂ ਨੂੰ, ਜੇ ਅਸੀਂ ਕਹਿੰਦੇ ਆ ਨਾ RCMP ਵਾਲੇ ਬੰਦੇ ਇੱਥੇ ਆ ਜਾਣਗੇ, ਤਾਂ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਸਰਵਿਆਂ ਦੇ ਵਿੱਚ ਇਹ ਗੱਲ ਆਈ ਹੈ ਕਿ ਸਿਰਫ 11% ਬੰਦਿਆਂ ਨੇ ਇੱਥੇ ਆਉਣ ਦਾ ਸਿਟੀ ਆਫ ਸਰੀ ਦੇ ਵਿੱਚ ਆਉਣ ਦੀ ਸਹਿਮਤੀ ਦਿੱਤੀ ਹੈ RCMP ਦੇ ਵਿੱਚੋਂ, ਕੋਈ ਬਹੁਤੀ ਨਹੀਂ ਜੀ। ਔਰ 1200 ਬੰਦਾ ਜੇ ਟ੍ਰੇਨਡ ਕਰਨਾ ਹੈ, ਟ੍ਰੇਨਡ ਕਰਨ ਵਾਸਤੇ ਜਸਟਿਸ ਇੰਸਟੀਚਿਊਟ ਦੇ ਕੋਲੇ ਤਾਂ ਜਗ੍ਹਾ ਹੀ ਹੈ ਨਹੀਂ ਗੀ, ਨਾ ਹੀ ਉਹਦਾ ਅਪਡੇਟਡ ਨਹੀਂ ਅੱਜ ਦਾ ਪ੍ਰੋਗਰਾਮ। ਬਹੁਤ ਕੁਛ ਇਹ ਗੱਲਾਂ ਨਾ ਧਿਆਨ ਮੰਗਦਾ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ RCMP ਦੇ ਹੱਕ ਚ ਜਾਂ ਸਿਟੀ ਪੁਲਿਸ ਦੇ ਖਿਲਾਫ ਆ, ਅਸੀਂ ਬਿਲਕੁਲ ਲੋਕਾਂ ਨੇ ਫਤਵੇ ਦਿੱਤੇ ਆ, ਪਰ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਜਿੱਧਰ ਨੂੰ ਜਾ ਰਹੇ ਹਾਂ ਉਹ ਤੇ ਸਾਡਾ ਕਾਸਟ ਇਫੈਕਟਿਵ ਕੀ ਆ, ਤੇ ਕੀ ਅਸੀਂ ਉਹ ਕਰਕੇ ਅਸੀਂ ਜੋ ਸਾਡੀ ਮਤਲਬ ਸਾਡੀਆਂ ਲੋੜਾਂ ਸੀ ਉਹਦੇ ਵਿੱਚ ਉਹ ਅਸੀਂ ਪੂਰਤੀ ਕਰ ਪਾਵਾਂਗੇ ਕਿ ਨਹੀਂ ਪਾਵਾਂਗੇ। ਸਾਡਾ ਇਸ਼ੂ ਇੰਨਾ ਹੀ। ਪ੍ਰਵਾਸੀ ਸਾਹਿਬ, ਪਹਿਲੀ ਵਾਰ ਨਾ ਉਹ ਵਕੀਲ ਵੀ ਨੇ ਤੇ RCMP ਦੇ ਡਿਪਟੀ ਕਮਿਸ਼ਨਰ ਵੀ ਨੇ, ਪੀਟਰ ਜਰਮਨ ਹੋਣੀ ਮਨੀ ਲਾਂਡਰਿੰਗ ਤੇ ਉਹਨਾਂ ਨੇ ਬਹੁਤ ਕੰਮ ਕੀਤਾ, ਤੇ ਉਹ ਪਹਿਲੀ ਵਾਰ ਬੋਲਿਆ। ਉਹ ਕਹਿੰਦੇ ਵੀ ਇਹ ਜਿਹੜੀ 10% ਸਬਸਿਡੀ ਦੀ ਗੱਲ ਤੁਸੀਂ ਕਹਿੰਦੇ, ਉਹ ਕਹਿੰਦੇ ਵੀ ਇਹਦੇ ਵਿੱਚ ਮਿਸ ਇਨਫੋਰਮੇਸ਼ਨ ਤੇ ਲੈਕ ਆਫ ਇਨਫੋਰਮੇਸ਼ਨ ਹੈ। ਉਹ ਕਹਿੰਦਾ ਵੀ ਕੀ ਸਰੀ ਦੇ ਲੋਕ ਵਰਦੀ ਤੇ ਨੀਲੀ ਪੱਟੀ ਤੇ ਪੀਲੀ ਪੱਟੀ ਦੇ ਫਰਕ ਦੇ ਨਾਲ ਸੁਰੱਖਿਅਤ ਹੋ ਜਾਣਗੇ? ਜਿਹੜਾ ਮਿਊਨਿਸਪਲ ਪੁਲਿਸ ਦੇ 2 ਅਫਸਰਾਂ ਦਾ ਇੱਕ ਗੱਡੀ 'ਚ ਜਾਣਾ, ਪੈਟਰੋਲਿੰਗ ਘਟਣਾ, ਇੱਕ ਜਿਹੜੀ ਲੇਟੈਸਟ ਇਹ ਆ ਰਹੀ ਆ ਵੀ 2022 ਤੱਕ ਟ੍ਰਾਂਜੀਸ਼ਨ ਹੋ ਸਕਦੀ ਹੈ, ਕਿਉਂਕਿ ਜਿਹੜੀ RCMP ਦੇ 14% ਅਫੀਸਰਾਂ ਨੇ ਕਿਹਾ ਅਸੀਂ ਆਵਾਂਗੇ, ਬਾਕੀ ਬੰਦੇ ਕਰਨੇ ਨੇ, ਟ੍ਰੇਨਡ ਕਰਨੇ ਨੇ। ਫੈਸਿਲਿਟੀ ਜਸਟਿਸ ਇੰਸਟੀਚਿਊਟ ਦੇ ਵਿੱਚ ਕਿੰਨੇ ਲੋਕ ਅਪਲਾਈ ਕਰਦੇ ਨੇ, ਬਾਕੀ ਮਿਊਨਿਸਪਲ ਪੁਲਿਸ ਨੂੰ ਬੰਦੇ ਚਾਹੀਦੇ ਨੇ, ਆਲਰੇਡੀ ਉਹ ਲਾਈਨ ਅਪ 'ਚ ਨੇ। ਇਹ ਜਿਹੜਾ ਸਮਾਂ ਜਿਹੜਾ ਦੱਸ ਰਿਹਾ ਪੀਟਰ ਜਰਮਨ ਵੀ ਇਹ ਕਹਿ ਰਹੇ ਨੇ, ਤੇ ਜਿਹੜੀ ਸਰੀ ਰੈਜ਼ੀਡੈਂਟ ਦੀ ਇੱਕ ਲੇਟੈਸਟ ਪੋਲ ਵੀ ਹੋਈ ਹੈ ਜੀ, 58% ਲੋਕ ਕਹਿ ਰਹੇ ਨੇ ਵੀ ਅਸੀਂ, ਖੈਰ ਉਹ ਨੈਸ਼ਨਲ ਪੁਲਿਸ ਫੈਡਰੇਸ਼ਨ ਨੇ ਕਰਾਈ ਹੈ ਤੇ ਪੋਲਰਸ ਸਟ੍ਰੈਟੇਜਿਕ ਇਨਸਾਈਟਸ ਨੇ ਕਰਾਈ ਹੈ, ਪਤਾ ਨਹੀਂ ਕੀ RCMP ਵਾਲਿਆਂ ਦਾ ਕੋਈ ਗਰੁੱਪ ਹੋਵੇ। ਐਨੀਵੇਜ਼, ਪਰ ਜਿਹੜੀਆਂ ਸਾਹਮਣੇ ਕੰਧ ਤੇ ਲਿਖੀਆਂ ਗੱਲਾਂ, ਪੀਟਰ ਜਰਮਨ ਵਰਗੇ ਰਿਟਾਇਰਡ ਪੁਲਿਸ ਅਫੀਸਰ ਤੇ ਲੋਅਰ ਇੱਕ ਥਿੰਕ ਟੈਂਕ ਇਹ ਗੱਲਾਂ ਕਹਿ ਰਹੇ ਨੇ, ਇਹ ਤਾਂ ਨਹੀਂ ਹੋ ਜੂ ਕਿ ਪਹਿਲੀ ਟ੍ਰੇਨ ਛੱਡਤੀ ਤੇ ਦੂਜੀ ਆਵੇ ਨਾ। ਲੋਕ ਜਿਉਂ ਇਹ ਜੇ ਕਿਤੇ ਅਰਾਜਕਤਾ ਵੱਧ ਗਈ, ਲੋਕ ਹੁਣ, ਕਿਉਂਕਿ ਡਿਸੀਜ਼ਨ ਤਾਂ ਆਲਰੇਡੀ ਹੋ ਗਿਆ ਜੀ, ਮੇਰੇ ਖਿਆਲ ਟ੍ਰੇਨ ਤਾਂ ਤੁਰ ਗਈ, ਲੋਕਾਂ ਦਾ ਹੁਣ ਮਾਈਂਡ ਸੈਟ ਕਿਹੋ ਜਿਹਾ ਹੋਣਾ ਚਾਹੀਦਾ, ਇਹਦੇ ਤੇ ਵੀ ਗੱਲ ਕਰੀਏ ਨਾਲ। ਗਿੱਲ ਸਾਹਿਬ, ਦੇਖੋ ਹਰ ਗੱਲ ਲੋਕਾਂ ਨੇ ਤਾਂ ਆਪਣੀ ਤਕਲੀਫ ਦੱਸਣੀ ਆ, ਔਰ ਉਹ ਦੱਸਤੀ ਐਕਟਿਵਿਸਟਾਂ ਨੇ ਅੱਗੇ ਵਧਾਤੀ। ਠੀਕ ਹੈ, ਸੋਚਣਾ ਸਭ ਤੋਂ ਜ਼ਰੂਰੀ ਹੁੰਦਾ ਗਵਰਨਮੈਂਟਾਂ ਨੂੰ ਕਿ ਕਾਸਟ ਇਫੈਕਟਿਵ ਕੀ ਹੈ,
ਔਰ ਟੈਕਸ ਪੇਅਰ ਦੇ ਉੱਤੇ ਇਹਦਾ ਕੀ ਭਾਰ ਪਊਗਾ, ਔਰ ਇਹ ਸਾਰੇ ਭਾਰ ਪਾ ਕੇ ਵੀ ਮੰਨ ਲਈ ਗੱਲ ਕਿ ਸਾਰੇ ਭਾਰ ਪਾ ਲੇ, ਕੀ ਉਹਦਾ ਕੋਈ ਫਾਇਦਾ ਹੋਊਗਾ? ਸੋਚਣ ਵਾਲੀ ਗੱਲ ਇੰਨੀ ਆ। ਜਦੋਂ ਅਸੀਂ ਪੈਟਰੋਲਿੰਗ ਦੀ ਗੱਲ ਕਰ ਲੈਂਦੇ ਆ, ਕਾਸਟ ਦੀ ਗੱਲ ਕਰ ਲੈਂਦੇ ਆ, 10% ਸਬਸਿਡੀ ਦੀ ਗੱਲ ਕਰ ਲੈਂਦੇ ਆ, 15 ਤੋਂ 20% ਹਾਇਰ ਵੇਜ ਦੀ ਗੱਲ ਕਰ ਲੈਂਦੇ ਆ, ਨੰਬਰ ਆਫ ਅਫੀਸਰਸ ਦੀ ਗੱਲ ਕਰ ਲੈਂਦੇ ਆ, ਇਹਦੇ ਉੱਤੇ ਅੱਜ ਤੱਕ ਪੁਲਿਸ ਬੋਰਡ ਕਿਉਂ ਨਹੀਂ ਅੱਗੇ ਆਇਆ? ਅੱਜ ਤੱਕ ਸਿਟੀ ਆਫ ਸਰੀ ਅੱਗੇ ਕਿਉਂ ਨਹੀਂ ਆਈ? ਕਿੰਨਾ ਕੁਛ ਆਈ ਜਾ ਰਿਹਾ ਪੇਪਰਾਂ ਦੇ ਵਿੱਚ, ਮੀਡੀਆ ਦੇ ਵਿੱਚ, ਕਿਉਂ ਨਹੀਂ ਕੋਈ ਅੱਗੇ ਆ ਕੇ ਇਹਨੂੰ ਕਲੈਰੀਫਾਈ ਕਰਦਾ? ਅੱਜ ਆਪਾਂ ਵੀ ਇਹੀ ਮੰਗ ਕਰਦੇ ਹਾਂ ਕਿ ਕਲੈਰੀਫਾਈ ਤਾਂ ਕਰੋ ਕਿ ਲੋਕੋ ਤੁਸੀਂ ਕਿਸੇ ਉਸ ਸਿਚੁਏਸ਼ਨ ਦੇ ਵਿੱਚ ਨਾ ਫਸ ਜਾਓ ਕਿ ਆਉਣ ਵਾਲੇ ਸਾਲਾਂ ਦੇ ਸਾਲ ਸਾਡੇ ਸਰੀ ਦੀਆਂ ਸੜਕਾਂ, ਸਾਡਾ ਇਨਫਰਾਸਟ੍ਰਕਚਰ ਹੀ ਇੱਥੇ ਖਰਾਬ ਰਹਿ ਜੇ, ਐਸਾ ਬੁਰਾ ਹਾਲ ਹੋ ਜੇ ਕਿ ਅਸੀਂ ਕੁਛ ਕਰ ਹੀ ਨਾ ਪਾਈਏ। ਆਪਾਂ ਇਹ ਨਹੀਂ ਕਹਿੰਦੇ ਕਿ ਆਪਣੇ ਨਾਲੋਂ ਸਿਆਣੇ ਲੋਕ ਬਹੁਤ ਬੈਠੇ ਆ, ਪਰ ਲੋਕ ਵੀ ਤਾਂ ਮੰਗ ਕਰਦੇ ਆ, ਲੋਕਾਂ 'ਚ ਹੀ ਲੋਕ ਉੱਠਦੇ ਹੁੰਦੇ ਆ। ਸਾਡੇ ਵਿੱਚੋਂ ਹੀ ਪੋਲੀਟੀਸ਼ੀਅਨ ਗਏ ਆ, ਸਾਡੇ ਵਿੱਚੋਂ ਹੀ ਸਾਰੇ ਜਿਹੜੇ ਐਨਾਲਿਸਟ ਬਣੇ ਆ, ਸਾਡੇ ਵਿੱਚੋਂ ਹੀ ਇਕਨੋਮਿਕਸ ਨੂੰ ਸਟੱਡੀ ਕਰਨ ਵਾਲੇ ਬੰਦੇ ਹੁੰਦੇ ਆ। ਪਰ ਜੇਕਰ ਇਹ ਗੱਲ ਉੱਠ ਕੇ ਆ ਰਹੀ ਹੈ ਤਾਂ ਇਹ ਗੱਲ ਲੋਕਾਂ ਦੇ ਜਵਾਬ ਲੋਕਾਂ ਨੂੰ ਕਿਉਂ ਨਹੀਂ ਮਿਲਦੇ? 5-4 ਗੱਲਾਂ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਪਈਆਂ। ਸਿਵਲ ਅਫੀਸਰ ਹੈ, ਤਨਖਾਹ ਵੱਧ ਦੇ ਰਹੇ ਆ, ਟ੍ਰਾਂਜੀਸ਼ਨ ਦਾ ਖਰਚਾ ਵੱਧ ਹੈ। ਫਿਰ ਇੱਕ ਹੋਰ ਗੱਲ ਤੁਹਾਨੂੰ ਸੱਚ ਮੈਂ ਦੱਸਾਂ ਵੀ ਸਾਡੇ ਕੋਲੇ ਕੋਈ ਵੀ ਇੱਕ ਨਾ ਮੇਜਰ ਕੋਈ ਕ੍ਰਾਈਮ ਬ੍ਰਾਂਚ ਨਹੀਂ, ਉਹ ਸਾਨੂੰ ਵੈਨਪੁਰ ਕ੍ਰਾਈਮ ਬ੍ਰਾਂਚ ਹੈ ਨਾ ਜਿਹੜਾ, ਉਹਦੇ ਨਾਲ ਕੰਟਰੈਕਟ ਕਰਨਾ ਪੈਣਾ ਹੈ। ਜਿਹੜਾ ਸਾਡੇ ਕ੍ਰਾਈਮ ਬ੍ਰਾਂਚ ਤੇ ਅੱਜ RCMP ਦੀ ਉਹ ਕਰ ਰਹੀ ਹੈ, ਉਹ ਕੰਮ ਕਰ ਰਹੀ ਹੈ, ਉਹ ਸਾਡੇ ਤੋਂ ਵਿਡਰਾ ਹੋ ਜਾਣੀ ਆ ਤੇ ਸਾਨੂੰ ਕੰਟਰੈਕਟ ਤੇ ਉਹ ਹਾਇਰ ਕਰਨੀ ਪੈਣੀ, ਉਹਦਾ ਖਰਚਾ ਵੱਖਰਾ ਪੈਣਾ। ਤਾਂ ਇਹ ਜਿਹੜੇ ਖਰਚੇ ਹੈ ਇਹ ਘੱਟੋ ਘੱਟ ਇਹਨਾਂ ਦਾ ਕੋਈ ਜਸਟੀਫਾਈ ਤਾਂ ਕਰੇ, ਕੋਈ ਦੱਸੇ ਤਾਂ ਸਹੀ ਕਿ ਸ਼ੇਰੇ ਪੰਜਾਬ ਰੇਡੀਓ ਤੇ ਆਹ ਰੌਲਾ ਪਿਆ ਸੀ ਜਾਂ ਹਰਜੀਤ ਸਿੰਘ ਗਿੱਲ ਨੇ ਮਸਲਾ ਉਠਾਇਆ ਸੀ ਜਾਂ ਪਰਮਜੀਤ ਪ੍ਰਵਾਸੀਆਂ ਦੇ ਨਾ ਭਾਈ ਲੋਕੋ ਇਹ ਗਲਤ ਡਾਟੇ ਸੀ ਤੁਹਾਡੇ, ਇਹ ਡਾਟੇ ਆਏ ਨਹੀਂ, ਇਹ ਠੀਕ ਡਾਟੇ ਆ ਨੇ। ਅਸੀਂ ਵੀ ਸਮਝਣਾ ਚਾਹੁੰਦੇ ਹਾਂ, ਆਪਾਂ ਵੀ ਸਮਝਣਾ ਚਾਹੁੰਦੇ ਹਾਂ ਸਾਡੇ ਖਦਸ਼ੇ ਨੇ, ਇਹ ਖਦਸ਼ੇ ਅਸੀਂ ਲੋਕਾਂ ਦੇ ਸਾਹਮਣੇ ਲਿਆਂਦੇ। ਇਸੇ ਖਦਸ਼ਿਆਂ ਕਰਕੇ ਜਿਵੇਂ ਹੁਣ ਤੁਸੀਂ ਹੁਣੇ ਕਹਿ ਕੇ ਹਟੇ ਹੋ ਕਿ ਕਿਤੇ ਇਹ ਨਾ ਗੱਲ ਹੋ ਜੇ ਵੀ ਕਿਤੇ ਅਸੀਂ ਸਾਰਾ ਕੁਝ ਕਰ ਵੀ ਬੈਠੀਏ ਤੇ ਫਾਇਦਾ ਵੀ ਕੁਛ ਨਾ ਹੋਵੇ ਤੇ ਮਤਲਬ ਆਉਣ ਵਾਲੇ 15 ਸਾਲਾਂ ਵਿੱਚ ਡਿਵੈਲਪਮੈਂਟ ਨੂੰ ਵੀ ਜਨਰੇ ਲੱਗ ਜਾਣ। ਤਾਂ ਲੋਕ ਇਸ ਚੀਜ਼ ਦਾ ਆਨਸਰ ਮੰਗਦੇ ਆ, ਲੋਕਾਂ ਦੇ ਦਿਲਾਂ ਦੇ ਵਿੱਚ ਤਾਂ ਹੀ ਹੁਣ ਸਰਵਿਆਂ ਦੇ ਵਿੱਚ ਲੋਕ ਕੀ ਪਾਰਟੀ ਜਾਂ ਹੋਰ ਫੱਟੇ ਲੱਗੇ ਆ ਜਾਂ ਕੋਈ ਲੋਕ ਰੱਖ ਰਹੇ ਕਿ ਲੋਕਾਂ ਦੇ ਖਰਚੇ ਆ ਗਏ। ਲੋਕਾਂ ਨੂੰ ਇਹ ਗੱਲਾਂ ਕਲੀਅਰ ਨਹੀਂ ਕਰਨੀਆਂ ਕਿਹਨੇ ਸੀ? ਐਕਟਿਵਿਸਟਾਂ ਨੇ ਥੋੜ੍ਹਾ ਕਰਨੀਆਂ ਸੀ, ਲੋਕਾਂ ਨੂੰ ਥੋੜ੍ਹਾ ਪਤਾ ਸੀ ਇਹਨਾਂ ਗੱਲਾਂ ਦਾ। ਐਕਟਿਵਿਸਟਾਂ ਜਾਂ ਪ੍ਰੋਬਲਮ ਸੀ ਉਹਨੇ ਰੱਖਤੀ ਸਾਹਮਣੇ। ਅੱਗੇ ਸਰਕਾਰਾਂ ਨੇ ਸੋਚਣਾ ਨਾ ਕਿ ਕਿਹੜੇ ਤਰੀਕੇ ਵਧੀਆ ਤਰੀਕੇ ਨਾਲ ਵਧੀਆ ਕੀਤਾ ਜਾਊਗਾ। ਸਾਨੂੰ ਨਵੀਂ ਪੁਲਿਸ ਫੋਰਸ ਲਿਆ ਕੇ ਹੁਣ ਲੋਕਾਂ ਨੇ ਆਪਣੇ ਖਰਚੇ ਆ ਗਏ ਕਿ ਇੰਨੇ ਖਰਚੇ ਵਧਣਗੇ ਜੀ। ਲੋਕ ਅਖਬਾਰ ਪੜ੍ਹਦੇ ਨੇ, ਲੋਕ TV ਦੇਖਦੇ ਆ, ਲੋਕ ਆਪ ਵੀ ਰਿਸਰਚ ਕਰਦੇ ਆ। ਤਾਂ ਇਸ ਚੀਜ਼ਾਂ ਇਹ ਜਦੋਂ ਸਾਹਮਣੇ ਆਉਂਦੀਆਂ ਫਿਰ ਲੋਕ ਆਪਦੇ ਕੁਐਸਚਨ ਉਹ ਵੀ ਉਠਾਉਂਦੇ ਆ। ਤਾਂ ਇਸ ਕਰਕੇ ਸਮੇਂ ਟੂ ਸਮੇਂ ਇਹ ਚਾਹੇ ਕਿੰਨਾ ਹੀ ਅੱਗੇ ਵੱਧ ਚੁੱਕਿਆ ਕੰਮ, ਕਿੰਨਾ ਹੀ ਅੱਗੇ ਵੱਧ ਗਿਆ। ਮੈਂ ਕਹਿੰਦਾ ਜੀ ਪੁਲਿਸ ਬੋਰਡ ਆ ਗਿਆ, ਚੀਫ ਵੀ ਹਾਇਰ ਕਰ ਲਿਆ, ਸਾਰਾ ਕੁਝ ਹੋ ਲਿਆ। ਇਹ ਗੱਲਾਂ ਧਿਆਨ ਮੰਗਦੀਆਂ, ਇਹ ਮੇਜਰ ਇਸ਼ੂ ਨੇ, ਇਹਨਾਂ ਦੇ ਉੱਤੇ ਧਿਆਨ ਦੇ ਕੇ ਇਹਨਾਂ ਨੂੰ ਕਾਸਟ ਇਫੈਕਟਿਵ ਜਿਹੜੀ ਗੱਲ ਹੈਗੀ ਆ ਇਹਨੂੰ ਉਸ ਤਰ੍ਹਾਂ ਬਣਾਇਆ ਜਾਵੇ, ਲੋਕਾਂ ਦੇ ਖਰਚੇ ਦੂਰ ਕੀਤੇ ਜਾਣ। ਬਿਲਕੁਲ, ਸਰਕਾਰਾਂ ਚੁਣੀਆਂ ਜਾਂਦੀਆਂ, MLA ਬਣ ਜਾਂਦੇ, ਮਿਨਿਸਟਰ ਬਣ ਜਾਂਦੇ ਨੇ, ਸਰਕਾਰਾਂ ਅਕਾਊਂਟੇਬਲ ਤਾਂ ਰਹਿੰਦੀਆਂ, ਮੁਲਾਂਕਣ ਤਾਂ ਹੁੰਦਾ ਹੀ ਹੈ। ਗਿੱਲ ਸਾਹਿਬ ਬਹੁਤ ਵੱਡੇ ਇਸ਼ੂ ਹੁੰਦੇ ਆ ਜਿਹੜੇ ਰਿਵਿਊ ਕੀਤੇ ਜਾਂਦੇ ਆ। ਆਪਾਂ ਤਾਂ ਵਾਰ-ਵਾਰ ਉਹੀ ਕਹਿੰਦੇ ਆ ਵੀ ਲੋਕਾਂ ਦੀ ਪ੍ਰੋਬਲਮ ਸੀ, ਲੋਕਾਂ ਨੇ ਤੁਹਾਡੇ ਸਾਹਮਣੇ ਰੱਖਤੀ, ਪਰ ਉਹਨੂੰ ਵਧੀਆ ਤਰੀਕੇ ਨਾਲ ਕਿਵੇਂ ਨਜਿੱਠਣਾ ਇਹ ਤਾਂ ਹੁਣ ਤੁਹਾਡੀ ਡਿਊਟੀ ਹੈ ਨਾ। ਬਿਲਕੁਲ ਠੀਕ ਹੈ ਨਾ। ਇਹ ਹੁਣ ਇੱਕ ਤੁਸੀਂ ਗੱਲ ਬੜੀ ਵਧੀਆ ਕੀਤੀ ਸੀਗੀ, ਮੈਂ ਖਰਾ ਟੌਪਿਕ ਤੋਂ ਇਸ਼ੂ ਤੋਂ ਪਾਸੇ ਚਲਿਆ ਜਾਊਂਗਾ। ਇਹ ਗੱਲ ਬਿਲਕੁਲ ਠੀਕ ਹੈ ਕਿ ਸਰੀ ਅੱਜ ਡਿਜ਼ਰਵ ਕਰਦੀ ਹੈ ਕਿ ਸਾਡੇ ਵੱਧ ਮਿਨਿਸਟਰ ਹੋਣ। ਬਿਲਕੁਲ, ਜਦੋਂ ਸਾਡੇ ਸਰੀ ਇੱਥੇ ਛੋਟੀ ਸੀ ਉਦੋਂ ਵੀ 3 ਮਿਨਿਸਟਰ ਹੁੰਦੇ ਸੀ ਤੇ ਹੁਣ ਅੱਜ ਸੀਟਾਂ ਕਿੰਨੀਆਂ ਵੱਧ ਗਈਆਂ ਸਰੀ ਦੇ ਵਿੱਚ। ਸਰੀ ਦੇ ਲੋਕਾਂ ਨੇ, ਜਿੱਦਾਂ ਦੀ ਗੱਲ ਸਰੀ ਦੇ ਲੋਕਾਂ ਦੀ ਹੈ, ਗੱਲ ਕੋਈ ਪੰਜਾਬੀਆਂ ਦੀ, ਸਿੱਖਾਂ ਦੀ ਜਾਂ ਕਿਸੇ ਹੋਰ ਕਮਿਊਨਿਟੀ ਦੀ ਨਹੀਂ, ਗੱਲ ਸਰੀ ਦੀ ਹੈ। ਸਰੀ ਜੇ ਸਰੀ ਦਾ ਹੱਕ ਬਣਦਾ ਦੇਖਿਆ ਜਾਵੇ ਨਾ, ਸਰੀ ਨੂੰ ਘੱਟੋ ਘੱਟ ਅੱਜ 5 ਮਿਨਿਸਟਰ ਚਾਹੀਦੇ, 5 ਮਿਨਿਸਟਰ ਸਰੀ ਦਾ ਹੱਕ ਬਣਦਾ। ਬਿਲਕੁਲ ਠੀਕ ਹੈ। ਆਪਣਾ ਕੋਈ ਮਕਸਦ ਇਹ ਨਹੀਂ ਵੀ ਕੌਣ ਮਿਨਿਸਟਰ ਹੋਵੇ ਕੌਣ ਨਾ ਹੋਵੇ, ਡਜ਼ਨਟ ਮੈਟਰ, ਕੋਈ ਹੋਵੇ, ਪਰ ਸਰੀ ਐਜ਼ ਏ ਹੋਲ, ਮੈਂ ਸਰੀ ਦੀ ਗੱਲ ਕਰਦਾ, ਵਿੱਚ ਫਿਲਪੀਨੋ ਕਮਿਊਨਿਟੀ ਵੀ ਆ ਗਈ, ਵਿੱਚ ਮੁਸਲਮਾਨ ਕਮਿਊਨਿਟੀ ਵੀ ਆ ਗਈ, ਵਿੱਚ ਸਿੱਖ ਕਮਿਊਨਿਟੀ ਆ ਗਈ, ਪੰਜਾਬੀ ਵਿੱਚ 20 ਤਰ੍ਹਾਂ ਦੇ ਲੋਕ ਆਪਾਂ ਸਰੀ ਦੀ ਗੱਲ ਕਰ ਰਹੇ ਹਾਂ। ਚਾਹੀਦੇ ਆ। ਜੇ
ਪਿਛਲੀਆਂ ਸੀਟਾਂ ਦੀ ਗੱਲ ਕਰ ਲਈਏ, ਕਿੰਨੀਆਂ ਸੀਟਾਂ ਜਿੱਤਦੀਆਂ ਹੁੰਦੀਆਂ ਸੀ, ਕਿੰਨੇ ਮਿਨਿਸਟਰ ਹੁੰਦੇ ਸੀ, ਇਹੀ ਐਨਡੀਪੀ ਦੀ ਆਪਾਂ ਗੱਲ ਕਰੀਏ ਤਾਂ ਇਹ ਐਨਡੀਪੀ ਨੂੰ ਅੱਜ ਸੋਚਣਾ ਪਊਗਾ ਕਿ ਸਰੀ ਦੇ ਲੋਕਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਹੈ, ਸਰੀ ਦੇ ਲੋਕਾਂ ਨੂੰ ਵੀ ਪ੍ਰੋਪਰ ਰੇਸ਼ੋ ਦੇ ਨਾਲ ਉਹਨੇ ਮਿਨਿਸਟਰ ਮਿਲਣੇ ਚਾਹੀਦੇ। ਬਾਈ ਜੀ ਤੁਹਾਡੇ ਸਮੇਂ ਲਈ ਧੰਨਵਾਦ, ਤੁਸੀਂ ਬਿਜ਼ੀ ਹੋ, ਤੁਹਾਡਾ ਕੰਮ ਦਾ ਸਮਾਂ ਸੀ, ਫਿਰ ਵੀ ਸਮਾਂ ਕੱਢਿਆ। ਫਿਰ ਕਿਸੇ ਦਿਨ ਹੋਰ ਵਿਸ਼ੇ ਤੇ ਤੁਹਾਨੂੰ ਸ਼ਾਮਲ ਕਰਾਂਗਾ। ਤੁਹਾਡੇ ਸਮੇਂ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਸਰਦਾਰ ਪਰਮਜੀਤ ਸਿੰਘ ਪ੍ਰਵਾਸੀ ਗੱਲਬਾਤ ਕਰ ਰਹੇ ਸੀ। ਵੀ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਧਿਆਨ ਮੰਗਦੀਆਂ ਕਿ ਇਹ ਇਸ਼ੂ ਕੀ ਨੇ, ਕੀ ਇਹ ਗੱਲਾਂ ਆ ਕਿਉਂ ਰਹੀਆਂ, ਤੇ ਇਹਨੂੰ ਐਡਰੈਸ ਹੋਣਾ ਚਾਹੀਦਾ। ਇਹਨੂੰ ਐਡਰੈਸ ਕਰੇ ਕਿ ਜਿਹੜੇ ਖੈਰ ਮੇਅਰ ਕੋਸ਼ਿਸ਼ ਕਰ ਰਹੇ ਨੇ, ਬਾਕੀ ਵੀ ਕੋਸ਼ਿਸ਼ ਕਰ ਰਹੇ ਨੇ, ਪਰ ਇਹ ਹੁਣ ਗੱਲਾਂ ਵੀ 1200 ਅਫੀਸਰ ਇਹਨਾਂ ਦੀ ਗੱਲ ਬਈ ਉਹ ਕਦ ਰੈਡੀ ਹੋਣਗੇ, ਇਹ ਗੱਲ ਨਾਲ ਇਹ ਅਕਾਊਂਟੇਬਿਲਿਟੀ ਕਰਨੀ ਆ। ਫਤਵਾ ਤਾਂ ਦੇਤਾ ਪਰ ਕੁੰਡਾ ਨਾਲ ਰੱਖਣ ਦੀ ਲੋੜ ਹੈ। ਲੈਵੀ ਦੀ ਗੱਲ ਚੱਲ ਰਹੀ ਹੈ, ਅਗਲੇ ਬਜਟ 'ਚ ਵੀ $250 ਲੈਵੀ ਪਰ ਘਰ ਲਈ ਹੋ ਸਕਦੀ ਹੈ, 3% ਪ੍ਰੋਪਰਟੀ ਟੈਕਸ ਵੱਧ ਸਕਦੇ ਨੇ। ਇਹ ਹੁਣ ਜਦੋਂ ਬਿੱਲ ਆਉਣੇ ਨੇ ਨਾ ਖਾਕੀ ਲਿਫਾਫੇ, ਫਿਰ ਮੇਰੇ ਤੇਰੇ ਵਰਗਿਆਂ ਨੇ ਕਹਿਣਾ ਯਾਰ RCMP ਕਿਹੜਾ ਚੂੰਡੀਆਂ ਵੱਢਦੀ ਸੀ, ਫਿਰ ਗੱਲ ਇਹ ਵੀ ਚੱਲਣੀ ਹੈ। ਗਾਂ ਜਿਹੜੀ ਟ੍ਰਾਂਜੀਸ਼ਨ ਦੀ ਕਾਸਟ ਦੀ ਗੱਲ ਚੱਲ ਰਹੀ ਹੈ, ਅਤੇ RCMP ਅਫੀਸਰ ਕੋਈ 2021 ਲਈ ਨਵਾਂ ਪਲਾਨ ਨਹੀਂ ਕੀਤਾ ਗਿਆ। ਨਵੀਂ ਮਿਊਨਸਿਪਲ ਜਿਹੜੀ ਫੋਰਸ ਹੈ ਉਹ 2022 ਤੱਕ ਵੀ ਗੱਲ ਚੱਲ ਰਹੀ ਹੈ ਵੀ ਚਲੇ ਜਾਏਗੀ, ਅਤੇ IT ਸਿਸਟਮ ਜਿਹੜਾ ਉਹ 27 ਮਿਲੀਅਨ ਤੱਕ ਫੁੱਲੀ ਜਿਹੜਾ ਰਿਪਲੇਸ ਕਰਨਾ RCMP ਨੂੰ ਉਹ ਕਾਸਟ ਕਰ ਸਕਦਾ। ਸੋ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਧਿਆਨ ਗੋਚਰੇ ਲਿਆਉਣਾ ਸਾਡਾ ਫਰਜ਼ ਹੈ। 604-204-06 ਜੇ ਤੁਸੀਂ ਕੋਈ ਇਸ ਵਿਸ਼ੇ ਬਾਰੇ ਗੱਲਬਾਤ ਕਰਨੀ ਚਾਹੋ। ਸਰਦਾਰ ਕਰਮਵੀਰ ਸਿੰਘ ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਪਰ ਮੈਂ ਪਹਿਲੇ ਕਾਲਰ ਦਾ ਸੁਣਿਆ, ਉਹਨਾਂ ਨੇ ਆਪਣੀ ਕੋਟੇਸ਼ਨ ਜਿਹੜੀ ਸਟੱਡੀ ਰੀਡਿੰਗ ਦਿੱਤੀ, ਪਰ ਕੁਝ ਸੈਕਸ਼ਨੇਬਲ ਗੱਲਾਂ ਦੱਸੀਆਂ, ਉਹਦੀ ਵਾਇਸਡ ਓਪੀਨੀਅਨ ਦੱਸਿਆ, ਟੋਟਲੀ ਵਨ ਸਾਈਡਡ। ਦੂਜੀ ਸਾਈਡ ਤੋਂ ਤਾਂ ਬਿਲਕੁਲ ਦੱਸਿਆ ਹੀ ਨਹੀਂ। ਤੁਸੀਂ ਕਰੋ ਸਿਰਫ ਇਹੀ ਦੱਸੀ ਗਏ ਵੀ ਪੈਨਸ਼ਨ ਦੇਣੀ ਪੈਣੀ। ਪੈਨਸ਼ਨ ਤਾਂ RCMP ਵੀ ਹੁੰਦੀ ਦੇਣੀ ਪੈਣੀ ਆ, ਪ੍ਰਾਈਵੇਟ ਪੁਲਿਸ ਵੀ ਹੁੰਦੀ ਦੇਣੀ ਪੈਣੀ ਆ, ਇੱਕ ਪੁਲਿਸ ਬੋਰਡ ਐਕਸਟਰਾ ਆ, ਪਰ RCMP ਤੋਂ ਲੋਕੀ ਅੱਕ ਕੇ ਕਿੰਨੀਆਂ ਅਨਸੋਲਵਡ ਫਾਈਲਸ ਪਈਆਂ, ਕਿੰਨੇ ਮੁੰਡੇ ਮਰ ਗਏ, ਇੱਕ ਵੀ ਕੇਸ ਸੋਲਵ ਨਹੀਂ ਕਰ ਸਕੇ। ਲੋਕੀ ਫਰਸਟ੍ਰੇਟ ਹੋ ਕੇ ਉਦੋਂ ਕਿਹਾ ਸੀ ਜੇ ਕਾਸਟ ਕੋਈ ਚੀਜ਼ ਚੋਂ ਚੰਗੀ ਕੁਆਲਿਟੀ ਲੈਣੀ ਨਾ, ਉਹਦੇ ਨਾਲ ਕੁਛ ਕਾਸਟ ਵੀ ਆਉਂਦੀ ਆ, ਅਸੀਂ ਦੇਣ ਨੂੰ ਤਿਆਰ ਆ। ਵੀ ਆਲਰੇਡੀ ਐਗਰੀ, ਕੋਈ ਗੁਨਾਹ ਨਹੀਂ ਹੈਗਾ। ਕੈਲਗਰੀ ਪੁਲਿਸ ਆ, ਪੁਲਿਸ ਆ, OPP ਆ, ਐਡਮਿੰਟਨ ਪੁਲਿਸ ਆ, ਜੇ ਵੈਨਕੂਵਰ ਪੁਲਿਸ ਆ, ਜੇ ਸਰੀ ਚ ਆਪਣੀ ਪੁਲਿਸ ਹੋਊਗੀ ਤਾਂ ਐਡਾ ਗੁਨਾਹ ਕੀ ਹੋਣ ਵਾਲਾ। ਜੇ ਅਸੀਂ 5000 ਟੈਕਸ ਸਪੈਸ਼ਲ $150 ਵੱਧ ਵੀ ਦੇ ਦੇਵਾਂਗੇ, ਜੇ ਸਾਨੂੰ ਸਰਵਿਸ ਚੰਗੀ ਮਿਲੂਗੀ, ਆਊਟਪੁੱਟ ਚੰਗੀ ਮਿਲੂਗੀ, ਡੈਲਟਾ ਚ ਆਊਟਪੁੱਟ ਚੰਗੀ ਆ ਤਾਂ ਉਹ ਚ ਕੀ ਰਹੋਗੇ। ਜਿਹੜੀ ਟ੍ਰੇਨਿੰਗ ਆ ਨਵੇਂ, ਅੱਜ ਤੁਸੀਂ ਭਰਤੀ ਹੋ, ਲੋਕਾਂ ਦਾ ਲਾਈਨ ਲਾ ਕੇ ਖੜਾ ਹੋਣਾ ਜਿੰਨੇ ਅਫਸਰ ਚਾਹੀਦੇ ਆ, 3 ਮਹੀਨੇ ਚ ਅਗਲੇ ਟ੍ਰੇਨ ਕਰ ਦਿੰਦੇ ਆ। ਤਾਂ ਟ੍ਰਾਂਜੀਸ਼ਨ ਉਹ ਸਾਰਾ ਉਹਨੀ ਪਲੈਨਡ ਹੈਡ ਹੈ। ਸਿਰਫ ਪੁਲਿਸ ਬੋਰਡ ਦੀ ਜਿਹੜੀ ਆ ਕਾਸਟ ਜ਼ਿਆਦੀ ਆ, ਜਿਹੜਾ ਡਿਵੀਜ਼ਨ ਯੂਜ਼ ਕਰ ਰਿਹਾ ਸਾਰੀਆਂ ਛੋਟੀਆਂ ਸਿਟੀਆਂ ਕਾਮਰਸ ਤਾਈਂ ਸਰੀ ਦੇ ਜਿਹੜੇ ਪੈਸੇ ਜਾ ਰਹੇ ਇਕੁਲਾਈਜ਼ ਕਰਨ ਲਈ, ਉਹ ਕਾਹਤੇ ਨਹੀਂ ਦੱਸਿਆ ਨਹੀਂ। ਹੋਰ ਬਹੁਤ ਚੀਜ਼ਾਂ ਜਿਹੜੀਆਂ RCMP ਸਰੀ ਦੇ ਰਿਸੋਰਸ ਯੂਜ਼ ਕਰਕੇ ਹੋਰਾਂ ਥਾਵਾਂ ਨੂੰ ਪ੍ਰੋਵਾਈਡ ਕਰ ਰਹੇ ਆ। ਵੀ ਆਰ ਲੂਜ਼ਿੰਗ ਔਨ ਦੈਟ ਪਾਰਟ ਟੂ। ਪਰ ਤੁਸੀਂ ਜੇ ਤੁਸੀਂ ਕਿਸੇ ਦਾ ਰਿਵਿਊ ਕਰਨਾ ਤਾਂ ਉਹਦੇ ਪਲੱਸ ਐਂਡ ਮਾਈਨਸ ਦੋਨੇ ਦੱਸੋ। ਮੈਨੂੰ ਲੱਗਦਾ ਵੀ ਉਹਨੇ ਇੱਕ ਵੀ ਪਲੱਸ ਨਹੀਂ ਦੱਸਿਆ, ਸਾਰੇ ਹੀ ਨੈਗੇਟਿਵ ਕੱਢ ਕੇ ਲਾਏ ਪਏ, ਉਹ ਵੀ ਆਬਜੈਕਸ਼ਨੇਬਲ ਆ। ਉਹ ਵੀ ਕੋਈ ਪੈਨਸ਼ਨ ਦਾ ਇਸ਼ੂ ਸਾਨੂੰ ਲੱਗਦਾ ਨਹੀਂ, ਕੋਈ ਨਾ ਕੋਈ ਟ੍ਰੇਨਿੰਗ ਦਾ ਲੱਗਦਾ। ਇਟਸ ਆਲ ਪਾਰਟ ਆਫ ਪ੍ਰੋਸੈਸ। ਜੇ ਬੋਰਡ ਦਾ ਆ, ਵੈਨਕੂਵਰ ਆ, ਅਸੀਂ ਕਰਨ ਨੂੰ ਤਿਆਰ ਆ, ਪਰ ਅਸੀਂ ਕੁਆਲਿਟੀ ਸਰਵਿਸ ਮੰਗਦੇ ਹਾਂ। ਨੈਕਸਟ ਈਅਰ ਮੇਰੇ ਖਿਆਲ ਤਾਂ ਮੇਅਰ ਨੇ ਜਿਹੜੀ ਜੌਬ ਕੀਤੀ ਆ, ਸਮਾਂ ਉਹਦੀ ਕਾਸਟ ਲਿਆਉਣ ਦੀ ਘਟਾ ਦਿੱਤੀ ਆ। ਹਾਂ, ਅਫਸਰ ਨੂੰ ਇੱਕ ਵਾਰ ਬਣਾ ਲੈਣ ਦਿਓ, ਪੁਲਿਸ ਅਫਸਰ ਐਵਰੀ ਈਅਰ ਸਟੱਡੀ ਲਈ ਕਦੀ ਜਾਣਗੇ, ਇੱਕ ਵਾਰ ਉਹਨੂੰ ਪ੍ਰੋਸੈਸ ਹੋਣ ਚ ਆ ਲੈਣ ਦਿਓ। ਹੁਣ ਆਲਰੇਡੀ ਡਿਸਾਈਡ ਹੋਇਆ, ਹੁਣ ਲੈਗ ਪੁਲਿੰਗ ਕਰੀ ਜਾਣੇ ਆ, ਕੋਈ ਇੱਕ ਚੀਜ਼ ਟ੍ਰਾਂਜੀਸ਼ਨ ਹੁੰਦੀ, ਕੋਈ ਇਹੋ ਜਿਹਾ ਕੋਈ ਅਨਹੋਣੀ ਤਾਂ ਗੱਲ ਹੋਣ ਨਹੀਂ ਜਾ ਰਹੀ। ਲੋਕਾਂ ਨੇ ਫਤਵਾ ਦਿੱਤਾ, ਲੋਕਾਂ ਨੇ ਉਹਨਾਂ ਨੂੰ ਚੁਣਿਆ, ਲੋਕਾਂ ਦੇ ਬੰਦਿਆਂ ਨੇ ਉਹਨਾਂ ਦੇ ਪਹਿਲੇ ਮੁੱਦੇ ਸੀ, ਉਦੋਂ ਕਾਹਤੇ ਵੋਟਾਂ ਪਾਈਆਂ ਫਿਰ ਉਹਨਾਂ ਨੂੰ। ਜੇ ਹੁਣ ਹੋ ਗਿਆ, ਆਲਰੇਡੀ ਪ੍ਰੋਸੈਸ ਹੋ ਗਿਆ, ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਅਪਰੂਵਲ ਦੇ ਦਿੱਤੀ ਆ, ਤਾਂ ਮੈਨੂੰ ਲੱਗਦਾ ਲੈਟ ਵੀ ਸੀ 54 ਦੇ ਵਿੱਚ ਆਪਣੀ ਪ੍ਰਾਈਵੇਟ ਪਾਲਿਸੀ 1954 ਤੋਂ ਬਾਅਦ ਹੀ RCMP ਆਈ ਆ। RCMP ਦਾ ਛੋਟੀ ਸਿਟੀਆਂ ਦੀ ਬੇਸਿਕਲੀ ਧਿਆਨ ਚ ਰੱਖ ਕੇ ਕ੍ਰੀਏਟ ਕੀਤੀ ਗਈ ਜੀ, ਵੱਡੀਆਂ ਸਿਟੀਆਂ ਦੀ ਤਾਂ ਫੈਟ ਹੀ ਨਹੀਂ ਹੈਗੀ। ਇਹ ਵੀ ਕਹਿ ਰਹੇ ਆ ਜਿਹੜੇ ਰਿਵਿਊ ਕਰ ਰਹੇ ਆ। ਬਿਲਕੁਲ ਠੀਕ। ਥੈਂਕ ਯੂ ਕਰਮਵੀਰ ਸਿੰਘ ਜੀ, ਥੈਂਕ ਯੂ। ਸਾਹਿਬ ਭੁਪਿੰਦਰ ਸਿੰਘ ਜੀ, ਮੇਰੇ ਕੋਲ ਥੋੜਾ ਹੀ ਸਮਾਂ ਜੀ। ਲਾਈਨ ਨੰਬਰ 1, ਤੁਸੀਂ ਏਅਰ ਤੇ ਹੋ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। 2-3 ਗੱਲਾਂ ਹੀ ਕਰਨੀਆਂ। ਇੱਕ ਤਾਂ ਜਿਹੜੀ ਗੱਲ ਹੈਗੀ ਇਹਨਾਂ ਦੀ ਪੈਨਸ਼ਨ ਵਾਲੀ, ਪੈਨਸ਼ਨ ਤਾਂ ਹੁਣ ਤੁਸੀਂ ਦੇਖੋ, ਆਪਾਂ ਨੂੰ ਡਾਲਰ ਤੇ ਡਾਲਰ ਮਿਲਦਾ, MLA MP ਨੂੰ ਡਾਲਰ ਤੇ 4 ਮਿਲਦੇ ਆ। ਠੀਕ ਹੈ। ਤੇ ਜਿਹੜੀ ਗੱਲ ਹੈਗੀ ਆ ਕਾਸਟ ਦੀ ਦੂਜੀ ਦੀ, ਆਪਾਂ ਨੂੰ ਪਤਾ ਨਹੀਂ ਲੱਗਣ ਦਿੰਦੇ ਕਦੋਂ ਕੋਈ ਟੈਕਸ ਵਧਾ ਦਿੰਦੇ ਆ। ਹਰ ਸਾਲ ਵਧਾਇਆ ਹੁੰਦਾ ਕੋਈ ਨਾ ਕੋਈ ਟੈਕਸ, ਪ੍ਰਾਪਰਟੀ ਟੈਕਸ ਵੀ, ਕਾਰਬਨ ਟੈਕਸ ਵੀ, ਸਾਰਾ ਕੁਛ। ਜੀ ਜੀ। ਮੇਰੇ ਹਿਸਾਬ ਨਾਲ
ਇਹ ਸਾਨੂੰ ਬੈਨੀਫਿਟ ਹੋਊਗਾ ਇਸ ਪੁਲਿਸ ਦਾ। ਥੈਂਕ ਯੂ ਕਿਉਂਕਿ ਬਹੁਤ ਕੁਝ ਹੋਇਆ ਲੋਕਾਂ ਦੇ, ਸਾਡੇ ਆਪਣੇ ਨੋਨ ਫੈਮਿਲੀ ਦੇ ਵਿੱਚ ਵੀ ਉਹਨਾਂ ਦਾ ਕੇਸ ਵੀ ਕੋਈ ਸੋਲਵ ਨਹੀਂ ਹੋਇਆ। ਮੇਰਾ ਖਿਆਲ 15 ਸਾਲ ਫਾਈਲਸ ਬਹੁਤ ਪਈਆਂ, ਬਿਲਕੁਲ ਇਹ ਗੱਲ ਠੀਕ ਹੈ, ਫਾਈਲਾਂ ਬਹੁਤ ਪਈਆਂ। ਥੈਂਕ ਯੂ। ਗੱਲ ਜਿਹੜੀ ਸ਼ੁਰੂ ਹੋਈ ਗੱਲ ਇੱਥੋਂ ਹੀ, ਸੌਰੀ ਭੁਪਿੰਦਰ ਸਿੰਘ ਜੀ, ਮੈਨੂੰ ਤੁਹਾਡੀ ਲਾਈਨ ਮੈਂ ਚਾਹੁੰਦਾ ਨਹੀਂ ਸੀ, ਉਹ ਪਤਾ ਨਹੀਂ ਕਿਤੇ ਗਲਤੀ ਨਾਲ ਕੱਟੀ ਗਈ, ਸੌਰੀ। ਕੱਲ ਫੇਰ ਕਿਸੇ ਦਿਨ ਵਿਸ਼ੇ ਤੇ ਇਸ ਤੇ ਗੱਲ ਕਰਾਂਗੇ। ਤੇ ਇਹ ਜਿਹੜਾ ਹੁਣ ਜਿਹੜਾ ਮੁੰਡੇ ਦੋਨੇ ਝੂਠੀ ਉਹਨਾਂ ਤੋਂ ਗੱਲ ਸ਼ੁਰੂ ਹੋਈ, ਹਾਲੇ ਵੀ ਕੁਝ ਨਹੀਂ ਹੋਇਆ, 2.5 ਸਾਲ ਹੋ ਗਏ। ਤੇ ਇਹ ਜਿਹੜਾ ਲੋਕ ਮੰਗ ਕਰਦੇ ਨੇ ਇਸ ਗੱਲ ਦੀ, ਲੋਕਾਂ ਨੇ ਫਤਵਾ ਦਿੱਤਾ। ਖੈਰ ਪਰਮਜੀਤ ਸਿੰਘ ਪ੍ਰਵਾਸੀ ਹੋਣੀ ਵੀ ਇਹ ਨਹੀਂ ਕਹਿ ਰਹੇ ਸੀ ਵੀ ਇਹ ਕਿਉਂ ਹੋਇਆ, ਉਹ ਦੱਸ ਰਹੇ ਸੀ ਕਿ ਆਹ ਚੀਜ਼ਾਂ ਵੀ ਧਿਆਨ ਗੋਚਰੇ ਹੋਣੀਆਂ ਚਾਹੀਦੀਆਂ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਅੱਜ ਇੰਨਾ ਹੀ। ਕੱਲ ਨੂੰ 9 ਵਜੇ ਮੁੜਦਾ ਫੇਰ। ਰੱਬ ਰਾਖਾ।